बकरियां चार दियां बेकदरियां नारा बकरियां चार दियां बोदी वाला तारा चढ़िया हो बोदी वाला तारा चढ़िया हो मंच ਵੱਲੋਂ ਡਾਕਟਰ ਇੰਦਰਜੀਤ ਯਾਨੀ ਮੇਰੇ ਵੱਲੋਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਦੋਸਤੋ। ਤੁਸੀਂ ਦੇਖੋ ਆਪਾਂ ਨੂੰ ਅੱਜ 31 ਦਿਨ ਹੋ ਗਏ ਵੀ ਮੰਚ ਦੇ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਨੂੰ ਜੁਆਇਨ ਕੀਤਾ। ਪਤਾ ਹੀ ਨਹੀਂ ਲੱਗਿਆ ਕਦੋਂ ਲੱਗ ਗਏ 31 ਦਿਨ। ਇਹਨਾਂ 31 ਦਿਨਾਂ ਦੇ ਵਿੱਚ ਅਸੀਂ 62 ਯਾਨੀ 62 ਕਲਾਕਾਰਾਂ ਨੂੰ ਰੰਗਕਰਮੀਆਂ ਨੂੰ ਸੁਣਿਆ, ਉਹਨਾਂ ਦੇ ਰੂਬਰੂ ਹੋਏ ਤੇ 31 ਪੇਸ਼ਕਾਰੀਆਂ ਦੇਖੀਆਂ। ਕਮਾਲ ਦੀ ਗੱਲ ਹੈ। ਜਿੱਦਾਂ ਦੇ ਦੌਰ 'ਚ ਅਸੀਂ ਬੈਠੇ ਹਾਂ ਉਦਾਂ ਦੇ ਦੌਰ 'ਚ ਇੱਕੋ ਦਮ 1 ਮਹੀਨੇ ਦੇ ਵਿੱਚ ਇੰਨੇ ਕਲਾਕਾਰਾਂ ਨੂੰ ਮਿਲਣਾ, ਫੇਸਬੁੱਕ ਤੇ ਦੋਸਤਾਂ ਨੂੰ ਮਿਲਣਾ, ਵੀ ਮੰਚ ਵੱਲੋਂ ਇਸ ਤੇ ਉਪਰਾਲੇ ਨੂੰ ਬਹੁਤ ਵਧੀਆ ਢੰਗ ਨਾਲ ਤੁਸੀਂ ਨਿਭਾ ਰਹੇ ਹੋ। ਆਪਾਂ ਸਾਰੇ ਰਲ ਕੇ ਵੀ ਮੰਚ ਦੀ ਸਾਰੀ ਟੀਮ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਮੇਰੇ ਵੱਲੋਂ ਜੀ ਆਇਆਂ ਨੂੰ ਵੈਲਕਮ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਪ੍ਰੋਗਰਾਮ ਦੇ 4 ਸੈਗਮੈਂਟ ਨੇ। ਪਹਿਲਾ ਸੈਗਮੈਂਟ ਹੈ ਸੁਨਹਿਰੀ ਬੋਲ, ਦੂਸਰਾ ਸੈਗਮੈਂਟ ਹੈ ਰੂਬਰੂ, ਤੀਸਰਾ ਪੇਸ਼ੇ ਨਜ਼ਰ, ਚੌਥਾ ਚਰਚਾ। ਸੁਨਹਿਰੀ ਬੋਲ ਸੈਗਮੈਂਟ ਦੇ ਵਿੱਚ ਅਸੀਂ ਪੰਜਾਬ ਦੇ ਉਸ ਰੰਗਕਰਮੀ, ਨਾਟਕਕਾਰ, ਨਿਰਦੇਸ਼ਕ ਜੋ ਸਾਡੇ ਸੀਨੀਅਰ ਨੇ ਕਲਾਕਾਰ, ਉਹਨਾਂ ਦੇ ਕੁਝ ਵਿਚਾਰ, ਉਹਨਾਂ ਦੀ ਲਾਈਫ ਦਾ ਤਜਰਬਾ ਉਹਨਾਂ ਤੋਂ ਸਾਂਝਾ ਕਰਵਾਉਂਦੇ ਹਾਂ, ਉਹਨਾਂ ਤੋਂ ਸੁਣਦੇ ਹਾਂ, ਉਹਨਾਂ ਤੋਂ ਅਸੀਂ ਕੁਝ ਗ੍ਰੈਬ ਕਰਦੇ ਹਾਂ। ਜਿਸ ਸ਼ਖਸੀਅਤ ਨਾਲ ਅੱਜ ਅਸੀਂ ਸੁਨਹਿਰੀ ਬੋਲ ਜਿਨ੍ਹਾਂ ਤੋਂ ਸੁਣਾਂਗੇ, ਉਹਨਾਂ ਨੇ 42 ਇਅਰਸ 42 ਸਾਲ ਪੰਜਾਬੀ ਰੰਗਮੰਚ ਨੂੰ ਮਾਣਿਆ, ਜੀਆ ਤੇ ਉਹਦੇ ਤੇ ਕੰਮ ਕੀਤਾ। 32 ਸਾਲ ਤੋਂ ਡੀਏਵੀ ਕਾਲਜ ਜਲੰਧਰ ਦੇ ਵਿੱਚ ਪੰਜਾਬੀ ਦੇ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੇ ਨੇ। ਮੇਰੀ ਮੁਰਾਦ ਡਾਕਟਰ ਜਗਦੀਸ਼ ਗਰਗ ਜੀ ਤੋਂ ਹੈ। ਇੱਕ ਜਿਹੜੀ ਮੈਨੂੰ ਉਹਨਾਂ ਦੀ ਬਹੁਤ ਵੱਡੀ ਉਪਲਬਧੀ ਲੱਗਦੀ ਹੈ, ਮੈਨੂੰ ਹੀ ਨਹੀਂ ਸਾਰੇ ਸਾਨੂੰ ਰੰਗ ਪ੍ਰੇਮੀਆਂ ਨੂੰ ਲੱਗਦੀ ਹੈ, ਰੰਗਕਰਮੀਆਂ ਨੂੰ ਲੱਗਦੀ ਹੈ, ਉਹਨਾਂ ਨੇ ਰੰਗ ਸੰਘ ਦੇ ਇੱਕ ਮੈਗਜ਼ੀਨ ਕੱਢਦੇ ਸੀ ਤ੍ਰੈਮਾਸਿਕ 3 ਮਹੀਨਿਆਂ ਦਾ, ਜਿਹਦੇ ਉਹਨਾਂ ਨੇ 8 ਅੰਕ ਕੱਢੇ। ਉਸ ਟਾਈਮ ਪੰਜਾਬ ਦੇ ਵਿੱਚੋਂ ਇੱਕੋ ਰੰਗ ਸੰਘ ਸੀ ਜਿਹੜਾ ਸਾਨੂੰ ਪੰਜਾਬੀਆਂ ਲਈ ਇੱਕ ਪਲੇਟਫਾਰਮ ਸੀ। ਉਹਦੇ 'ਚ ਮੈਂ ਵੀ ਰਿਸਰਚ ਪੇਪਰ ਭੇਜੇ, ਹੋਰ ਤੁਸੀਂ ਬਹੁਤ ਸਾਰੇ ਆਰਟਿਸਟਾਂ ਨੇ ਪੇਸ਼ਕਾਰੀ, ਪੋਇਟਰੀ, ਨਾਟਕ ਛਪਦਾ ਰਿਹਾ। ਬਹੁਤ ਵੱਡਾ ਉਹਨਾਂ ਦਾ ਉਪਰਾਲਾ ਸੀ। ਟੀਚਿੰਗ ਕਰਦੇ ਨੇ, ਪੰਜਾਬੀ ਦੀ MA ਨੇ, MPhil ਵੀ ਪੰਜਾਬੀ ਦੇ ਨੇ, PhD ਵੀ। MPhil ਔਰ PhD ਦਾ ਸਬਜੈਕਟ ਵੀ ਪੰਜਾਬੀ ਨਾਟਕ ਤੇ ਸੀਗਾ ਉਹਨਾਂ ਦਾ। ਚਲੋ ਦੋਸਤੋ, ਅਸੀਂ ਚੱਲਦੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ, ਸੁਣਦੇ ਹਾਂ ਡਾਕਟਰ ਜਗਦੀਸ਼ ਗਰਗ ਜੀ ਦੇ ਸੁਨਹਿਰੀ ਬੋਲ। ਦੋਸਤੋ, ਬੋਹੇਮੀਅਨਸ ਦੇ ਸਾਰਥਕ ਉਪਰਾਲੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਮੁਬਾਰਕਬਾਦ। ਅੱਜ ਦੁਨੀਆ ਦੇ ਵਿੱਚ ਇੱਕ ਅਜਿਹਾ ਅਣਕਿਆਸਿਆ ਸੰਕਟ ਆ ਗਿਆ ਹੈ ਜਿਸ ਨੇ ਦੁਨੀਆ ਦੇ ਹਰ ਬਸ਼ਰ ਨੂੰ ਤਣਾਅਗ੍ਰਸਤ ਕਰ ਦਿੱਤਾ ਹੈ, ਕਨਫਿਊਜ਼ ਕਰ ਦਿੱਤਾ ਹੈ। ਜਾਪਦਾ ਸੀ ਕਿ ਗਰਮੀ ਆਉਣ ਦੇ ਨਾਲ ਮਸਲੇ ਦਾ ਹੱਲ ਹੋ ਜਾਏਗਾ, ਪਰ ਅਜਿਹਾ ਨਹੀਂ ਹੋਇਆ। ਸਗੋਂ ਸੰਕਟ ਗਹਿਰਾਉਂਦਾ ਤੁਰਿਆ ਜਾ ਰਿਹਾ ਹੈ। ਅਜਿਹੇ ਮੌਕੇ ਤੇ ਰੰਗਕਰਮੀਆਂ ਲਈ ਵਧੇਰੇ ਔਖ ਹੈ, ਕਿਉਂਕਿ ਜੋ ਸਮੱਸਿਆ ਪੂਰੀ ਦੁਨੀਆ ਦੇਖ ਰਹੀ ਹੈ, ਸਹਿ ਰਹੀ ਹੈ, ਉਸ ਦੇ ਵਿੱਚ ਮੂਲ ਜ਼ਰੂਰਤ ਇਸ ਗੱਲ ਦੀ ਹੈ ਕਿ ਸਮਾਜਿਕ ਤੌਰ ਤੇ ਦੂਰੀ ਬਣਾ ਕੇ ਰੱਖੀ ਜਾਏ। ਪਰ ਥੀਏਟਰ ਦੀ ਬੁਨਿਆਦੀ ਜ਼ਰੂਰਤ ਇਹ ਹੈ ਕਿ ਸਮਾਜਿਕ ਤੌਰ ਤੇ ਨੇੜਤਾ ਹੋਵੇ, ਲੋਕ ਇਕੱਠੇ ਹੋਣ, ਕੁਝ ਲੋਕ ਆਪਣੀ ਗੱਲ ਕਹਿਣ ਲਈ ਮੰਚ ਤੇ ਆਉਣ, ਬਾਕੀ ਸਾਹਮਣੇ ਬੈਠ ਕੇ ਵੇਖਣ, ਉਸ ਤੇ ਚਰਚਾ ਹੋਵੇ, ਉਸ ਦਾ ਕੋਈ ਅਸਰ ਹੋਵੇ। ਪਰ ਹੁਣ ਇਹ ਔਖਾ ਹੋ ਗਿਆ। ਜੇ ਦੁਨੀਆ ਦੇ ਵਿਕਸਿਤ ਮੁਲਕਾਂ ਵੱਲ ਵੇਖੀਏ ਤਾਂ ਉੱਥੇ ਜਿਵੇਂ ਬਾਕੀ ਲੋਕਾਂ ਨੂੰ, ਜਨ ਸਧਾਰਨ ਨੂੰ ਆਰਥਿਕ ਮਦਦ ਮਿਲਦੀ ਹੈ, ਉਸੇ ਤਰ੍ਹਾਂ ਆਰਥਿਕ ਪੱਖੋਂ ਤਾਂ ਰੰਗਕਰਮੀਆਂ ਨੂੰ ਵੀ ਕੋਈ ਔਕੜ ਨਹੀਂ ਹੈ।
ਪਰ ਜਦੋਂ ਅਸੀਂ ਗੱਲ ਭਾਰਤ ਵਰਗੇ ਮੁਲਕਾਂ ਦੀ ਕਰਦੇ ਹਾਂ ਤਾਂ ਇੱਥੇ ਹਾਲਾਤ ਵੱਖਰੀ ਪਾਉਂਦੇ ਨੇ। ਇੱਥੇ ਇਸ ਤਰ੍ਹਾਂ ਦੀ ਕੋਈ ਸਹੂਲਤ ਜਾਂ ਮਦਦ ਕਿਸੇ ਵੀ ਪੱਖ ਤੋਂ ਨਹੀਂ ਮਿਲਦੀ। ਪ੍ਰਾਂਤਕ ਪੱਧਰ ਤੇ ਕੰਮ ਕਰਨ ਵਾਲਿਆਂ ਲਈ ਇਹ ਔਖ ਵਧੇਰੇ ਹੈ। ਮੇਰੀ ਜਾਚੇ ਪੰਜਾਬੀ ਵਿੱਚ 3 ਤਰ੍ਹਾਂ ਦੇ ਰੰਗਕਰਮੀ ਕਰਮਸ਼ੀਲ ਹਨ। ਪਹਿਲੇ ਤਾਂ ਉਹ ਨੇ ਜਿਨ੍ਹਾਂ ਦਾ ਪੈਸ਼ਨ ਥੀਏਟਰ ਸੀ, ਪਰ ਉਹਨਾਂ ਨੂੰ ਜਾਪਿਆ ਕਿ ਥੀਏਟਰ ਦੇ ਰਾਹੀਂ ਰੋਜ਼ੀ ਰੋਟੀ ਜਾਂ ਜ਼ਿੰਦਗੀ ਦੀਆਂ ਬਾਕੀ ਲੋੜਾਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ, ਸੋ ਉਹਨਾਂ ਨੇ ਹੋਰ ਕਿੱਤੇ ਅਪਣਾ ਲਏ। ਬਹੁਤ ਸਾਰੇ ਅਧਿਆਪਨ ਦੇ ਖੇਤਰ ਵਿੱਚ ਆ ਗਏ, ਕੁਝ ਸਕੂਲਾਂ ਦੇ ਵਿੱਚ ਟੀਚਰ ਲੱਗ ਗਏ, ਬਹੁਤ ਸਾਰੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਣ ਲੱਗ ਪਏ, ਤੇ ਨਾਲੋਂ ਨਾਲ ਹੀ ਪੂਰੀ ਸ਼ਿੱਦਤ ਨਾਲ ਉਹਨਾਂ ਨੇ ਥੀਏਟਰ ਵੀ ਕੀਤਾ। ਬਹੁਤ ਵੱਡੀ ਭੂਮਿਕਾ ਹੈ ਉਹਨਾਂ ਦੀ ਪੰਜਾਬੀ ਥੀਏਟਰ ਦੇ ਵਿੱਚ। ਦੂਸਰੇ ਉਹ ਲੋਕ ਨੇ ਜਿਹੜੇ ਜੁੜੇ ਤਾਂ ਹੋਰ ਕਿਸੇ ਕਿੱਤੇ ਨਾਲ ਸੀ, ਪਰ ਜਦੋਂ ਉਹਨਾਂ ਨੇ ਥੀਏਟਰ ਆਰੰਭ ਕੀਤਾ, ਉਹਨਾਂ ਦਾ ਲਗਾਵ ਹੋਇਆ ਥੀਏਟਰ ਨਾਲ, ਔਰ ਇਹ ਲਗਾਵ ਲਗਨ ਬਣ ਗਿਆ, ਤਾਂ ਉਹਨਾਂ ਨੇ ਆਪਣੇ ਮੂਲ ਕਿੱਤੇ ਨੂੰ ਛੱਡ ਦਿੱਤਾ ਤੇ ਰੰਗਮੰਚ ਨੂੰ ਹੀ ਸਮਰਪਿਤ ਹੋ ਗਏ। ਤੀਸਰੇ ਉਹ ਨੇ ਜਿਨ੍ਹਾਂ ਨੇ ਮੁੱਢ ਤੋਂ ਹੀ ਰੰਗਮੰਚ ਕਰਨਾ ਚਾਹਿਆ ਔਰ ਨਿਰੰਤਰ ਰੰਗਮੰਚ ਨਾਲ ਹੀ ਜੁੜੇ ਹੋਏ ਨੇ, ਥੀਏਟਰ ਹੀ ਕਰ ਰਹੇ ਨੇ। ਇਹ ਜਿਹੜੇ ਪਿਛਲੇ 2 ਕਿਸਮ ਦੇ ਲੋਕ ਨੇ, ਇਹ ਸਾਥੀ ਨੇ ਜਿਹੜੇ ਸਾਡੇ ਰੰਗਕਰਮੀ, ਇਹਨਾਂ ਲਈ ਔਖ ਵਧੇਰੇ ਹੈ, ਕਿਉਂਕਿ ਇਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਹੀ ਥੀਏਟਰ ਤੋਂ ਪੂਰੀਆਂ ਹੁੰਦੀਆਂ ਨੇ। ਤਾਂ ਜਿਹੜਾ ਹੁਣ ਸੰਕਟ ਆਇਆ ਹੈ, ਇਸ ਨੂੰ ਨਜਿੱਠਣ ਲਈ ਜਾਂ ਇਸ ਦੇ ਵਿੱਚ ਪਹਿਲ ਕਰਨ ਲਈ ਜਾਂ ਇਸ ਦੇ ਵਿੱਚ ਨਵਾਂ ਤਜਰਬਾ ਕਰਨ ਲਈ ਗੁਰਵਿੰਦਰ ਤੇ ਉਸਦੇ ਸਾਥੀਆਂ ਨੇ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਨੂੰ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਹਫ਼ਤਾ ਜਾਂ 10 ਦਿਨ ਚਲਾਵਾਂਗੇ, ਪਰ 1 ਮਹੀਨਾ ਪਾਰ ਕਰ ਚੱਲੀ ਹੈ। ਬਹੁਤ ਸਾਰੇ ਰੰਗਕਰਮੀ ਜੁੜ ਗਏ ਨੇ, ਨਿਰੰਤਰ ਜੁੜ ਰਹੇ ਨੇ, ਔਰ ਉਮੀਦ ਹੈ ਕਿ ਕਾਫਲਾ ਹੋਰ ਵੱਡਾ ਹੋਏਗਾ। ਇਸ ਸਮੇਂ ਤੇ ਗੁਰਵਿੰਦਰ ਲਈ ਮੈਨੂੰ ਮਜਰੂ ਸੁਲਤਾਨਪੁਰੀ ਦਾ ਸ਼ੇਰ ਯਾਦ ਆਉਂਦਾ ਹੈ। मैं तो अकेला ही चला था जानबे मंजिल, मगर लोग साथ आते गए और कारवां बनता गया। मैनू उम्मीद है कि जिहड़ा इन्हां दोस्तां ने ये जतन आरंभिया इस नूं जरूर बूर पएगा। ये भी लगता है कि आने वाले थिएटर लई, भविख दे थिएटर लई शायद ये तरीका भी एक जुगत वजों इस्तेमाल विच आवे और इस तरह दीयां होर जुगतां नूं अपनाउण लई प्रेरणा बने। मैं एक बारी फिर गुरविंदर, उसदे साथियां या बाकी लोग जिहड़े इस मुहिम नाल जुड़े हुए ने उन्हां नूं मुबारक दिंदा हां। अपणियां शुभ इच्छावां, शुभकामनावां भेंट करदा हां कि जिहड़ा इह सिलसिला आरंभ होया है ये निरंतर अगे वधे और पंजाबी थिएटर का विकास होवे। बहुत बहुत धन्यवाद। शुक्रिया डॉक्टर साहब। डॉक्टर गर्ग होरां ने बहुत सोहनी गल कीती है। पंजाबी रंगमंच काम करने वाले रंगकर्मियों नूं 3 वर्गां च वंडिया। तुसीं सुणे उन्हां दे विचार। कुल वक्ती रंगकर्मियों के बारे फिक्र भी जाहिर किया ते वधाई भी दी गुरविंदर होरां दी टीम नूं कि वो बहुत सोहना काम कर रहे हैं। दोस्तों, साडे नाल बहुत सारे साथी जुड़ चुके हैं। निरी गिल जी, लखविंदर सग्गू, सहराब, जगजीत सरीन जी, बलजिंदर सिंह जी, अनीता सबदीश, हरीश खुराना जी, गुरदीप पहेश, परमिंदरपाल कौर, हरीश खुराना जी, चरणजीत मान, अनीता सबदीश, जगदीप संधू जी, बलकार संधू जी, मेरे टीचर डॉक्टर नवनिंद्रा बैल जी।
ਦਲਜਿੰਦਰ ਬਸਰਾ ਜੀ, ਦਲਜੀਤ ਡਾਲੀ ਜੀ, ਕੁਮਾਰ ਪਵਨਦੀਪ ਜੀ, ਵੀਨਾ ਅਰੋੜਾ, ਵੀਰ ਦਵਿੰਦਰ ਪਾਲ, ਰਮਨ ਢਿੱਲੋਂ, ਜਗਦੀਪ ਸੰਧੂ ਤੇ ਬਲਜੀਤ ਬੱਲੀ, ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਵੈਲਕਮ। ਜੀ ਆਇਆਂ ਨੂੰ ਆਖਦੇ ਆ ਸਾਥੀਓ, ਜੁੜੇ ਰਹੋ ਏਦਾਂ ਹੀ। ਜਿਹੜਾ ਹੁਣ ਸਾਡਾ ਅਗਲਾ ਸੈਗਮੈਂਟ ਹੈ ਰੂਬਰੂ, ਤੁਹਾਨੂੰ ਪਤਾ ਹੈ ਸਾਡਾ ਸੈਕਿੰਡ ਸੈਗਮੈਂਟ ਹੈ। ਇਸ ਸੈਗਮੈਂਟ ਦੇ ਵਿੱਚ ਅਸੀਂ ਉਸ ਕਲਾਕਾਰ ਨੂੰ, ਉਸ ਰੰਗਕਰਮੀ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਖੇਤਰ ਦੇ ਵਿੱਚ ਕੁਝ ਨਵਾਂ ਕੀਤਾ, ਕੁਝ ਕਰ ਰਹੇ ਨੇ ਤੇ ਕੁਝ ਕਰਨਗੇ। ਜੋ ਅੱਜ ਅਸੀਂ ਕਲਾਕਾਰ ਨੂੰ ਤੁਹਾਨੂੰ ਮਿਲਾ ਰਹੇ ਹਾਂ, ਉਹ ਗੁਰੂਸਰ ਸੁਧਾਰ ਪਿੰਡ ਘੁਮਾਣਾ ਤੋਂ ਉੱਠ ਕੇ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਨੇ, ਪੜ੍ਹਾ ਵੀ ਥੀਏਟਰ ਰਹੇ ਨੇ। ਮੇਰੀ ਮੁਰਾਦ, ਮੇਰੇ ਸੀਨੀਅਰ, ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ ਹੈ ਕਿ ਮੈਂ ਉਹਨਾਂ ਦੀ ਛਤਰ ਛਾਇਆ ਦੇ ਹੇਠ ਉਸ ਡਿਪਾਰਟਮੈਂਟ 'ਚ MA PhD ਕੀਤੀ ਹੈ। ਅਵਤਾਰ ਸਿੰਘ ਅਭੀ ਜੀ, ਚਲੋ ਆਪਾਂ ਚੱਲਦੇ ਹਾਂ ਅਗਲੇ ਸੈਗਮੈਂਟ ਰੂਬਰੂ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ, ਜੀ ਆਇਆਂ ਨੂੰ। ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਵੈਲਕਮ ਵੀ ਮੰਚ ਵੱਲੋਂ ਤੇ ਮੇਰੇ ਵੱਲੋਂ। ਭਾਜੀ ਬਹੁਤ ਚੰਗਾ ਲੱਗ ਰਿਹਾ ਤੁਸੀਂ ਅੱਜ ਸਾਨੂੰ ਆਪਣਾ ਟਾਈਮ ਦੇ ਰਹੇ ਹੋ। ਤੁਸੀਂ ਆਪਣੇ ਜ਼ਿੰਦਗੀ ਦੇ ਸਫ਼ਰ ਬਾਰੇ ਦੱਸੋ, ਅਸੀਂ ਤੁਹਾਡੇ ਮੂੰਹੋਂ ਹੀ ਸੁਣਾਂਗੇ ਕਿ ਤੁਸੀਂ ਕਿੱਦਾਂ ਪਿੰਡੋਂ ਉੱਠ ਕੇ ਅਮਰੀਕਾ ਦੀ ਯੂਨੀਵਰਸਿਟੀ ਤੱਕ ਪਹੁੰਚੇ। ਸਭ ਤੋਂ ਪਹਿਲਾਂ ਬੀਮੰਚ ਤੇ ਉਹਦੀ ਸਾਰੇ ਕਰੂ, ਉਹਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ। ਗੁਰਵਿੰਦਰ ਭਾਜੀ ਤੇ ਸਾਰੇ ਜਿਹੜੇ ਬਿਹਾਈਂਡ ਦਾ ਸੀਨ ਜਿੰਨੇ ਵੀ ਕੰਮ ਕਰ ਰਹੇ ਬੰਦੇ ਇਸ ਮੰਚ ਦੇ ਉੱਤੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਮੰਚ ਤੇ ਲੈ ਕੇ ਆਏ, ਮੇਰੇ ਮੌਕਾ ਦਿੱਤਾ ਕਿ ਮੈਂ ਆਪਣੇ ਜੂਨੀਅਰਸ, ਆਪਣੇ ਸੀਨੀਅਰਸ ਤੇ ਹੋਰ ਜਿੰਨੇ ਦਰਸ਼ਕ ਦੇਸ਼ ਵਿਦੇਸ਼ਾਂ 'ਚ ਬੈਠੇ ਦੇਖ ਰਹੇ ਉਹਨਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ। ਬਾਕੀ ਰਹੀ ਗੱਲ ਪਿੰਡ ਤੋਂ ਉੱਠ ਕੇ ਅਮਰੀਕਾ ਦੀ ਯੂਨੀਵਰਸਿਟੀ ਤੱਕ, ਬਿਲਕੁਲ ਬਹੁਤ ਲੰਬਾ ਸਫ਼ਰ ਹੈ। ਬਹੁਤ ਲੰਬਾ, ਔਰ ਇਹਦੀ ਖਾਤਰ ਬਹੁਤ ਸਾਰੀ ਘਾਲਣਾ ਵੀ ਘਾਲ ਲਈ। ਬਿਲਕੁਲ, ਅਸੀਂ ਉਹੀ ਘਾਲਣਾ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ ਅੱਜ ਕਿ ਤੁਸੀਂ ਥੀਏਟਰ ਨੂੰ ਕਿੱਦਾਂ ਉੱਥੇ ਤੱਕ ਲੈ ਕੇ ਗਏ। ਦੁੱਖ ਵੀ ਸਹੇ ਤੇ ਮੇਰੇ ਜਦੋਂ ਮੈਂ ਐਗਜ਼ਾਮ ਖਤਮ ਕੀਤੇ ਆਪਣੇ MA ਥੀਏਟਰ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਤੇ ਮੇਰਾ ਰਿਜ਼ਲਟ ਵੀ ਨਹੀਂ ਸੀ ਆਇਆ ਤੇ ਕਿ ਮੈਂ ਫਲਾਈਟ ਫੜ ਕੇ ਨਿਊਯਾਰਕ ਉਤਰ ਗਿਆ ਸੀਗਾ। ਅੱਛਾ, ਉਸ ਤੋਂ ਪਹਿਲਾਂ ਕੁਛ ਮੌਕਾ ਬੰਬੇ ਗਏ, ਐਗਜ਼ਾਮ ਖਤਮ ਹੋ ਗਏ ਸੀਗੇ, ਮੈਂ ਤੇ ਮੇਰਾ ਸਾਥੀ, ਮੇਰਾ ਕਲਾਸਮੇਟ ਬਲਬੀਰ, ਉੱਥੇ ਗ੍ਰੈਂਡ ਸੀਨੀਅਰ ਸਾਡੇ ਦਰਸ਼ਨ ਮਹਿਰੋਕ ਜਿਹੜੇ ਸੀਗੇ, ਉਹਨਾਂ ਦੇ ਸਾਥ ਦੇ ਵਿੱਚ ਥੋੜੇ ਦਿਨ ਬੰਬੇ ਗੁਜ਼ਾਰ ਕੇ ਤੇ ਦੇਖਿਆ ਕਿ ਕਿੱਦਾਂ ਸਟਰਗਲ ਚੱਲ ਰਹੀ ਆ ਉਹਨਾਂ ਦੀ, ਕਿੱਦਾਂ ਉਹਨਾਂ ਨੂੰ ਮਹਿਸੂਸ ਹੋ ਰਿਹਾ ਸਵੇਰੇ ਜੀਨ ਪਾ ਕੇ, ਸ਼ੂ ਪਾਲਿਸ਼ ਕਰਕੇ ਆਪਣੇ ਜੁੱਤੀਆਂ ਨੂੰ ਨਿਕਲ ਜਾਂਦੇ ਵਿਚਾਰੇ, ਤੇ ਥੋੜਾ ਦਿਲ ਡਰ ਗਿਆ। ਤੇ ਦਿਨ ਮੈਂ ਤੇ ਬਲਬੀਰ ਵਾਪਸ ਪਿੰਡ ਆ ਗਏ, ਬਲਬੀਰ ਫਰੋਮ ਰਾਏਕੋਟ, ਤੇ ਅਸੀਂ ਵਾਪਸ ਆਏ। ਤੁਸੀਂ ਕਿਹੜੇ ਈਅਰ ਦੀ, ਇੱਕ ਮਿੰਟ, ਕਿਹੜੇ ਈਅਰ ਦੀ ਗੱਲ ਕਰ ਰਹੇ ਹੋ? ਮੈਂ ਕਰ ਰਿਹਾ 1992 ਦੀ। ਅੱਛਾ, 1992 ਦੇ ਪਾਸ ਆਊਟ ਹੋ ਤੁਸੀਂ? ਹਾਂਜੀ ਬਿਲਕੁਲ, 1992 ਦੇ ਬੈਚ। ਇੱਥੇ ਵੀ ਬੜੀ ਹਾਸੋਨੀ ਗੱਲ ਆ ਕਿ ਸਾਡਾ ਜਿਹੜਾ ਬੈਚ ਸੀਗਾ ਉਹ ਰੈਗੂਲਰ ਬੈਚ ਨਾਲੋਂ ਵੱਖਰਾ ਇਸ ਕਰਕੇ ਸੀਗਾ ਕਿ ਮੈਨੂੰ ਕੋਈ ਪੁੱਛਦਾ ਕਦੋਂ ਸ਼ੁਰੂ ਕੀਤੀ ਸੀ, ਮੈਂ ਕਿਹਾ ਵੀ 89 ਦੇ ਵਿੱਚ ਸ਼ੁਰੂ। ਪਾਸ ਆਊਟ ਕਦੋਂ ਹੋਏ? ਕਹਿੰਦੇ 1992 ਚ। ਕਹਿੰਦਾ ਭਾਜੀ 3 ਸਾਲ ਕਾਹਦੇ ਲੱਗ ਗਏ? ਮੈਂ ਵੀ ਪੁੱਛਣ ਲੱਗੀ ਵੀ MA ਤਾਂ 2 ਸਾਲ ਚ ਹੁੰਦੀ ਹੈ। ਉਹ ਦੌਰ ਪੰਜਾਬ ਦਾ ਐਸਾ ਦੌਰ ਸੀਗਾ ਕਿ ਘੱਟੋ ਘੱਟ 6 ਵਾਰੀ ਸਾਡੇ ਐਗਜ਼ਾਮ ਕੈਂਸਲ ਹੋਏ, ਔਰ ਉਸ ਤੋਂ ਬਾਅਦ ਮੰਡਲ ਕਮਿਸ਼ਨ ਦਾ ਚੱਕਰ ਚੱਲ ਪਿਆ, ਔਰ ਸਾਡਾ ਜਿਹੜਾ ਬੈਚ ਸੀ ਅੱਗੇ ਦੀ ਅੱਗੇ ਖੈਰ ਪੰਜਾਬ ਦੇ ਲਈ ਬਹੁਤ ਮਾੜੀ ਗੱਲ ਸੀ ਦੌਰ ਦੇ ਲਈ, ਪਰ ਐਜ਼ ਏ ਰੰਗਮੰਚੀ, ਐਜ਼ ਏ ਥੀਏਟਰ ਸਟੂਡੈਂਟ ਸਾਨੂੰ ਜ਼ਿਆਦਾ ਸਮਾਂ ਮਿਲ ਗਿਆ ਹੋਰ ਜ਼ਿਆਦਾ ਕੰਮ ਕਰਨ ਦਾ। ਸੋ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਉਸ ਐਕਸਟੈਂਡਡ ਟਾਈਮ ਦੇ ਵਿੱਚ। ਜਿਹੜਾ ਤੁਸੀਂ ਕੰਮ ਦੀ ਗੱਲ ਕਰ ਰਹੇ ਹੋ ਤੇ ਮੈਨੂੰ ਤੁਸੀਂ ਉਸ ਟਾਈਮ ਦੇ ਡਿਪਾਰਟਮੈਂਟ ਦਾ ਇੱਕ ਦੌਰਾ ਕਰਾਓ, ਵਿਜ਼ਿਟ ਕਰਾਓ ਕਿ ਤੁਸੀਂ ਕਿੱਦਾਂ ਕੰਮ ਕਰਦੇ ਸੀ, ਕਿਹੜੇ ਕਿਹੜੇ ਟੀਚਰਸ ਨਾਲ ਤੁਸੀਂ ਥੀਏਟਰ ਕੀਤਾ, ਕਿਉਂਕਿ ਉਸ ਟਾਈਮ ਡਿਪਾਰਟਮੈਂਟ, ਮਤਲਬ ਮੈਂ ਤਾਂ ਬਹੁਤ ਛੋਟੀ ਸੀ, ਅਸੀਂ ਤੁਹਾਡੇ ਰਾਹੀਂ ਬਾਕੀ ਸਾਰੇ ਦਰਸ਼ਕ ਜਾਣਨਾ ਚਾਹੁੰਦੇ ਹਾਂ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਬਾਰੇ। ਡਿਪਾਰਟਮੈਂਟ ਦੀਆਂ 2 ਗੱਲਾਂ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਲੱਗਦੀਆਂ ਜਿਹੜੀਆਂ ਮੈਂ ਸ਼ੇਅਰ ਕਰਨੀ ਚਾਹੂੰਗਾ ਕਿ ਉਸ ਸਮੇਂ ਸਟੂਡੈਂਟ ਦੀ ਗਿਣਤੀ ਬਹੁਤ ਘੱਟ ਸੀ, ਪਰ ਸਟਾਫ ਐਂਡ ਪ੍ਰੋਫੈਸਰਸ ਸਾਰੇ ਆਪਣੇ ਆਪਣੇ ਦਫ਼ਤਰ ਦੇ ਵਿੱਚ ਹੁੰਦੇ, ਆਪਣੇ ਆਪਣੇ ਸਾਰੇ ਮਤਲਬ ਅਪ ਟੂ ਡੇਟ ਆਪਣੇ ਆਫਿਸ ਦੇ ਵਿੱਚ ਹੁੰਦੇ ਸੀਗੇ। ਤੇ ਜਦੋਂ ਐਡਮਿਸ਼ਨ ਮਿਲ ਗਈ ਤਾਂ ਸਾਡੇ ਬੈਚ ਦੀ ਖੁਸ਼ਕਿਸਮਤੀ ਇਹ ਸੀ ਕਿ ਸਾਡੇ 7 ਸਟੂਡੈਂਟਸ ਦੇ ਵਿੱਚੋਂ ਜਿਹੜਾ ਮੇਰਾ ਬੈਚ ਸੀਗਾ
ਉਹਦੇ ਵਿੱਚੋਂ 5 ਦੀ ਬੈਕਗ੍ਰਾਉਂਡ ਡਾਇਰੈਕਟਲੀ ਰੰਗਮੰਚ ਦੇ ਨਾਲ ਆਲਰੇਡੀ ਜੁੜੀ ਹੋਈ ਸੀਗੀ। ਅੱਛਾ ਜੀ, ਸੋ ਸਾਡੇ ਠੀਕ ਹੈ। ਅੰਦਰ ਇੱਕ ਕੰਮ ਕਰਨ ਦੀ ਚਾਹਨਾ ਸੀਗੀ। ਤੁਸੀਂ ਇੱਕ ਸਫ਼ਰ ਦੀ ਗੱਲ ਕੀਤੀ, ਸੋ ਮੈਂ ਬੇਸਿਕਲੀ ਉਹ ਸਫ਼ਰ ਸਾਂਝਾ ਕਰਨ ਜਾ ਰਿਹਾ ਹਾਂ। ਨਹੀਂ ਬਿਲਕੁਲ ਕਿ ਬਿਲਕੁਲ ਜੀ, ਸਭ ਬਿਲਕੁਲ। ਤੋਂ ਪਹਿਲਾਂ ਹਾਂਜੀ ਡਿਪਾਰਟਮੈਂਟ ਆਏ ਤੇ ਪਹਿਲੇ ਸ਼ੁਰੂਆਤ ਜਦੋਂ ਕਲਾਸਾਂ ਦੀ ਸ਼ੁਰੂਆਤ ਹੁੰਦੀ ਆ ਉਸ ਦਿਨ ਤੋਂ ਲੈ ਕੇ ਤਕਰੀਬਨ 10 ਕੁ ਦਿਨ ਤੱਕ ਮਹਿਸੂਸ ਕੀਤਾ ਕਿ ਡਿਪਾਰਟਮੈਂਟ ਹੈਗਾ, ਪਰ ਸਮਹਾਉ ਪੰਜਾਬ ਦੇ ਹਾਲਾਤਾਂ ਕਰਕੇ, ਪੰਜਾਬ ਦੇ ਕਾਲੇ ਦੌਰ ਕਰਕੇ ਇੱਕ ਤਰ੍ਹਾਂ ਦਾ ਡਿਪਾਰਟਮੈਂਟ ਸੁੱਤਾ ਪਿਆ। ਤੇ ਬਿਕਾਜ਼ 5 ਬੰਦੇ ਐਸੇ ਸੀਗੇ ਜਿਨ੍ਹਾਂ ਦੇ ਅੰਦਰ ਕੰਮ ਕਰਨ ਦੀ ਚਾਹਤ ਇੰਨੀ ਸੀਗੀ ਕਿ ਯਾਰ ਆਪਾਂ ਕੁਝ ਕਰਨਾ। ਇੱਕ ਦਿਨ, 2 ਦਿਨ, 5 ਦਿਨ, ਪਹਿਲਾ ਹਫਤਾ ਪਲੱਸ 3 ਦਿਨ, 10 ਕੁ ਦਿਨ ਸਾਡੇ ਡਿਪਾਰਟਮੈਂਟ ਜਾਣਾ, ਨਹਾ ਧੋ ਕੇ ਸਵੇਰੇ ਬ੍ਰੇਕਫਾਸਟ ਹੋਸਟਲ ਤੋਂ ਲੈ ਕੇ, ਤੇ ਕੁਝ ਨਹੀਂ ਹੋਣਾ। ਟੀਚਰਸ ਨੂੰ ਹੈਲੋ ਹਾਈ ਕਿਉਂਕਿ ਹਾਲਾਤ ਉਸ ਟਾਈਮ ਦੇ ਹਾਲਾਤ ਬਹੁਤ ਮਾੜੇ ਸੀ। ਹਾਂਜੀ ਬਿਲਕੁਲ ਕਾਈਂਡ ਆਫ ਪੈਸੀਮਿਸਟਿਕ ਮਾਹੌਲ ਚੌਹੀ ਪਾਸੀ ਸੀਗਾ। ਤੇ ਸ਼ਾਇਦ ਇਸ ਕਰਕੇ ਸਾਡੇ ਪ੍ਰੋਫੈਸਰ ਵੀ ਥੋੜਾ ਜਿਹਾ ਢਿੱਲੇ ਸੀਗੇ, ਜਾਂ ਕਹਿ ਲਓ ਉਹਨਾਂ ਨੂੰ ਇੱਕ ਉਤਸ਼ਾਹਤ ਕਰਨ ਦਾ ਇੱਕ ਮੋੜ ਉਹਨਾਂ ਦੀ ਜ਼ਿੰਦਗੀ 'ਚ ਆਇਆ ਨਹੀਂ ਸੀਗਾ। ਸੋ ਅਸੀਂ 10 ਦਿਨ ਤੋਂ ਬਾਅਦ ਆਪਣੀ ਜਿਹੜੀ ਅੰਦਰ ਅਰਜ ਸੀ, ਆਪਣੀ ਜਿਹੜੀ ਫੀਲਿੰਗ ਸੀ, ਆਪਣੀ ਭਾਵਨਾ ਸੀ, ਉਦੋਂ ਮੈਡਮ ਨਵਰਿੰਦਰ ਬਹਿਲ ਜੀ ਸਾਡੇ ਹੈਡ ਆਫ ਦਾ ਡਿਪਾਰਟਮੈਂਟ ਸੀਗੇ, ਉਹ ਫੀਲਿੰਗ ਸ਼ੇਅਰ ਕਰਨੀ ਸ਼ੁਰੂ ਕੀਤੀ ਕਿ ਅਸੀਂ ਕੁਝ ਕਰਨਾ ਹੈ ਮੈਡਮ। ਅਸੀਂ ਇੱਥੇ ਮਤਲਬ ਸਿਰਫ ਬ੍ਰੇਕਫਾਸਟ ਕਰਕੇ, ਲੰਚ ਕਰਕੇ ਅਸੀਂ ਬਿਲਕੁਲ ਮਨੀ ਵੇਸਟ ਕਰਨ ਨਹੀਂ ਆਏ, ਤੁਸੀਂ ਥੀਏਟਰ ਲਈ ਜਾਂ ਕੁਝ ਕਰਨ। ਹਾਂਜੀ ਇਹੀ ਗੱਲ ਬਾਕੀ ਸਾਰੇ ਪ੍ਰੋਫੈਸਰਾਂ ਤੱਕ ਇਹੀ ਸੁਨੇਹਾ ਅਸੀਂ ਪਹਿਲੇ ਉਹ 10 ਦੇ ਪਹੁੰਚਾਇਆ। ਲੇਕਿਨ ਫਿਰ ਵੀ ਲੱਗਿਆ ਕਿ ਯਾਰ ਕੁਝ ਹੋ ਨਹੀਂ ਰਿਹਾ। ਤੇ ਤੁਸੀਂ ਯਕੀਨ ਨਹੀਂ ਕਰਨਾ, ਜਿਹੜੇ ਸਾਡੇ 4 ਹੀ ਵਿਚਾਰੇ ਸੀਨੀਅਰ ਸੀ ਉਸ ਸਮੇਂ, ਬਰਨਾਲਾ ਭਾਜੀ, ਆਪਣੇ ਰਾਣਾ ਭਾਜੀ, ਆਪਣੇ ਰੂਪੀ ਰਾਣਾ ਜੰਗ ਬਹਾਦਰ ਜੀ ਨਹੀਂ, ਆਪਣੇ ਰਾਜਪੁਰੇ ਵਾਲੇ। ਅੱਛਾ ਅੱਛਾ ਠੀਕ ਹੈ। ਹਾਂਜੀ ਤੇ ਬਬਲੀ, ਹਰਵਿੰਦਰ ਬਬਲੀ, ਠੀਕ ਹੈ। ਅਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਵੀ ਕੀ ਹੋ ਰਿਹਾ। ਉਹ ਕਹਿੰਦੇ ਥੋੜਾ ਜਿਹਾ ਏਦਾਂ ਹੀ ਆ, ਮਤਲਬ ਡਿਪਾਰਟਮੈਂਟ ਠੀਕ ਤਰ੍ਹਾਂ ਨਾਲ ਚੱਲ ਨਹੀਂ ਰਿਹਾ। ਅਸੀਂ ਜੀ ਪ੍ਰੋਬੇਬਲੀ 11ਵੇਂ ਜਾਂ 12ਵੇਂ ਦਿਨ ਸਾਡੀ ਸਟ੍ਰਾਈਕ ਸ਼ੁਰੂ ਹੋ ਗਈ ਸੀ। ਅੱਛਾ ਬਟ ਵੀ took the initiative ਕਿ ਨਹੀਂ ਯਾਰ ਹੁਣ ਬਹੁਤ ਹੋ ਗਿਆ, ਮਤਲਬ ਕਿਉਂਕਿ ਤੁਹਾਡੇ ਅੰਦਰ ਕੰਮ ਕਰਨ ਦੀ ਇੱਛਾ ਸੀ ਨਾ, ਤੁਸੀਂ ਥੀਏਟਰ ਕਰਨਾ ਸਿੱਖਣ ਲਈ ਆਏ ਸੀ। ਸਟ੍ਰਾਈਕ ਨੇ ਜੋ ਮੈਨੂੰ ਮਹਿਸੂਸ ਹੁੰਦਾ ਕਿ ਡਿਪਾਰਟਮੈਂਟ ਨੂੰ ਜਗਾਤਾ, ਕੰਪਲੀਟਲੀ ਡਿਪਾਰਟਮੈਂਟ ਨੂੰ ਜਗਾਤਾ ਕਿ ਨਹੀਂ ਯਾਰ ਇਹਨਾਂ ਨਾਲ ਕੁਝ ਕਰਨਾ ਹੀ ਪੈਣਾ। ਬਿਲਕੁਲ ਮੈਡਮ ਬਹਿਲ ਉਹਦੇ ਨਾਲ ਸਾਡੇ ਪ੍ਰੋਫੈਸਰ। ਹੋਰ ਕੌਣ ਸੀ ਫੈਕਲਟੀ 'ਚ ਉਦੋਂ, ਕਿਹੜੇ ਟੀਚਰਸ ਨਾਲ ਤੁਸੀਂ ਕੰਮ ਕੀਤਾ? ਡਾਇਰੈਕਟਰ ਆਪਣੇ ਉੱਪਲ ਮੈਡਮ ਸੀਗੇ, ਠੀਕ ਹੈ, ਤੇ ਮੈਡਮ ਬਹਿਲ ਦਾ ਡਿਪਾਰਟਮੈਂਟ ਸੀ। ਹਾਂਜੀ, ਤੇ ਸੁਨੀਤਾ ਧੀਰ ਜੀ ਸੀ, ਪ੍ਰਕਾਸ਼ ਸਿਆਲ ਜੀ ਸਨ, ਕ੍ਰਿਸ਼ਨ ਦਵੇਦੀ ਜੀ ਸਨ, ਤੇ ਜੋਗੇਸ਼ ਗੰਭੀਰ ਜੀ। ਸੋ ਇਹ ਸਾਰੇ ਪ੍ਰੋਫੈਸਰ ਸਾਡੇ ਬਹੁਤ ਜ਼ਿਆਦਾ ਸਟਾਫ ਸੀ। ਹਾਂਜੀ ਬਿਲਕੁਲ। ਉਸ ਤੋਂ ਤੁਸੀਂ ਵਿਜ਼ਿਟਿੰਗ ਡਾਇਰੈਕਟਰਸ ਨਾਲ ਵੀ ਕੰਮ ਕੀਤਾ? ਜਿੱਦਾਂ ਆਪਣੇ ਡਿਪਾਰਟਮੈਂਟ ਦੇ ਵਿੱਚ ਇੱਕ ਪ੍ਰਥਾ ਕਿ ਆਪਾਂ ਬਾਹਰੋਂ ਡਾਇਰੈਕਟਰਸ ਬੁਲਾਉਂਦੇ ਆ ਤੇ ਉਹਨਾਂ ਦਾ ਕੰਮ ਕਰਦੇ ਆ, ਤੁਸੀਂ ਉਹਨਾਂ ਕਿਹਨਾਂ ਸ਼ਖਸੀਅਤਾਂ ਨਾਲ ਕੰਮ ਕੀਤਾ? ਸਭ ਤੋਂ ਵੱਧ ਇੰਪੋਰਟੈਂਟ ਜਿਨ੍ਹਾਂ ਦੇ ਵਿੱਚ ਨਾਦਰਿਆ ਬੱਬਰ, ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ। ਮੈਡਮ ਬਹਿਲ ਨੇ ਬਣਾਏ ਪ੍ਰਸੰਨਾ ਜੀ ਆਏ ਸਾਡੇ ਨਾਲ, ਅਸੀਂ ਉਹਨਾਂ ਦੇ ਨਾਲ ਕੰਮ ਕੀਤਾ, ਤੇ that was great moments। ਉਸ ਤੋਂ ਇਲਾਵਾ ਹੋਰ ਵੀ ਕੋਈ ਖਾਸ ਜਿਹੜੀਆਂ ਤੁਹਾਡੀਆਂ ਉਸ ਟਾਈਮ ਦੀਆਂ ਪ੍ਰੋਡਕਸ਼ਨ ਸੀਗੀਆਂ ਜਿਨ੍ਹਾਂ ਤੁਸੀਂ ਜ਼ਿਕਰ ਕਰਨਾ ਚਾਹੋਗੇ? ਪ੍ਰੋਡਕਸ਼ਨ ਸਭ ਤੋਂ ਪਹਿਲਾਂ ਬਲਾਜ ਪੰਡਤ ਜੀ ਤੋਂ ਸਫ਼ਰ ਸਾਡਾ ਸ਼ੁਰੂ ਹੋਇਆ। ਉਹਦੇ ਵਿੱਚ ਉਹਨਾਂ ਨੇ ਵੰਨਗੀਆਂ ਸਾਨੂੰ ਪਤਾ ਨਹੀਂ ਸੀ, ਕਰਕੇ ਵੀ ਆਏ ਸੀ ਥੀਏਟਰ, ਬਟ ਵੀ ਵਰ ਨਾਟ ਅਵੇਅਰ ਕਿ ਵੰਨਗੀਆਂ ਕੀ ਹੁੰਦੀਆਂ। ਉਹਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਪੁਰਾਣੇ ਜਿਹੜੇ ਲੇਖਕ ਪੰਜਾਬੀ ਦੇ, ਜਿਵੇਂ ਭਾਈ ਵੀਰ ਸਿੰਘ ਹੋ ਗਿਆ, ਧਨੀ ਰਾਮ ਚਾਤ੍ਰਿਕ ਜੀ ਹੋ ਗਏ, ਅਮ੍ਰਿਤਾ ਪ੍ਰੀਤਮ, ਉਹਨਾਂ ਦੀ ਡੀਸੈਂਟ ਪੋਇਟਰੀ ਜਿਹਨਾਂ ਨੂੰ ਅਸੀਂ ਮੰਚ ਤੇ ਸੁਸ਼ੋਭਿਤ ਕਰ ਸਕਦੇ ਹਾਂ, ਜਿਹਨੂੰ ਅਸੀਂ ਮੰਚ ਤੇ ਐਕਟਰਸ ਦੇ ਥਰੂ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹ ਪੋਇਟਰੀ ਤੋਂ ਸਾਡਾ ਸਫ਼ਰ ਜਿਹੜਾ ਰੰਗਮੰਚ ਦਾ ਉਹ ਡਿਪਾਰਟਮੈਂਟ 'ਚ ਸ਼ੁਰੂ ਹੋਇਆ। ਔਰ ਉਸ ਵੰਨਗੀਆਂ ਤੋਂ ਬਾਅਦ ਜਿਹੜਾ ਬਾਕੀ ਦਾ ਟਾਈਮ ਹੁੰਦਾ ਸੀਗਾ, ਉਹਦੇ ਵਿੱਚ ਅਸੀਂ ਵੀਡੀਓਜ਼ ਦੇਖਣੀਆਂ, ਫਿਲਮਿੰਗ ਸ਼ੁਰੂ ਹੋਈ, ਦੇਖਣੀ ਹਾਲੀਵੁੱਡ ਦੀਆਂ ਆਸਕਰ ਮੂਵੀਜ਼। ਉਸ ਤੋਂ ਬਾਅਦ ਵਿਚਾਰ ਚਰਚਾ ਸ਼ੁਰੂ ਹੋਣੀ ਡਿਪਾਰਟਮੈਂਟ 'ਚ ਬੈਠ ਕੇ, ਗੱਦਿਆਂ ਤੇ ਬੈਠ ਕੇ, ਕਿ ਇਸ ਪੂਰੀ ਡਿਸਕਸ਼ਨ ਸਟੂਡੀਓ ਦੇ ਵਿੱਚ। ਅੱਜ ਵੀ ਯਾਦ ਆ, ਸਭ ਤੋਂ ਵੱਡੀ ਡਿਸਕਸ਼ਨ ਅਸੀਂ ਰੇਨ ਮੈਨ ਮੂਵੀ ਦੇਖੀ ਸੀ, ਡਸਟਨ ਹਾਫਮੈਨ ਦੀ, and we really loved it and we discussed in the department almost 2-3 hours। ਉਸ ਤੋਂ ਬਾਅਦ ਡਿਪਾਰਟਮੈਂਟ ਨੂੰ ਮੌਕਾ ਮਿਲਿਆ ਕਿ ਯਾਰ ਸਾਰੇ ਮੁੰਡੇ ਕੰਮ ਕਰਨ ਵਾਲੇ ਆ, ਤੇ ਯੋਗੇਸ਼ ਗੰਭੀਰ ਦੀ ਸਭ ਤੋਂ ਪਹਿਲਾਂ ਅੱਗੇ ਪ੍ਰੋਡਕਸ਼ਨ ਕਰਾਉਣ ਲਈ ਅਸੀਂ ਫਿਰ ਉਹਨਾਂ ਦੇ ਨਾਲ ਪ੍ਰੋਡਕਸ਼ਨ ਪਹਿਲੀ ਜਿਹੜੀ ਕੀਤੀ, ਆਸ਼ਾੜ ਕਾ ਇੱਕ ਦਿਨ,
ਮੋਹਨ ਰਾਕੇਸ਼ ਜੀ ਮੋਹਨ ਦਾ ਰਾਕੇਸ਼ ਲਿਖਿਆ ਜੀ, ਹਾਂਜੀ। ਹਾਂਜੀ ਬਿਲਕੁਲ ਉਹ ਪ੍ਰੋਡਕਸ਼ਨ ਅਸੀਂ ਕੀਤੀ। ਉਸ ਤੋਂ ਬਾਅਦ ਅਗਲਾ ਸਮੈਸਟਰ ਸ਼ੁਰੂ ਹੋਇਆ। ਦਵੇਦੀ ਸਾਹਿਬ ਵਿਚਾਰੇ ਉਸ ਸਮੇਂ ਪਰਸਨਲ ਟਰਬਲਸ ਦੇ ਵਿੱਚੋਂ ਲੰਘ ਰਹੇ ਸੀਗੇ, ਘਰੇ ਪੈ ਰਹਿੰਦੇ ਸੀਗੇ, ਬਿਸਤਰ ਤੇ ਪਏ, ਆਪਣੀਆਂ ਪ੍ਰੋਬਲਮਸ ਉਹਨਾਂ ਦੇ ਪਰਸਨਲ ਪ੍ਰੋਬਲਮ, ਹਾਂਜੀ ਉਹਨਾਂ ਦੀਆਂ ਡਰਿੰਕਿੰਗ ਜਾਂ ਫੈਮਿਲੀ ਲਾਈਫ ਤੋਂ ਥੋੜਾ ਡਿਸਟਰਬ ਸੀਗੇ। ਤੇ ਅਸੀਂ ਸ਼ਾਮ ਨੂੰ ਜਦੋਂ ਸਾਡੀਆਂ ਕਲਾਸਾਂ ਵਗੈਰਾ ਖਤਮ ਹੋਣੀਆਂ, ਕਦੇ ਮੈਂ ਤੇ ਆਪਣੇ ਉਹਨੇ ਪਵਨ ਨੇ, ਕਦੇ ਪਵਨ ਤੇ ਡੋਲੀ ਨੇ, ਕਦੇ ਡਿੰਪੀ ਨੇ, ਅਸੀਂ ਉਹਨਾਂ ਦੇ ਘਰੇ ਜਾ ਕੇ ਸਰਾਣੇ ਜਾ ਕੇ ਬਹਿ ਜਾਣਾ ਉਹਨਾਂ ਦੇ, ਕਿਉਂਕਿ ਤੁਹਾਡੇ ਚ ਸਿੱਖਣ ਦੀ ਇੱਕ ਤਾਂਘ ਸੀ, ਤੁਹਾਨੂੰ ਸੀ ਜੇ ਤੁਹਾਨੂੰ ਸੀਗਾ ਵੀ ਜੇ ਉਹ ਨਹੀਂ ਮਤਲਬ ਸਾਡੇ ਕੋਲ, ਅਸੀਂ ਉਹਨਾਂ ਕੋਲ ਸਿੱਖਣ ਜਾਈਏ। ਬਹੁਤ ਹਾਂ ਬਿਲਕੁਲ ਬਿਲਕੁਲ ਠੀਕ ਹੈ। ਉਹਨਾਂ ਨੂੰ ਮੋਟੀਵੇਟ ਕਰਤਾ ਸੀ ਵਿਦਿਨ 2.5 months, ਤੇ ਉਹ ਉੱਠ ਕੇ ਡਿਪਾਰਟਮੈਂਟ ਆਉਣਾ ਸ਼ੁਰੂ ਹੋ ਗਏ। ਵੀ ਵਰ ਸੋ ਗਲੈਡ, ਉਹ ਟੈਲੈਂਟਡ ਟੀਚਰ ਸੀ, ਹਾਂਜੀ। ਵੀ ਯਾਰ ਐਡੇ ਧਨੰਤਰ ਬੰਦੇ ਜਿਹੜੇ ਮੰਚ ਤੇ ਬੈਠੇ, ਉਹ ਮੰਜੇ ਤੇ ਪਏ ਆ, ਤੇ ਆ ਕੇ ਉਹਨਾਂ ਨੇ ਫਿਰ ਇੰਟਰਨੈਸ਼ਨਲ ਫੇਮ ਦਾ ਜਿਹੜੀ ਪ੍ਰੋਡਕਸ਼ਨ ਚੱਕੀ ਅਸੀਂ, ਔਰ ਉਸੇ ਵਜ੍ਹਾ ਕਰਕੇ ਮੈਨੂੰ ਇੱਥੇ ਯੂਨੀਵਰਸਿਟੀ ਚ ਐਡਮਿਸ਼ਨ ਵੀ ਮਿਲੀ, ਉਸ ਪ੍ਰੋਡਕਸ਼ਨ ਦੀ ਵਜ੍ਹਾ ਕਰਕੇ। ਤੁਹਾਨੂੰ ਦੱਸਾਂ, ਅੱਛਾ, ਉਸ ਪ੍ਰੋਡਕਸ਼ਨ ਕਰਕੇ ਤੁਹਾਨੂੰ ਅਮਰੀਕਾ ਯੂਨੀਵਰਸਿਟੀ ਦੇ ਵਿੱਚ? ਹਾਂਜੀ ਬਿਲਕੁਲ। ਭਾਜੀ ਤੁਸੀਂ ਥੀਏਟਰ ਦਾ ਇੰਨਾ ਵੱਡਾ ਸਮੁੰਦਰ ਜਦੋਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਮਤਲਬ ਲਿਆ, ਇੰਨਾ ਕੰਮ ਕੀਤਾ 89 ਤੋਂ 92 ਤੱਕ, ਇਹਨਾਂ ਸਾਲਾਂ ਦੇ ਵਿੱਚ, ਉਹ ਸਾਰੀ ਚੀਜ਼ ਨੇ ਮੇਰੇ ਖਿਆਲ ਤੁਹਾਡੇ ਚ ਊਰਜਾ ਪੈਦਾ ਕਰਕੇ ਤੁਹਾਨੂੰ ਅਮਰੀਕਾ ਲਈ ਸ਼ੁਰੂ ਕਰਤਾ ਹੈ ਨਾ, ਜਾਣ ਲਈ ਤੁਹਾਡਾ ਮਨ ਬਣਾਤਾ। ਇੱਕ ਸਵਾਲ ਮੇਰੇ ਮਨ ਚ ਆ ਰਿਹਾ, ਦਰਸ਼ਕਾਂ ਦੇ ਵੀ ਆ ਰਿਹਾ ਹੋਣਾ, ਤੁਸੀਂ ਅਮਰੀਕਾ ਗਏ, ਬੱਚੇ ਹੁਣ ਵੀ ਜਾ ਰਹੇ ਨੇ, ਉਸ ਟਾਈਮ ਵੀ ਜਾ ਰਹੇ ਸੀ, ਇੱਕ ਸੁਪਨੇ ਹੁੰਦੇ ਆ, ਮੇਰੇ ਮਨ ਚ ਵੀ ਹੋਣਗੇ, ਹੋਰਾਂ ਦੇ ਮਨ ਚ ਵੀ, ਅਸੀਂ ਅਮਰੀਕਾ ਜਾਣਾ, ਕੈਨੇਡਾ ਜਾਣਾ, ਅਸੀਂ ਉੱਥੇ ਚਕਾਚੌਂਧ ਗੱਡੀਆਂ ਵੱਡੀਆਂ, ਵੱਡੇ ਕਾਰ, ਸਾਰਾ ਕੁਛ, ਇੰਡੀਆ ਜਾ ਕੇ ਪੈਸਾ ਇਨਵੈਸਟ ਕਰਨਾ, ਉਹ ਜਿਹੜਾ ਸਾਰਾ ਤਾਮ ਝਾਮ ਦਿਮਾਗ ਚ ਤੁਹਾਡੇ ਵੀ ਹੋਣਾ ਮੇਰੇ ਖਿਆਲ, ਐਜ਼ ਏ ਮਤਲਬ ਯੰਗ ਲੜਕਾ ਹੀ ਸੀ ਉਦੋਂ, ਉਸ ਟਾਈਮ ਤਾਂ ਮਤਲਬ ਉਹ ਤੁਹਾਨੂੰ ਲੱਗਦਾ ਸੀ ਉਸ ਗਰਮਜੋਸ਼ੀ ਨਾਲ ਕਿ ਮੈਂ ਇੰਨੇ ਪੈਸੇ ਕਮਾਉਣੇ ਨੇ, ਤੁਹਾਨੂੰ ਉਸ ਟਾਈਮ ਵੀ ਥੀਏਟਰ ਦਾ ਹੀ ਲੱਗ ਰਿਹਾ ਸੀ ਕਿ ਥੀਏਟਰ ਕਰਨਾ? ਖੈਰ ਓਨੈਸਟਲੀ ਤੁਹਾਨੂੰ ਮੈਂ ਕਹਾਂ ਕਿ ਮੇਰਾ ਮਨ ਅਮਰੀਕਾ ਆਉਣ ਦਾ ਤਾਂ ਬਿਲਕੁਲ ਵੀ ਨਹੀਂ ਸੀਗਾ। ਅੱਛਾ। ਪਰ ਜਦੋਂ ਸੀਗਾ ਕਿ ਮੈਂ ਪਹੁੰਚ ਜਾਣਾ ਜਾਂ ਜਾਣਾ, ਉਸ ਸਮੇਂ ਡ੍ਰੀਮ ਤਾਂ ਹੁੰਦੀ ਆ ਕਿ ਯਾਰ ਐਡੇ ਵੱਡੇ ਸੰਸਾਰਿਕ ਸ਼ਕਤੀ ਦੇ ਮਹਾਦੇਸ਼ ਦੇ ਵਿੱਚ ਜਾ ਰਹੇ ਹੋ। ਹਾਂਜੀ, ਹਾਂ ਬਿਲਕੁਲ, ਚਕਾਚੌਂਧ। ਔਰ ਉਤਰਿਆ ਵੀ ਮੈਂ ਨਿਊਯਾਰਕ, ਜਿਹੜਾ ਵਰਲਡ ਟ੍ਰੇਡ ਗੜਾ ਜਿਹੜਾ ਨਾ, ਜਿੱਥੇ ਦੁਨੀਆ ਦਿਨੇ ਸੌਂਦੀ ਆ ਨਾ ਰਾਤ ਨੂੰ ਸੌਂਦੀ ਆ। ਸੋ ਆਈ ਲੈਂਡਡ ਇਟ ਆਲ ਦ ਵੇ ਡਾਊਨ ਫਰਮ ਇੰਡੀਆ। ਤੇ ਉੱਥੋਂ ਆ ਕੇ ਜਿਹੜੀ ਮੇਰੀ ਪਹਿਲੀ ਜੌਬ ਲੱਗੀ, ਉਹ ਇੱਕ ਸਟੋਰ ਤੇ ਲੱਗੀ। ਔਰ ਕਿੱਥੇ ਲੱਗੀ? ਸਟੋਰ ਤੇ, ਹਾਂ, ਲਾਈਕ ਕਨਵੀਨੀਅੰਸ ਸਟੋਰ ਕਹਿ ਲਓ, ਉੱਥੇ ਸਭ ਕੁਝ, ਜਿਵੇਂ ਆਪਣੇ ਵਾਲਮਾਰਟ ਕਹਿ ਲਓ। ਔਰ ਉੱਥੇ ਜਦੋਂ ਇੰਟਰਵਿਊ ਹੋਈ ਮੇਰੀ, ਉੱਥੇ ਸਾਊਥ ਇੰਡੀਅਨ ਮੈਨੇਜਰ ਸੀਗਾ, ਜੂਸ਼ ਜਿਹੜਾ ਓਨਰ ਸੀਗਾ ਉਹਦਾ, ਤੇ ਅਗਲੇ ਦਿਨ ਮੈਂ ਕੰਮ ਸ਼ੁਰੂ ਕਰਨਾ ਸੀ, ਤੇ ਸਵੇਰੇ ਉਹਨਾਂ ਨੇ ਮੈਨੂੰ ਇੱਕ ਵੱਡਾ ਸਾਰਾ ਮੌਪ ਤੇ ਇੱਕ ਵੱਡੀ ਸਾਰੀ ਬਕਟ ਦੇ ਦਿੱਤੀ, ਤੇ ਮੈਨੂੰ ਕਹਤਾ ਵੀ ਇੱਥੋਂ ਤੇ ਲੈ ਕੇ ਉੱਥੇ ਤੱਕ ਤੈਂ ਸਾਰਾ ਪੋਚਾ ਮਾਰਨਾ। ਉਹ ਪਹਿਲਾ ਦਿਨ, ਓ ਮਾਈ ਗॉड, ਮੈਂ ਉਸ ਸਟੋਰ ਦੇ ਵਿੱਚ ਕਿੱਦਾਂ ਕੱਢਿਆ ਤੈਨੂੰ ਮੈਂ ਦੱਸ ਨਹੀਂ ਸਕਦਾ ਗੋਲਡੀ। ਮੈਂ ਕਿਹਾ ਯਾਰ ਓ ਮਾਈ ਗॉड, ਆ ਕਿੱਥੇ ਆ ਕੇ ਫਸ ਗਿਆ ਮੈਂ। ਤੇ ਬਿਲਕੁਲ, ਕਿਉਂਕਿ ਹੋਰ ਤਰ੍ਹਾਂ ਦੇ ਸੁਪਨੇ ਹੁੰਦੇ ਆਪਾਂ ਨੂੰ। ਹਾਂਜੀ, ਇੱਕ ਹੋਰ ਪੰਜਾਬੀ ਉਹ ਮੇਰੇ ਕੋਲ ਆਇਆ ਹੱਸ ਕੇ, ਕਹਿੰਦਾ ਕੋਈ ਗੱਲ ਨਹੀਂ, ਹੌਲੀ ਹੌਲੀ ਆਦਤ ਪੈ ਜਾਊਗੀ। ਆਦਤ ਪਈ, ਤੇ ਕਹਿੰਦੇ ਆ ਵੀ ਲਗਨ ਜਿਹੜੀ ਆ ਉਹ ਹਮੇਸ਼ਾ ਆਪਣੀ ਡੈਡੀਕੇਸ਼ਨ ਜਿਹੜੀ ਆ ਤੁਸੀਂ ਕੰਪਲੀਟਲੀ ਉੱਤੇ ਦਿਓ। ਤੇ ਆਫਟਰ 3 ਮਹੀਨਿਆਂ ਦੇ ਬਾਅਦ ਮੈਂ ਉੱਥੇ ਅਸਿਸਟੈਂਟ ਮੈਨੇਜਰ ਉਸ ਸਟੋਰ ਦਾ ਬਣ ਗਿਆ। ਅੱਛਾ। ਤੇ ਹਾਂਜੀ ਬਿਲਕੁਲ। ਤੇ ਉਸ ਤੋਂ ਬਾਅਦ ਲੱਗਿਆ ਵੀ ਯਾਰ ਪੈਸੇ ਥੋੜੇ ਘੱਟ ਬਣਦੇ ਆ। ਦੈਨ ਇੱਕ ਹੋਰ ਓਪਰਚੁਨਿਟੀ ਆ ਗਈ, ਇੱਕ ਫੈਕਟਰੀ ਦੇ ਵਿੱਚ ਕੰਮ ਕੀਤਾ। ਦੈਟ ਵਾਜ਼ ਅ ਫ੍ਰੈਂਚ ਫੈਕਟਰੀ, ਮੈਨੂਫੈਕਚਰਿੰਗ ਯੂਨਿਟ ਸੀਗਾ, ਮਸ਼ੀਨ ਤੇ 8-8 ਘੰਟੇ। ਮਤਲਬ ਤੁਸੀਂ ਵੀ ਉਦਾਂ ਹੀ ਕੰਮ ਕੀਤਾ ਜਿੱਦਾਂ ਆਮ ਲੋਕ, ਆਮ ਬੰਦਾ ਜਾ ਕੇ ਦਿਹਾੜੀਆਂ ਕਰਦਾ, ਜਾਂ ਜਿੱਦਾਂ ਦਾ ਵੀ ਉਧਰ ਕਲਚਰ ਹੈ, ਵਰਕ ਕਲਚਰ ਹੈ, ਤੁਸੀਂ ਵੀ ਉਦਾਂ ਹੀ ਕੰਮ ਕੀਤਾ। ਜਦੋਂ ਮੈਂ ਤੁਸੀਂ ਥੀਏਟਰ, ਹਾਂ ਮੈਂ ਤੁਹਾਨੂੰ ਉੱਥੇ ਆ ਰਿਹਾ, ਜਦੋਂ ਸਟੋਰ ਤੇ ਕੰਮ ਕਰ ਰਿਹਾ ਸੀਗਾ, ਤਾਂ ਇੱਕ ਪਾਰਟ ਟਾਈਮ ਸਟੂਡੈਂਟ ਇੰਡੀਆ ਤੋਂ ਜਿਹੜਾ ਕੰਪਿਊਟਰ ਇੰਜੀਨੀਅਰਿੰਗ ਕਰਨ ਆਇਆ ਹੋਇਆ ਸੀਗਾ, ਉਸੇ ਸਟੋਰ ਚ ਉਹਨੇ ਜੌਬ ਲਈ ਪਾਰਟ ਟਾਈਮ, ਉਹਨਾਂ ਦਾ ਹਿਸਾਬ ਕਰਨ ਲਈ, ਅਕਾਊਂਟਸ ਵਗੈਰਾ ਕਰਨ ਲਈ। ਉਹਨੇ ਦੇਖਿਆ ਸਮਹਾਉ ਇੱਕ ਫੀਲਿੰਗ ਹੁੰਦੀ ਆ, ਤੁਹਾਡੀ ਟਰੂ ਫੀਲਿੰਗ ਤੁਹਾਨੂੰ ਆਪਣੇ ਆਪ ਉਧਰ ਨੂੰ ਲੈ ਕੇ ਜਾਂਦੀ ਹੈ। ਤੇ ਉਹ ਮੈਨੂੰ ਕਹਿੰਦਾ ਯਾਰ ਭਾਜੀ ਤੁਸੀਂ ਆਹ ਕੰਮ ਕਰਨ ਦਾ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਹ ਕੰਮ ਲਾਈਕ ਕਰਦੇ ਹੋ ਜਾਂ ਤੁਹਾਡੇ ਤੋਂ। ਉਹਨੇ ਮੇਰੀ ਇੰਟਰੋਡਕਸ਼ਨ ਲਈ, ਮੈਨੂੰ ਮੇਰੀ ਬੈਕਗਰਾਉਂਡ ਪੁੱਛੀ, ਮੈਂ ਦੱਸਿਆ ਆਹ ਕੁਛ ਕੀਤਾ ਹੋਇਆ। ਉਹ ਮੈਨੂੰ 1 ਹਫ਼ਤੇ ਦੇ, ਮੇਰੇ ਕੋਲ ਉਦੋਂ ਕਾਰ ਵੀ ਹੈ ਨਹੀਂ ਸੀ, ਮੈਂ ਬੱਸ ਚ ਜਾਂਦਾ ਸੀ, ਬੱਸ ਚ ਆਉਂਦਾ ਸੀਗਾ, ਬਿਲਕੁਲ ਸਟਰਗਲਰ ਟਾਈਪ ਸੀ। ਹਾਂਜੀ, 1.5 ਸਾਲ ਹੋਇਆ ਸੀ ਮੈਨੂੰ ਉੱਥੇ ਸਟੋਰ ਤੇ ਲੱਗੇ ਨੂੰ। ਤੇ ਉਹ ਮੈਨੂੰ ਕਹਿੰਦਾ ਵੀ ਤੁਸੀਂ ਨਾ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਆਓ ਕੱਲ ਨੂੰ। ਮੈਂ ਕਿਹਾ ਵੀ ਦੱਸੋ। ਕਹਿੰਦਾ ਭਾਜੀ ਤੁਸੀਂ ਪਲੀਜ਼ ਪੜ੍ਹਨਾ ਸ਼ੁਰੂ ਕਰ ਦਿਓ। ਮੈਂ ਮਤਲਬ ਸੋਚ ਹੀ ਨਹੀਂ ਸਕਦਾ
ਵੀ ਇੱਕਦਮ ਇੱਕ ਝਟਕਾ ਜਿਹਾ ਮੈਨੂੰ ਲੱਗਿਆ ਕਿ ਯਾਰ ਮੈਂ ਕਿੱਧਰੋਂ ਜਾ ਰਿਹਾ। ਐਨੀਵੇ ਉਹਨੇ ਹਿੰਮਤ ਕਰਕੇ ਕਾਰ 'ਚ ਮੈਨੂੰ ਬਿਠਾਇਆ ਜਿਸ ਇੰਸਟੀਚਿਊਟ ਦੇ ਵਿੱਚ, ਦੈਟ ਇਜ਼ ਨੋਨ ਇੰਸਟੀਚਿਊਟ ਆਫ ਨਿਊਯਾਰਕ ਇੰਸਟੀਚਿਊਟ ਆਫ ਟੈਕਨੋਲੋਜੀ। ਮੈਂ ਆਪਣੇ ਸਾਰੇ ਸਰਟੀਫਿਕੇਟਾਂ ਦਾ ਪਲੰਦਾ ਫਾਈਲ ਦੇ ਵਿੱਚ ਲਾ ਕੇ ਉਹ ਮੈਨੂੰ ਨਾਲ ਲੈ ਗਿਆ। ਮੈਂ ਐਡਮਿਸ਼ਨ ਆਫਿਸ ਲੈ ਕੇ ਉਹਨਾਂ ਨੇ ਸਾਰੀਆਂ ਕਾਪੀਆਂ ਕਰਕੇ ਰੱਖ ਲਈਆਂ ਔਰ ਮੈਨੂੰ ਇੱਕ ਐਪਲੀਕੇਸ਼ਨ ਭਰ ਲਈ। ਤੇ ਜਦੋਂ ਹਫ਼ਤੇ ਬਾਅਦ ਉਹਨਾਂ ਦੀ ਮੈਨੂੰ ਲੈਟਰ ਆਈ ਕਿ ਤੇਰੀਆਂ ਸਾਰੀਆਂ ਡਿਗਰੀਆਂ ਐਕਸੈਪਟਡ ਨੇ, ਪਰ ਅਕੋਰਡਿੰਗ ਟੂ ਅਮਰੀਕਨ ਸਟੈਂਡਰਡ ਤੈਨੂੰ ਇੱਥੋਂ ਸ਼ੁਰੂ ਕਰਨਾ ਪੈਣਾ। ਮੇਰੇ ਖੁਸ਼ੀ ਦੀ ਕੋਈ ਹੱਦ ਨਹੀਂ। ਜ਼ੀਰੋ ਤੋਂ ਸ਼ੁਰੂ ਕਰਨਾ ਮਤਲਬ ਬਿਲਕੁਲ ਨਾਟ ਜ਼ੀਰੋ, ਲਿਟਲ ਬਿਟ ਕ੍ਰੈਡਿਟਸ ਉਹਨਾਂ ਨੇ ਦਿੱਤੇ। ਯੈਸ ਯਾਰ, ਪਰ ਨਾਲ ਹੀ ਥੱਲੇ ਉਹਨਾਂ ਨੇ ਇੱਕ ਫੀਸ ਸਟਰਕਚਰ ਦੇਤਾ। ਆਮ ਟਾਕਿੰਗ ਅਬਾਊਟ 94 ਦੀ ਗੱਲ ਕਰ ਰਿਹਾ, 94 ਲਾਸਟ ਦਸੰਬਰ, ਕਿ ਨੈਕਸਟ ਜਨਵਰੀ ਦੇ ਵਿੱਚ ਐਡਮਿਸ਼ਨ ਲੈ ਲੈਣੀ ਹੈ। ਤੇ ਜਦੋਂ ਉਹਨਾਂ ਨੇ ਫੀਸ ਦਾ ਸਟਰਕਚਰ ਦੇਖਿਆ ਤੇ ਫਿਰ ਮੈਂ ਢਿੱਲਾ ਹੋ ਕੇ ਬਹਿ ਗਿਆ। ਬਿਲਕੁਲ ਉਸ ਫਾਈਨੈਂਸ਼ੀਅਲੀ ਜਿਹੜਾ ਹੈ ਹੁਣ ਉਹੀ 4000 12000 ਦੇ ਬਰਾਬਰ ਆ ਉਹੀ ਫੀਸ, ਅੱਜ ਤੋਂ ਕਿੰਨੇ ਸਾਲ ਪਹਿਲਾਂ। ਉਸ ਵਿੱਚ 4000 ਮੈਂ $150 $200 ਵੀਕ ਦਾ ਆਪਣੀ ਜੇਬ ਚ ਪਾਉਣ ਵਾਲਾ ਮੈਂ ਜੀ ਮਤਲਬ ਢਿੱਲਾ ਹੋ ਕੇ ਬੈਠ ਗਿਆ। ਬਟ ਜਿਹੜਾ ਟਰਨਿੰਗ ਪੁਆਇੰਟ ਮੇਰੀ ਜ਼ਿੰਦਗੀ ਚ ਉਸ ਇੰਸਟੀਚਿਊਟ ਨੇ ਮੈਨੂੰ ਦਿੱਤਾ, ਜਦੋਂ ਮੈਂ ਉੱਥੋਂ ਦੀਆਂ ਸੜਕਾਂ ਤੋਂ ਫੁੱਲਾਂ ਲੱਦੇ ਜਿਹੜੇ ਬਾਗ ਸੀ ਨਿਕਲਿਆ, ਤਾਂ ਉਸ ਡੋਰ ਤੋਂ ਨਿਕਲਣ ਲੱਗਿਆ ਗੋਲਡੀ ਮੈਂ ਆਪਣੇ ਮਨ ਚ ਧਾਰ ਲਿਆ ਸੀ ਕਿ ਮੈਂ ਆਪਣੇ ਆਪ ਨੂੰ ਇੱਕ ਦਿਨ ਇਸ ਮੰਚ ਦੇ ਨਾਲ ਜੋੜੂੰਗਾ ਜ਼ਰੂਰ। ਹਾਂ, ਔਰ ਉਸ ਜੋੜਨ ਦੀ ਜਿਹੜੀ ਤਲਬ ਸੀ ਉਹਨੂੰ ਲੱਗ ਤਾਂ ਗਏ 12 ਸਾਲ, ਬਟ I did not leave my passion to do that, and then ultimately I jumped into 2008. Yes. ਬਹੁਤ ਵਧੀਆ, ਬਹੁਤ ਵਧੀਆ। ਭਾਜੀ ਜਦੋਂ ਤੁਸੀਂ ਮਤਲਬ ਗਏ, ਜਾਣ ਤੋਂ ਲੈ ਕੇ ਤੁਸੀਂ ਕੋਈ ਥੀਏਟਰ ਦੇਖਿਆ ਉੱਥੇ ਦਾ, ਜਾਂ ਤੁਹਾਨੂੰ ਕਦੇ ਲੱਗਿਆ ਵੀ ਕੰਮ ਦੇ ਨਾਲ ਕੋਈ ਐਕਟਿੰਗ ਜੁਆਇਨ ਕਰਾਂ, ਗਰੁੱਪ ਜਾਂ ਕੁਛ ਏਦਾਂ ਦਾ ਕੋਈ ਥੋੜਾ ਜਿਹਾ ਮਤਲਬ ਅੰਦਰੋਂ ਨਿਕਲਿਆ ਚਿੰਗਾਰੇ ਦੇ ਵੀ ਕਿ ਮੈਨੂੰ ਕੋਈ ਨਾਟਕ ਦੇਖਣਾ ਚਾਹੀਦਾ ਹੈ ਜਾਂ ਮੈਂ ਨਾਟਕ ਕਰਨਾ ਚਾਹੀਦਾ, ਕੁਛ ਏਦਾਂ ਦਾ? ਹਾਂ ਬਿਲਕੁਲ ਗੋਲਡੀ। ਜਦੋਂ ਮੇਰੀ ਜੌਬ ਫੈਕਟਰੀ ਦੇ ਵਿੱਚ ਲੱਗੀ ਤਾਂ ਸਮਹਾਉ ਫੈਕਟਰੀ ਜਿਹੜੀ ਆ ਉਹ ਫਰਾਂਸ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਸੀ। ਉਹਨਾਂ ਦਾ ਹੈੱਡਕੁਆਰਟਰ ਤੋਂ ਫੋਨ ਆ ਗਿਆ ਕਿ ਕੰਪਨੀ ਬੰਦ ਹੋ ਰਹੀ ਹੈ। ਉਹ ਕੰਪਨੀ ਬੰਦ ਹੋਈ ਤੇ ਮੈਨੂੰ ਹੋਰ ਕੋਈ ਚਾਰਾ ਨਹੀਂ ਸੀਗਾ, ਤੇ ਮੈਨੂੰ ਲਿਮੋਜ਼ਿਨ ਚਲਾਉਣ ਦਾ, ਜਿਹਨੂੰ ਆਪਾਂ ਟੈਕਸੀ ਕਹਿੰਦੇ ਆ, ਟੈਕਸੀ, ਬਲੈਕ ਟੈਕਸੀ ਨਿਊਯਾਰਕ ਦੇ ਵਿੱਚ, ਉਹ ਚਲਾਉਣ ਦਾ ਮੈਨੂੰ ਮੌਕਾ ਮਿਲਿਆ ਉੱਥੇ ਨਿਊਯਾਰਕ ਦੇ ਵਿੱਚ। ਸਮਹਾਉ ਉਹ ਕੰਪਨੀ ਜਿਹੜੀ ਸੀ ਜਿਹਦੇ ਵਿੱਚ ਮੇਰੀ ਹਾਇਰਿੰਗ ਹੋਈ, ਮੈਂ ਤੇ ਇੱਕ ਹੋਰ ਇੰਡੀਅਨ ਸੀ, ਓਨਲੀ 2 ਇੰਡੀਅਨਸ, ਬਾਕੀ ਸਾਰੇ ਗੋਰੇ। ਅੱਛਾ। ਤੇ ਉਹ ਜਿਹੜੀ ਕੰਪਨੀ ਸੀ ਉਹ ਡੀਲ ਕਰਦੀ ਸੀ ਹਾਲੀਵੁੱਡ ਦੇ ਡਾਇਰੈਕਟਰਸ ਨੂੰ, ਐਕਟਰਸ ਨੂੰ, ਤੇ ਬ੍ਰੌਡਵੇ ਦੇ ਸਾਰੇ ਐਕਟਰਸ ਨੂੰ। ਅੱਛਾ। ਹਾਂ ਬਿਲਕੁਲ, ਉਹਨਾਂ ਦਾ ਜਿਹੜਾ ਡੀਲ ਸੀ ਸਿਰਫ ਫਿਲਮ ਇੰਡਸਟਰੀ ਤੇ ਥੀਏਟਰ ਇੰਡਸਟਰੀ ਨੂੰ ਹੀ ਉਹ ਪਿਕਅਪ ਕਰਦੇ ਸੀ ਤੇ ਡ੍ਰੌਪ ਕਰਦੇ ਸੀਗੇ। ਹਾਂ, ਤੇ ਮੈਂ ਬ੍ਰੌਡਵੇ ਥੀਏਟਰ ਤਾਂ ਜਾਂਦਾ ਸੀ, ਈਵਨ ਪਹਿਲਾਂ ਵੀ ਜਾਂਦਾ ਸੀਗਾ, ਪਰ ਮੈਨੂੰ ਉਸ ਸਮੇਂ ਦੇ ਵਿੱਚ ਵੱਡੇ ਡਾਇਰੈਕਟਰਸ ਨਾਲ ਰੂਬਰੂ ਕਾਰ ਦੇ ਵਿੱਚ ਹੋਣ ਦਾ ਮੌਕਾ ਮਿਲਿਆ, ਜਿਹੜੇ ਬ੍ਰੌਡਵੇ ਦੇ ਸੁਪਰ ਹਿੱਟ। ਹਾਂ, ਔਰ ਤੁਹਾਡੀ ਇੱਛਾ ਸੀ? ਹਾਂ, ਜਦੋਂ ਮੈਂ ਉਹਨਾਂ ਨੂੰ ਦੱਸਣਾ, ਕਹਿੰਦੇ ਡੂ ਸਮਥਿੰਗ, ਡੋਂਟ ਵੇਟ, ਡੂ ਸਮਥਿੰਗ। ਔਰ ਉਸ ਇੰਸਪਾਇਰ ਕਰਦੇ ਸੀ ਕੰਪਨੀ ਦੇ ਵਿੱਚ ਡਰਾਈਵਰੀ ਨੇ ਮੈਨੂੰ ਹੋਰ ਇੰਸਪਾਇਰ ਕਰਤਾ। ਜਦੋਂ ਮੈਂ ਵੱਡੇ ਥੀਏਟਰ ਹਾਲੀਵੁੱਡ ਦੇ ਐਕਟਰਸ ਤੱਕ ਨੂੰ ਮਿਲਿਆ, ਉਹਨਾਂ ਨੂੰ ਵਿਚਾਰਿਆਂ ਨੂੰ ਡ੍ਰੌਪ ਕਰਦਾ ਸੀ, ਸ਼ੂਟਿੰਗ ਚੱਲ ਰਹੀ ਆ, ਮੇਰੀ ਵੇਟਿੰਗ ਟਾਈਮ ਹੁੰਦੀ ਸੀ ਉੱਥੇ। ਐਂਡ ਦੈਨ ਮਤਲਬ ਦੇ ਆਰ ਸੋ ਡਾਊਨ ਟੂ ਅਰਥ। ਸਾਡੇ ਇੰਡੀਆ ਵਾਲਾ ਸਿਸਟਮ ਨਹੀਂ ਹੈ, ਦੇ ਵਰ ਡਾਊਨ ਟੂ ਅਰਥ। ਟੀਵੀ ਦੇ ਐਕਟਰਸ, ਟੀਵੀ ਦੇ ਡਾਇਰੈਕਟਰਸ, ਇੱਕ ਡਾਇਰੈਕਟਰ ਜਿਹੜਾ ਮਤਲਬ ਨੋਨ ਡਾਇਰੈਕਟਰ ਮਿਸਟਰ ਮਾਈਕਲ ਕੋਰਲੀ ਮਾਈਕਲ, ਉੱਥੇ ਬ੍ਰੌਡਵੇ ਦੇ ਉੱਤੇ, ਉਹਨੂੰ 3 ਜਾਂ 4 ਵਾਰੀ ਮੈਂ ਪਿਕ ਕੀਤਾ। ਉਹਨੇ ਮੈਨੂੰ ਹਮੇਸ਼ਾ ਕਹਿਣਾ, ਮਿਸਟਰ ਸਿੰਘ, ਡੋਂਟ ਵੇਟ, ਡੋਂਟ ਵੇਟ, ਡੋਂਟ ਵੇਟ। ਤੁਹਾਨੂੰ ਮਤਲਬ ਉਹ ਇਨਸਪੀਰੇਸ਼ਨ ਦਿੰਦੇ ਰਹੇ। ਭਾਜੀ ਮੈਂ ਤੁਹਾਨੂੰ ਵਿੱਚੇ ਰੋਕਦੀ ਹਾਂ, ਆਪਣਾ ਅਗਲਾ ਸੈਗਮੈਂਟ ਹੈ ਪੇਸ਼ੇ ਨਜ਼ਰ। ਤੁਸੀਂ ਉਸ ਨਾਟਕ ਬਾਰੇ ਜੋ ਤੁਸੀਂ ਅੱਜ ਕਹਾਣੀ ਪੜ੍ਹਨੀ, ਉਹਦੇ ਬਾਰੇ ਵੀ ਦੱਸੋਗੇ? ਨਾਟਕ ਦੇ ਕੌਣ ਨੇ, ਸੌਰੀ ਕਹਾਣੀ ਦੇ ਰਾਈਟਰ ਕੌਣ ਨੇ? ਇਸ ਕਹਾਣੀ ਦੇ ਰਾਈਟਰ ਨੇ ਮੇਰੇ ਬੈਚਮੇਟ ਜੋ ਲਾ ਕਰਕੇ ਨਿਕਲੇ ਪੰਜਾਬੀ ਯੂਨੀਵਰਸਿਟੀ ਤੋਂ, ਦਲਜੀਤ ਸ਼ਾਹੀ, ਬਹੁਤ ਅੱਛੇ ਸੀ ਲੇਖਕ ਵੀ ਨੇ, ਮੇਰੇ ਕੋਲ ਇੱਥੇ 2 ਵਾਰੀ ਵਿਜ਼ਿਟ ਵੀ USA ਕਰਕੇ ਗਏ ਆ। ਤੇ ਕਹਾਣੀ ਦਾ ਨਾਮ ਹੈ ਕਰੈਕਟਰਲੈਸ। ਠੀਕ ਹੈ ਦੋਸਤੋ, ਦੇਖਦੇ ਹਾਂ ਤੇ ਆਪਣਾ ਤੀਸਰਾ ਸੈਗਮੈਂਟ ਪੇਸ਼ੇ ਨਜ਼ਰ, ਕਹਾਣੀ ਕਰੈਕਟਰਲੈਸ, ਰਾਈਟਰ ਦਲਜੀਤ ਸ਼ਾਹੀ।
बिच घटिया औरत, तू अपने आप ਨੂੰ ਸਮਝਦੀ ਕੀ ਹੈ? ਕਰਨਲ ਸਾਹਿਬ ਨੇ ਮੋਬਾਈਲ ਫੋਨ ਇੱਕ ਕੰਨ ਤੋਂ ਦੂਜੇ ਕੰਨ ਤੇ ਲਾਉਂਦਿਆਂ ਇੱਕ ਵਾਰ ਫੇਰ ਤੋਂ ਗਾਲਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। Call him here, bastard. I will show you. ਬਰਫੀਲੀ ਹਵਾ ਦਾ ਬੁੱਲਾ ਕਰਨਲ ਦੇ ਮੂੰਹ ਨੂੰ ਛੂ ਕੇ ਲੰਘ ਗਿਆ, ਜਿਵੇਂ ਬਰਫ਼ ਉਸ ਨੂੰ ਗੁੱਸੇ ਤੋਂ ਸ਼ਾਂਤ ਕਰਨਾ ਚਾਹੁੰਦੀ ਹੋਵੇ। ਪਹਾੜ ਦੀਆਂ ਚੋਟੀਆਂ ਤੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ। ਹਰਿਆਲੀ ਕਿਧਰੇ ਨਜ਼ਰ ਨਹੀਂ ਆ ਰਹੀ ਸੀ। ਕਦੇ ਕਦੇ ਸਹਿਮਿਆ ਜਿਹਾ ਪਹਾੜੀ ਕਾਂ ਬੋਲਦਾ। ਕਰਨਲ ਸਾਹਿਬ ਮੋਰਚੇ ਤੋਂ ਟੈਂਟ ਵੱਲ ਨੂੰ ਤੁਰ ਪਏ। ਉਸ ਦੇ ਪਿੱਛੇ ਉਸ ਦੇ ਗਾਰਡ ਵੀ ਤੁਰ ਪਏ। ਕਰਨਲ ਆ ਕੇ ਆਰਾਮ ਕੁਰਸੀ ਤੇ ਬੈਠ ਗਿਆ ਤੇ ਇੱਕ ਲਾਰਜ ਡਰਿੰਕ ਬਣਾ ਕੇ ਪੀਣ ਲੱਗ ਪਿਆ। ਇੱਕ ਵਾਰ ਫਿਰ ਉਸਨੇ ਜੇਬਾਂ ਨੂੰ ਟਟੋਲ ਕੇ ਮੋਬਾਈਲ ਕੱਢਿਆ, ਉਸ ਨੂੰ ਸਲਾਹਣ ਵਾਂਗ ਹੱਥ ਫੇਰਿਆ ਤੇ ਮੈਸੇਜ ਬਾਕਸ ਖੋਲਿਆ। ਉਹੀ ਮੈਸੇਜ ਪੜਿਆ ਜੋ ਅਕਸਰ ਲੜਨ ਤੋਂ ਬਾਅਦ ਉਹ ਇੱਕ ਦੂਜੇ ਨੂੰ ਭੇਜਦੇ ਹੁੰਦੇ ਸੀ। एक अच्छा दोस्त और सच्चा प्यार 100 बार अगर रूठ जाए तो उसे मना लेना चाहिए, क्योंकि कीमती मोतियों की माला तो पिरोनी ही पड़ती है। उसनू फिर गुस्सा चढ़ गया। तू ना सच्ची दोस्त है ते ना तू मैनू कदे सच्चा प्यार किया। करनल नू पता ही नहीं लग्या कदों उसने सारा ड्रिंक इक्को सा खत्म कर लिया। ब्लडी शिट, उसने उच्ची सारी बोलिया। ड्रिंक पीण तो बाद करनल नू फिर वही घटना याद आ गई। लास्ट नैक शेखर दी लाश उसकी अखां सामने आ गई, जो दुश्मन दी गोली लगन नाल शहीद हो गया सी। जदों वो उसनू चुक के डेथ बाक्स विच रखण लगे तां लाश दा हथ लाउंदियां सार ही सरी ठंडे हो गए। बुल्लां ते सिकड़ी आ गई। 15 जवान मौके ते हाजिर होने के बावजूद कोई आवाज नहीं सी आ रही। भयानक शांति, मुर्दा शांति नाल भरिया माहौल। कर्नल ने जवानों नू आर्डर किया, डेथ बॉक्स चुको। जद जवानों ने झटका मार के डेथ बॉक्स चुकया तो उसदियां फटियां टुट के थल्ले नू लमकण लग पईयां। लैस नायक दा अद्धा धड़ थल्ले लमकण लग पिया। ਇਹ ਕੀ? ਕਰਨਲ ਨੇ ਗੁੱਸੇ ਵਿੱਚ ਪੁੱਛਿਆ। ਸਰ, ਸਾਰੇ ਡੈਥ ਬਾਕਸ ਇਦਾਂ ਦੇ ਹੀ ਨੇ, ਇੱਕ ਸਿਪਾਹੀ ਨੇ ਜਵਾਬ ਦਿੱਤਾ। ਹੈ, ਇਹ ਕਿਹੜਾ ਬਾਕਸ ਹੈ? ਕਰਨਲ ਨੂੰ ਤਾਂ ਦੱਸਿਆ ਗਿਆ ਸੀ ਕਿ ਬਾਕਸ ਵਿੱਚ ਇੱਕ ਖਾਸ ਕਿਸਮ ਦਾ ਯੰਤਰ ਲੱਗਿਆ ਹੈ। ਜੇ ਲਾਸ਼ 15 ਦਿਨ ਵੀ ਪਈ ਰਹੇ ਉਸ ਵਿੱਚ ਤਾਂ ਮੁਸ਼ਕ ਨਹੀਂ ਮਾਰੇਗੀ ਤੇ ਟੁੱਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਵਾਨ, ਕਰਨਲ ਨੇ ਉੱਚੀ ਆਵਾਜ਼ 'ਚ ਕਿਹਾ। ਯੈਸ ਸਰ, ਮੈਨੂੰ ਇਸ ਦੀ ਰਿਪੋਰਟ ਸ਼ਾਮ ਤੱਕ ਮਿਲਣੀ ਚਾਹੀਦੀ ਹੈ। ਜਦ ਰਿਪੋਰਟ ਪੇਸ਼ ਕਰ ਦਿੱਤੀ ਗਈ ਤਾਂ ਪਤਾ ਲੱਗਿਆ ਕਿ ਸਾਰੇ ਡੈਥ ਬਾਕਸ ਸਧਾਰਨ ਸਫੈਦੇ ਦੀ ਲੱਕੜੀ ਦੇ ਬਣੇ ਹੋਏ ਸੀ। ਉਹਨਾਂ 'ਚ ਕੋਈ ਵੀ ਅਜਿਹਾ ਯੰਤਰ ਨਹੀਂ ਸੀ ਫਿੱਟ ਕੀਤਾ ਗਿਆ ਜੋ ਲਾਸ਼ ਨੂੰ ਗਲਣ ਸੜਨ ਤੋਂ ਬਚਾ ਸਕੇ। ਕਰਨਲ ਨੇ ਫਿਰ ਮੱਥੇ ਤੇ ਤਿਉੜੀਆਂ ਚੜਾਈਆਂ। ਅਚਾਨਕ ਡੱਬੇ ਵਿੱਚੋਂ ਲਾਸ਼ ਰੁੜ ਗਈ ਸੀ ਤੇ ਡੱਬਾ ਟੁੱਟ ਗਿਆ ਸੀ। ਕਰਨਲ ਉੱਥੇ ਹੀ ਪੈਰਾਂ ਭਾਰ ਬੈਠ ਗਿਆ ਤੇ ਲਾਸ਼ ਰੁੜਦੀ ਰੁੜਦੀ ਪਹਾੜੀ ਤੋਂ ਕਾਫੀ ਥੱਲੇ ਚਲੀ ਗਈ ਸੀ। ਬਰਾੜ ਨੇ ਇੱਕ ਹੋਰ ਡਰਿੰਕ ਖਤਮ ਕਰਨ ਤੋਂ ਬਾਅਦ ਫਿਰ ਫੋਨ ਰੀਡਾਇਲ ਕਰ ਲਿਆ। ਹੈਲੋ, ਕੌਣ? ਹੁਣ ਤੈਨੂੰ ਮੇਰੀ ਆਵਾਜ਼ ਦੀ ਵੀ ਪਛਾਣ ਨਹੀਂ ਰਹੀ? ਤੁਸੀਂ ਕੀ ਚਾਹੁੰਦੇ ਹੋ? ਮੇਰੇ ਕੁਝ ਸਮਝ ਨਹੀਂ ਆ ਰਿਹਾ। ਅੱਗਿਓਂ ਮੀਨਾਕਸ਼ੀ ਵੀ ਥੋੜੀ ਗੁੱਸੇ ਵਾਲੇ ਲਹਿਜੇ ਵਿੱਚ ਬੋਲੀ। ਮੀਨਾਕਸ਼ੀ ਭਾਰਤ ਸਰਕਾਰ ਦੇ ਡਿਫੈਂਸ ਮਿਨਿਸਟਰ ਦੇ ਵਿੱਚ ਉੱਪਰਲੇ ਦਰਜੇ ਦੀ IAS ਅਫਸਰ ਹੈ। ਆਪਣੀ ਹੁਸਨ ਦੇ ਨਾਲ, ਆਪਣੀ ਬਿਊਟੀ ਦੇ ਨਾਲ ਉਹ ਡਿਫੈਂਸ ਮਿਨਿਸਟਰ ਦੀ ਖਾਸਮ ਖਾਸ ਬਣ ਗਈ ਸੀ ਤੇ ਮੰਤਰੀ ਸਾਹਿਬ ਛੜੇ ਹਨ। ਮੀਨਾਕਸ਼ੀ ਨੂੰ ਲਾਡ ਨਾਲ ਮਿਰਗਨੈਣੀ ਕਹਿ ਕੇ ਬੁਲਾਉਂਦੇ ਨੇ। ਮੀਨਾਕਸ਼ੀ ਨੇ ਫੋਨ ਕੱਟਿਆ ਤੇ ਦਫ਼ਤਰੋਂ ਬਾਹਰ ਹੋ ਗਈ। ਕਈ ਦਿਨਾਂ ਤੱਕ ਉਹਨਾਂ ਇੱਕ ਦੂਜੇ ਨੂੰ ਫੋਨ ਨਾ ਕੀਤਾ। ਕਾਰਗਿਲ ਦੀ ਲੜਾਈ ਹੁਣ ਅੰਤਲੇ ਦੌਰ ਵਿੱਚ ਸੀ। ਭਾਰਤੀ ਫੌਜਾਂ ਨੇ ਆਖਰੀ ਹੱਲਾ ਬੋਲਿਆ ਤੇ ਜਿੱਤ ਵੱਲ 2 ਕਦਮ ਹੋਰ ਅੱਗੇ ਵਧ ਗਏ। ਅਖੀਰ ਲੜਾਈ ਸਰ ਕਰ ਲਈ ਤੇ ਕਰਨਲ ਸਾਹਿਬ ਆਪਣੀ ਕੰਪਨੀ ਨਾਲ ਵਾਪਸ ਆਪਣੀ ਯੂਨਿਟ ਵਿੱਚ ਆ ਗਏ।
ਜਦੋਂ ਉਹ ਉੱਥੋਂ ਤੁਰਨ ਲੱਗੇ ਤਾਂ ਜੀਪ ਵਿੱਚ ਬੈਠਣ ਤੋਂ ਪਹਿਲਾਂ ਉਹਨਾਂ ਬਰਫ਼ ਨਾਲ ਲੱਦੀਆਂ ਪਹਾੜੀਆਂ ਨੂੰ ਇੱਕ ਵਾਰ ਫੇਰ ਜੀ ਭਰ ਕੇ ਤੱਕਿਆ। ਉਹਨਾਂ ਨੂੰ ਲੱਗਿਆ ਲੈਸ ਨਾਇਕ ਸ਼ੇਖਰ ਦੀ ਲਾਸ਼ ਵਾਲਾ ਡੱਬਾ ਉੱਪਰਲੀ ਪਹਾੜੀ ਤੋਂ ਰਿੜਦਾ ਉਹਨਾਂ ਵੱਲ ਆ ਰਿਹਾ ਹੈ ਤੇ ਪਹਾੜੀ ਦੇ ਅੱਧ ਵਿਚਕਾਰ ਡੱਬੇ ਦੇ ਟੁਕੜੇ ਟੁਕੜੇ ਹੋ ਗਏ ਤੇ ਉਸ ਵਿੱਚੋਂ ਸ਼ੇਖਰ ਦੀ ਲਾਸ਼ ਨਿਕਲ ਕੇ ਉਹਨਾਂ ਵੱਲ ਨੂੰ ਆ ਰਹੀ ਹੈ। ਕਰਨਲ ਨੇ ਜੀਪ ਦੀ ਖਿੜਕੀ ਛੱਡ ਕੇ 2 ਕਦਮ ਪਿੱਛੇ ਕਰ ਲਏ। ਉਹਨੂੰ ਲੱਗਿਆ ਜਿਵੇਂ ਲਾਸ਼ ਨੂੰ ਪੈਰਾਂ ਨਾਲ ਲੱਗਣ ਤੋਂ ਬਚਾਉਣਾ ਚਾਹੁੰਦਾ ਹੋਵੇ। ਕਰਨਲ ਬਰਾੜ ਦਿੱਲੀ ਵਾਲੇ ਦਫ਼ਤਰ ਜ਼ਰੂਰ ਆ ਗਿਆ ਸੀ, ਪਰ ਉਸ ਦਾ ਦਿਲ ਨਹੀਂ ਸੀ ਲੱਗ ਰਿਹਾ। ਉਸ ਨੂੰ ਬਹੁਤ ਔਖਾ ਮਹਿਸੂਸ ਹੋ ਰਿਹਾ ਸੀ। ਕਰਨਲ ਸਾਹਿਬ ਨੂੰ ਇੱਕ ਘਟਨਾ ਯਾਦ ਆਉਂਦੀ ਹੈ ਜਦੋਂ ਇੱਕ ਫਿਲਮਾਂ ਦੀ ਐਕਟਰੈਸ ਜੋ ਕਰਨਲ ਸਾਹਿਬ ਨੂੰ ਬਹੁਤ ਸੋਹਣੀ ਲੱਗਦੀ ਸੀ, ਮੀਨਾਕਸ਼ੀ ਰਾਹੀਂ ਉਹਨਾਂ ਨੂੰ ਮਿਲੀ ਤੇ ਸ਼ਰਾਬ ਪੀ ਕੇ ਰਾਤ ਉਹਨਾਂ ਦੇ ਪਾਸ ਹੀ ਰਹਿ ਗਈ ਤੇ ਸਵੇਰੇ ਉੱਠ ਕੇ ਕਹਿਣ ਲੱਗੀ, ਮਿਸਟਰ ਬਰਾੜ, ਹਿੰਦੁਸਤਾਨ ਦੀ ਸਭ ਤੋਂ ਵੱਡੀ ਕੰਪਨੀ ਦਾ ਇਹ ਪ੍ਰੋਡਕਟ ਤੁਸੀਂ ਮੇਰੇ ਕਰਕੇ ਪਾਸ ਕਰਨਾ। ਤੇ ਕਰਨਲ ਨੇ ਉਸ ਨੂੰ ਇੱਕੋ ਜਵਾਬ ਦਿੱਤਾ ਸੀ, ਮੈਡਮ, ਆਮ ਕਰਨਲ, ਤੇ ਫੌਜ ਦੇ ਕਰਨਲ ਨੂੰ ਸਿਰਫ ਉਸ ਦਾ ਸੀਨੀਅਰ ਹੀ ਆਰਡਰ ਕਰ ਸਕਦਾ ਹੈ, ਹੋਰ ਕੋਈ ਨਹੀਂ, ਸਮਝੀ? ਮੈਂ ਦੇਖ ਲਵਾਂਗਾ ਐਂਡ ਥੈਂਕ ਯੂ। ਉਸ ਦਿਨ ਵੀ ਮੀਨਾਕਸ਼ੀ ਤੇ ਕਰਨਲ ਬਹੁਤ ਲੜੇ ਸੀ, ਪਰ ਬਾਅਦ ਵਿੱਚ ਮੀਨਾਕਸ਼ੀ ਨੇ ਕਰਨਲ ਨੂੰ ਮਨਾ ਲਿਆ ਸੀ ਤੇ ਬਰਾੜ ਨੇ ਕਿਹਾ, ਬਸ ਤੇਰੀਆਂ ਇਹਨਾਂ ਗੱਲਾਂ ਕਰਕੇ ਮੈਂ ਤੈਨੂੰ ਨਹੀਂ ਛੱਡ ਸਕਦਾ, ਭਾਵੇਂ ਤੇਰੇ 'ਚ ਲੱਖ ਐਬ ਨੇ, ਪਰ ਨੂੰ ਤੂੰ ਮੈਨੂੰ ਮਨਾ ਲੈਣੀ ਹੈ। ਕਾਸ਼ ਮੇਰੀ ਮਾਂ ਵੀ ਮੇਰੇ ਰੁੱਸੇ ਹੋਏ ਪਿਓ ਨੂੰ ਮਨਾ ਲਿਆ ਕਰਦੀ, ਤਾਂ ਸ਼ਾਇਦ ਮੇਰਾ ਤੇਰੇ ਨਾਲ ਵਿਆਹ ਹੋ ਗਿਆ ਹੁੰਦਾ ਤੇ ਆਪਣੇ ਵੀ ਸੋਹਣੇ ਸੋਹਣੇ ਬੱਚੇ ਹੁੰਦੇ। ਮੀਨਾਕਸ਼ੀ ਬੋਲੀ, ਤੁਸੀਂ ਫੇਰ ਮਮ ਡੈਡ ਦੀ ਗੱਲ ਲੈ ਕੇ ਬੈਠ ਜਾਂਦੇ ਹੋ, ਹੁਣ ਫੇਰ ਉਦਾਸ ਹੋ ਜਾਵੋਗੇ। ਕਰਨਲ ਦੀ ਅੱਖ ਵਿੱਚ ਪਾਣੀ ਦੀ ਤਾਰ ਜਿਹੀ ਦਿਸਣ ਲੱਗੀ। ਮੀਨਾਕਸ਼ੀ, ਅੱਜ ਫਿਰ ਡੈਡ ਯਾਦ ਆ ਰਹੇ ਨੇ। ਮੀਨਾਕਸ਼ੀ, ਡੂ ਯੂ ਨੋ, ਮੈਂ ਜਦ ਛੋਟਾ ਸੀ ਮੇਰੀ ਮਮ ਮੈਨੂੰ ਕਿੰਨਾ ਝਿੜਕਦੀ ਸੀ, ਬੇਟਾ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਮਚਾਕ ਕੇ ਮਾਰ ਕੇ ਰੋਟੀ ਨਹੀਂ ਖਾਣੀ, ਸਾਰੀਆਂ ਉਂਗਲਾਂ ਮੂੰਹ 'ਚ ਨਹੀਂ ਪਾਉਣੀਆਂ, ਬੇਟਾ ਐਟੀਕੇਟ ਸਿੱਖੋ। ਤੇ ਮੈਂ ਸੀ ਇੱਕ ਆਜ਼ਾਦ ਪੰਛੀ, ਖੁੱਲਾ ਰਹਿਣਾ ਚਾਹੁੰਦਾ ਸੀ, ਜੰਗਲੀ ਬੇਲ ਵਾਂਗ ਜਿੱਧਰ ਨੂੰ ਜੀ ਕਰੇ ਵੱਧ ਜਾਣਾ ਚਾਹੁੰਦਾ ਸੀ। ਮੈਨੂੰ ਸੰਡੇ ਨੂੰ ਮਮ ਡੈਡ ਨਾਲ ਬੈਠ ਕੇ ਖਾਣਾ ਬਹੁਤ ਔਖਾ ਲੱਗਦਾ। ਇਸ ਕਰਕੇ ਨਹੀਂ ਕਿ ਮਮ ਮੈਨੂੰ ਆਪਣੇ ਤਰੀਕੇ ਨਾਲ ਬੈਠ ਕੇ ਖਾਣਾ ਨਹੀਂ ਖਾਣ ਦੇਵੇਗੀ, ਸਗੋਂ ਇਸ ਕਰਕੇ ਕਿ ਮਮ ਡੈਡ ਨੇ ਲੜਨਾ ਹੁੰਦਾ ਸੀ। ਮਮ ਅਕਸਰ ਟੇਬਲ ਤੇ ਬਹਿ ਕੇ ਇਹੀ ਕਹਿੰਦੇ, ਮੈਂ ਤੁਹਾਡੇ ਤੋਂ ਵੱਡੀ ਅਫਸਰ ਹਾਂ, ਤੁਹਾਡੇ ਤੋਂ ਵਧੀਆ ਡਿਪਾਰਟਮੈਂਟ 'ਚ। ਤੇ ਮੇਰੇ ਬਾਪ ਨੂੰ ਮਾਂ ਅਕਸਰ ਕਹਿੰਦੀ ਸੀ, ਤੈਨੂੰ ਮੈਂ ਪੜਾਇਆ, ਨੌਕਰੀ ਤੇ ਮੈਂ ਲਗਵਾਇਆ, ਹੁਣ ਤੁਸੀਂ ਦੱਸੋਗੇ ਕਿ ਬਰਾੜ ਦਾ ਸਟੇਟਸ ਕੀ ਹੈ? ਮੀਨਾਕਸ਼ੀ, ਤੈਨੂੰ ਪਤਾ ਹੈ, ਮਮ ਦਾ ਇੱਕ ਹੋਰ ਸ਼ੌਕ ਸੀ ਕੁੱਤੇ ਪਾਲਣਾ। ਕਈ ਵਾਰ ਮੇਰੇ ਬਾਲ ਨਹੀਂ ਸੀ ਬਾਹ ਹੁੰਦੇ, ਪਰ ਕੁੱਤੇ ਲਈ ਸਪੈਸ਼ਲ ਜੀਪ ਚੈੱਕਅਪ ਕਰਵਾਉਣ ਲਈ ਵੈਟਰਨਰੀ ਡਾਕਟਰ ਕੋਲ ਜਾਂਦੀ। ਮੀਨਾਕਸ਼ੀ ਥੋੜੀ ਮਜ਼ਾਕ ਦੇ ਮੂਡ 'ਚ ਬੋਲੀ, ਫਿਰ ਤਾਂ ਮਾਤਾ ਦੇ ਲਈ ਕੁੱਤਾ ਜ਼ਿਆਦਾ ਇੰਪੋਰਟੈਂਟ ਸੀ। ਮੀਨਾਕਸ਼ੀ ਨੇ ਆਪਣੇ ਗੋਰਾ ਹੱਥ ਬਰਾੜ ਦੀਆਂ ਪਿੰਜਣੀਆਂ ਤੇ ਲਾਇਆ, ਹੱਥ ਥੋੜਾ ਹੋਰ ਉੱਪਰ ਕਰਕੇ ਲੱਕ ਤੇ ਰੱਖਿਆ ਤੇ ਬਰਾੜ ਨੂੰ ਆਪਣੇ ਵੱਲ ਖਿੱਚਿਆ। ਫਿਰ ਇੱਕ ਜਗ੍ਹਾ ਤੇ ਆ ਕੇ ਉਸ ਦਾ ਹੱਥ ਰੁਕ ਗਿਆ, ਬਿਲਕੁਲ ਪੱਟ ਕੋਲ। ਆਹ ਕੀ ਹੋਇਆ ਬਰਾੜ ਸਾਹਿਬ, ਆਹ ਕੀ ਹੈ? ਬਰਾੜ ਨੇ ਵੀ ਉਸੇ ਜਗ੍ਹਾ ਤੇ ਹੱਥ ਲਾ ਕੇ ਬੋਲਣਾ ਸ਼ੁਰੂ ਕੀਤਾ, ਮੈਂ ਤੇ ਸਾਡਾ ਨੌਕਰ ਸਰਵੈਂਟ ਕੁਆਟਰ 'ਚ ਖੇਡ ਰਹੇ ਸੀ। ਉਸਨੇ ਆਪਣੇ ਖਾਣ ਲਈ ਕੁਝ ਸਟੋਵ ਤੇ ਰੱਖਿਆ ਹੋਇਆ ਸੀ, ਉਹ ਖੁੱਲੇ ਜਿਹੇ ਪਤੀਲੇ ਵਿੱਚ ਕੁਝ ਬਣਾ ਰਿਹਾ ਸੀ। ਜਦੋਂ ਬਾਜ਼ੀਆਂ ਪਾਉਂਦੇ ਤਾਂ ਮੇਰਾ ਪੈਰ ਪਤੀਲੇ ਵਿੱਚ ਵੱਜਿਆ ਤੇ ਗਰਮ ਪਾਣੀ ਮੇਰੇ ਪੱਟ ਤੇ ਪੈ ਗਿਆ। ਮੇਰੀ ਸਾਰੀ ਲੱਤ ਗੋਡਿਆਂ ਤੱਕ ਛਾਲਿਆਂ ਨਾਲ ਭਰ ਗਈ। ਘਰੇ ਕੋਈ ਨਹੀਂ ਸੀ। ਨੌਕਰ ਡਰਦਾ ਮੈਨੂੰ ਨੇੜੇ ਦੇ ਹਸਪਤਾਲ ਲੈ ਗਿਆ। ਨੌਕਰ ਨੇ ਦੱਸਿਆ, ਇਹ ਕਰਨਲ ਬਰਾੜ ਸਾਹਿਬ ਦਾ ਬੇਟਾ ਹੈ। ਮੈਂ ਉੱਚੀ ਹੋ ਰਿਹਾ ਸੀ। ਜਿਸ ਬੈੱਡ ਤੇ ਮੈਂ ਪਿਆ ਸੀ ਉਸ ਦੇ ਨਾਲ ਹੀ ਐਕਸੀਡੈਂਟ ਵਿੱਚ ਜ਼ਖਮੀ ਹੋਇਆ ਇੱਕ ਵਿਅਕਤੀ ਵੀ ਪਿਆ ਸੀ। ਮੇਰੇ ਆਲੇ ਦੁਆਲੇ ਡਾਕਟਰ ਤੇ ਨਰਸਾਂ ਇਕੱਠੇ ਹੋਏ ਪਏ ਸੀ, ਪਰ ਉਹ ਐਕਸੀਡੈਂਟ ਵਾਲੇ ਵਿਅਕਤੀ ਨੂੰ ਕੋਈ ਨਹੀਂ ਸੀ ਦੇਖ ਰਿਹਾ। ਤੇ ਡਾਕਟਰ ਸਾਹਿਬ ਕਹਿੰਦੇ ਸੀ, ਜਿੰਨੀ ਦੇਰ ਇਹ ਫੀਸ ਜਮ੍ਹਾਂ ਨਹੀਂ ਕਰਵਾਉਂਦਾ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ।
ਉਹਦੇ ਪਰਿਵਾਰ ਵਾਲੇ ਮਿੰਨਤਾਂ ਤਰਲੇ ਕਰ ਰਹੇ ਸੀ, ਤੂੰ ਦੱਸ ਮੀਨਾਕਸ਼ੀ, ਕੀ ਹੈ ਕਰੈਕਟਰ ਉਸ ਡਾਕਟਰ ਦਾ ਜਿਸ ਦੇ ਸਾਹਮਣੇ ਇੱਕ ਇਨਸਾਨ ਮਰ ਰਿਹਾ ਹੈ, ਉਸ ਨੂੰ ਆਪਣੀ ਫੀਸ ਦੀ ਪਈ ਹੋਈ ਹੈ। ਕਮਾਲ ਦਾ ਕਰੈਕਟਰ ਹੈ, ਉਸਨੇ ਆਪਣੇ ਆਪ ਵਿੱਚ ਕਿਹਾ। ਪਰ ਉਦੋਂ ਮੈਨੂੰ ਸਮਝ ਨਹੀਂ ਸੀ ਲੱਗਦੀ, ਪਰ ਹੁਣ ਮੈਨੂੰ ਪਾਪਾ ਦੀਆਂ ਗੱਲਾਂ ਸਮਝ ਆ ਰਹੀਆਂ ਨੇ। ਪਾਪਾ ਕਿਹਾ ਕਰਦੇ ਸੀ, ਬੇਟਾ ਕਰੈਕਟਰ ਬਹੁਤ ਇੰਪੋਰਟੈਂਟ ਹੁੰਦਾ। ਤੁਸੀਂ ਆਪਣੇ ਮੁਲਕ ਨੂੰ ਪਿਆਰ ਕਰੋ, ਆਪਣੇ ਪਰਿਵਾਰ ਨੂੰ ਪਿਆਰ ਕਰੋ, ਤੁਹਾਡਾ ਧਿਆਨ ਕਦੇ ਗਲਤ ਪਾਸੇ ਨਹੀਂ ਜਾਵੇਗਾ। ਮੀਨਾਕਸ਼ੀ ਨੇ ਉਹਦੇ ਪੱਟ ਤੇ ਹੱਥ ਫੇਰਿਆ। ਜਲੇ ਹੋਏ ਦਾ ਨਿਸ਼ਾਨ ਅੱਜ ਵੀ ਉਸੇ ਤਰ੍ਹਾਂ ਸੀ। ਬਰਾੜ ਨੇ ਮੀਨਾਕਸ਼ੀ ਦੀਆਂ ਅੱਖਾਂ ਵਿੱਚ ਝਾਕ ਕੇ ਸਵਾਲ ਕੀਤਾ, ਮੀਨਾਕਸ਼ੀ ਤੇਰੇ ਮੁਤਾਬਕ ਕਰੈਕਟਰ ਕੀ ਹੈ? ਪਰ ਉਹ ਕੋਈ ਜਵਾਬ ਨਹੀਂ ਦੇ ਸਕੀ। ਸੰਗੋਂ ਦਿੱਲੀ ਵਿੱਚ ਹੋਏ ਦੰਗਿਆਂ ਵਿੱਚ ਉਸਦੇ ਮਾਂ-ਬਾਪ ਦਾ ਗੁੰਡਿਆਂ ਹੱਥੋਂ ਮਰਨਾ ਉਹਦੀਆਂ ਅੱਖਾਂ ਮੂਹਰੇ ਆ ਗਿਆ। ਮੀਨਾਕਸ਼ੀ ਉਦੋਂ ਮਸਾਂ 12-13 ਸਾਲਾਂ ਦੀ ਸੀ ਜਦੋਂ ਇਹ ਘਟਨਾ ਹੋਈ ਸੀ। ਉਸਦੀ ਦੀਦੀ ਨੇ ਕਿੰਨੀ ਔਖੀ FIR ਦਰਜ ਕਰਵਾਈ ਸੀ। ਫਿਰ ਇਸ ਵਕੀਲ ਨੂੰ ਕਿੰਨੀ ਵਾਰ ਮਿਲਣ ਜਾਂਦੇ ਤੇ ਵਕੀਲ ਅਕਸਰ ਫੀਸ ਮੰਗਣ ਲੱਗਿਆ ਖਚਰੀ ਹਾਸੀ ਹੱਸਦਾ, ਆ ਪਈ ਹੈ ਤੁਹਾਡੀ ਫਾਈਲ, ਜੇ ਫੀਸ ਦੇਵੋਗੇ ਤਾਂ ਕੇਸ ਲੜੂੰਗਾ, ਨਹੀਂ ਤਾਂ ਕਿਸੇ ਹੋਰ ਤੋਂ ਲੜਾ ਲਓ। ਸਰ ਮੈਂ ਕੋਸ਼ਿਸ਼ ਕਰ ਰਹੀ ਹਾਂ, ਦੀਦੀ ਇੱਕ ਤਰ੍ਹਾਂ ਨਾਲ ਗਿੜਗੜਾਉਂਦੀ, ਪਰ ਵਕੀਲ ਸਾਹਿਬ ਇੱਕੋ ਰੱਟ ਲਾ ਰਹੇ ਸੀ, ਮੈਡਮ ਮੇਰਾ ਦਿਮਾਗ ਉਨੀ ਦੇਰ ਕੰਮ ਨਹੀਂ ਕਰਦਾ ਜਿੰਨੀ ਦੇਰ ਇਹਨੂੰ ਪੈਸੇ ਨਹੀਂ ਮਿਲਦੇ। ਫਿਰ ਉਸਨੇ ਦੀਦੀ ਨੂੰ ਇਸ਼ਾਰਾ ਕੀਤਾ ਕਿ ਉਸ ਦੀ ਗੱਲ ਰਿਟਾਇਰਿੰਗ ਰੂਮ ਵਿੱਚ ਆ ਕੇ ਸੁਣੇ। ਦੀਦੀ ਮੈਨੂੰ ਬਾਹਰ ਹੀ ਬੈਠਣ ਦਾ ਇਸ਼ਾਰਾ ਕਰਕੇ ਵਕੀਲ ਸਾਹਿਬ ਨਾਲ ਅੰਦਰ ਚਲੀ ਗਈ। ਕਾਫੀ ਦੇਰ ਬਾਅਦ ਜਦੋਂ ਦੀਦੀ ਬਾਹਰ ਆਈ ਤਾਂ ਉਹਦੇ ਮੱਥੇ ਤੇ ਪਸੀਨਾ ਸੀ ਤੇ ਸੂਟ ਨੂੰ ਵਲ ਪਏ ਹੋਏ ਸੀ। ਉਹਦਾ ਰੰਗ ਵੀ ਉੱਡਿਆ ਹੋਇਆ ਸੀ। ਇਹ ਕਹਿ ਕੇ ਮੀਨਾਕਸ਼ੀ ਬਰਾੜ ਦੇ ਗਲ ਲੱਗ ਭੁੱਬੀ ਰੋਣ ਲੱਗੀ। ਹੁਣ ਉਸ ਵਕੀਲ ਦਾ ਕੀ ਕਰੈਕਟਰ ਹੈ ਬਰਾੜ ਸਾਹਿਬ? ਬਰਾੜ ਨੇ ਆਪਣਾ ਹੱਥ ਉਸਦੇ ਸਿਰ ਤੇ ਫੇਰਨ ਲਈ ਚੁੱਕਿਆ, ਪਰ ਆ ਕੀ, ਉਸ ਕੋਲ ਤਾਂ ਕੋਈ ਵੀ ਨਹੀਂ। ਉਹ ਤਾਂ ਇੰਨੀ ਦੇਰ ਇਕੱਲਾ ਹੀ ਗੱਲਾਂ ਕਰੀ ਜਾ ਰਿਹਾ ਸੀ। ਇਹ ਦੋਨੋਂ ਵਿਅਕਤੀ ਲੰਗੋਟ ਤੇ ਪੱਕੇ ਨੇ। ਕਰਨਲ ਨੇ ਸੋਚਿਆ, ਇਹ ਦੋਨੋਂ ਕਰੈਕਟਰਲੈਸ ਨੇ। ਬਰਾੜ ਉੱਠਿਆ ਤੇ ਟੀਵੀ ਦੀ ਸਵਿਚ ਔਨ ਕਰ ਦਿੱਤੀ। ਕੋਈ ਧਾਰਮਿਕ ਚੈਨਲ ਚੱਲ ਰਿਹਾ ਸੀ। ਇੱਕ ਲੰਮੀ दाढ़ी वाला बाबा प्रवचन कर रहा सी, इंसान को अपना चरित्र मजबूत करना चाहिए। भगवान कृष्ण ने कहा है, हे मनुष्य काम कर फल की इच्छा ना कर। बराड़ ने कह के चैनल बदल लिया कि वही बकवास कर रहा है, काम क्रोध लोभ मोह अहंकार तो बचो। ते आप सब तो बद फसिया पिया इन्हां हंकारां च। पर एक ही इस न्यूज चैनल ते इस बाबे बारे की चल रहा है? आश्रम विच बाबे ने एक नाबालिग लड़की नाल बलात्कार किया। हैडलाइन आ रही सी, बाबा विदेश दौड़न की ताक विच, बेड़ा गर्क हो गया। उसने एक दो होर चैनल घुमाए, पर हरेक जगह वही बकवास चल रही सी। उसका मन नहीं लग रहा सी। बेचैनी च उन्हें टीवी बंद कर दिता। बराड़ फिर मीनाक्षी बारे सोचन लग्या। वो इन्ने दिनों की मिली नहीं, उसने मैनू मिलने की कोशिश भी नहीं की। वो ही सोच के होर परेशान हो गया। उसने फोन मिलाया। स्विच ऑफ दी टाउन बज रही सी। कोई जवाब नहीं सी दे रहा। कर्नल नू फिर गुस्सा आ लिया। गई होनी अपने यार मंत्री नाल किधरे बाहर। तीमियां हुंदियां ही इहो जिहियां ने। वो सारे जहान दियां तीमियां नू एक रस्से बन के सुरखरू हो गया सी। वो कमरे विचों एकदम बाहर निकलिया। उसने अपना प्राइवेट रिवाल्वर चक के डब विच दिता ते बिना ड्राइवर नू बुलाया जीप स्टार्ट की ते दिल्ली दी सड़कों ते भजाउणियां शुरू कर दी। हुण जीप दिल्ली दी सड़कों ते हफर हफर करदी फिर रही सी। पर एक गल बराड़ हमेशा सोचदा कि मीनाक्षी ते ओ दोनों एक दूजे बारे तुर अंदर तक जानते ने। दोनों विच एक गल सांझी है
ਮਾਨਵਤਾ ਲਈ ਪਿਆਰ, ਇਨਸਾਨ ਦੀ ਇੱਜ਼ਤ ਕਰਨ ਦੀ ਇੱਛਾ। ਤਾਂ ਹੀ ਤਾਂ ਮੀਨਾਕਸ਼ੀ ਇੱਕ ਟਰਸਟ ਦੇ ਤਹਿਤ ਇੱਕ ਸਕੂਲ, ਇੱਕ ਬਿਰਧ ਆਸ਼ਰਮ ਚਲਾ ਰਹੀ ਸੀ। ਇਸ ਵਿੱਚ ਦਿੱਲੀ ਦੇ ਦੰਗਿਆਂ ਵਿੱਚ ਹੋਈਆਂ ਵਿਧਵਾਵਾਂ ਦੇ ਬੱਚੇ ਤੇ ਆਸ਼ਰਮ ਵਿੱਚ ਬੇਸਹਾਰਾ ਬਜ਼ੁਰਗ ਰਹਿ ਰਹੇ ਸੀ। ਕਦੇ-ਕਦੇ ਦੋਨੋਂ ਬਿਰਧ ਆਸ਼ਰਮ ਵਿੱਚ ਚੱਕਰ ਮਾਰਦੇ ਤੇ ਮੀਨਾਕਸ਼ੀ ਹੱਸਦੀ ਹੱਸਦੀ ਕਹਿੰਦੀ, ਬਰਾੜ ਸਾਹਿਬ, ਆਪਾਂ ਰਿਟਾਇਰ ਹੋ ਕੇ ਇੱਥੇ ਹੀ ਰਹਾਂਗੇ। ਉਸ ਦਾ ਇਨਸਾਨੀਅਤ ਨਾਲ ਪਿਆਰ ਹੀ ਬਰਾੜ ਨੂੰ ਉਸ ਦੇ ਨੇੜੇ ਲੈ ਆਇਆ ਹੈ। ਇਸੇ ਕਰਕੇ ਉਹ ਉਸ ਦੇ ਨਖਰੇ ਚੱਲਦਾ, ਉਸ ਨੂੰ ਪਿਆਰ ਕਰਦਾ, ਕਦੇ-ਕਦੇ ਸਾਰੀ ਉਮਰ ਇਕੱਠੇ ਰਹਿਣ ਦਾ ਵਾਅਦਾ ਵੀ ਅੱਖਾਂ-ਅੱਖਾਂ 'ਚ ਕਰਨ ਦੀ ਕੋਸ਼ਿਸ਼ ਕਰਦਾ। ਆਰ ਕੇ ਪੁਰਮ ਚੌਕ ਤੋਂ ਜਦੋਂ ਬਰਾੜ ਨੇ ਜੀਪ ਕਮਾਈ ਤਾਂ ਸਾਹਮਣੇ ਐਕਸੀਡੈਂਟ ਵਿੱਚ ਮਰੇ ਬੰਦੇ ਦੀ ਲਾਸ਼ ਨੂੰ ਉਸ ਦੇ ਰਿਸ਼ਤੇਦਾਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸੀ। ਲਾਸ਼ ਨੂੰ ਦੇਖਦੇ ਸਾਰ ਕਰਨਲ ਨੂੰ ਲੈਸ ਨਾਇਕ ਸ਼ੇਖਰ ਦੀ ਲਾਸ਼ ਯਾਦ ਆ ਗਈ। ਉਸਨੇ ਫੇਰ ਤੈਸ਼ ਵਿੱਚ ਆ ਕੇ ਮੋਬਾਈਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਘੰਟੀ ਜਾ ਰਹੀ ਸੀ। ਅੱਗਿਓਂ ਆਵਾਜ਼ ਆਈ, ਯੈਸ ਮਿਸਟਰ ਬਰਾੜ, ਵੇਅਰ ਆਰ ਯੂ ਬਿਚ ਲੇਡੀ। ਦੂਜੇ ਪਾਸੇ ਤੋਂ ਵੀ ਸਖਤ ਆਵਾਜ਼ ਆਈ, ਮਾਈਂਡ ਯੂਰ ਲੈਂਗੁਏਜ, ਗੱਲ ਦੱਸੋ ਕੀ ਹੈ। ਲੜਾਈ ਵਿੱਚ ਸ਼ਹੀਦਾਂ ਦੀ ਬਾਡੀ ਲਿਆਉਣ ਲਈ ਡੈਥ ਬਾਕਸ ਦਾ ਆਰਡਰ ਕਿਸ ਨੂੰ ਦਿੱਤਾ ਸੀ? ਮਤਲਬ, ਹਾਂ, ਆਰਡਰ ਕਿਸ ਨੂੰ ਦਿੱਤਾ ਸੀ? ਮੀਨਾਕਸ਼ੀ ਨੇ ਜਵਾਬ ਦਿੱਤਾ, ਮੰਤਰੀ ਜੀ ਦੇ ਰਿਸ਼ਤੇਦਾਰਾਂ ਨੂੰ। ਤੇ ਤੇਰਾ ਕਿੰਨਾ ਹਿੱਸਾ? ਜਿਵੇਂ ਅੱਗੇ ਹੁੰਦਾ ਬਰਾੜ ਸਾਹਿਬ, 5%। 5%? ਕਰਨਲ ਦੇ ਥੱਪੜ ਵਾਂਗ ਲੱਗਿਆ। ਉਸਨੇ ਮੋਬਾਈਲ ਫੋਨ ਇੱਕ ਕੰਨ ਤੋਂ ਲਾ ਕੇ ਦੂਜੇ ਕੰਨ ਨੂੰ ਲਾਇਆ ਤੇ ਚੀਕਣ ਵਾਂਗ ਬੋਲਿਆ, ਉਹ ਇੱਥੇ ਤਾਂ ਸ਼ਰਮ ਕਰ ਲੈਂਦੀ, ਯੂ ਬਿਚ। ਕੀ ਕਰੈਕਟਰ ਆ ਤੇਰਾ? ਹਰੇਕ ਕੋਲ ਖੁੱਲਦੀ ਫਿਰਦੀ ਐ, ਆਪਣੇ ਆਪ ਤੋਂ ਦੁੱਗਣੀ ਉਮਰ ਦੇ ਥੱਲੇ ਪੈਣੀ ਐ ਜਿਸ ਤੋਂ ਕੰਮ ਲੈਣਾ ਹੁੰਦਾ। ਯੂ ਬਿਚ, ਸਲੀਪ ਵਿਦ ਹਿਮ। ਉਹ ਉੱਚੀ ਉੱਚੀ ਬੋਲਦਾ ਹਫ ਗਿਆ ਸੀ। ਕਿੰਨੇ ਸਾਲ ਹੋ ਗਏ ਤੈਨੂੰ ਮੇਰੇ ਨਾਲ ਰਹਿੰਦੀ ਨੂੰ? ਤੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਆਪਣੀ ਮਾਂ ਨੂੰ ਨਹੀਂ ਵੇਚੀਦਾ? ਯੂ ਕਰੈਕਟਰਲੈਸ ਲੇਡੀ। ਦੂਜੇ ਪਾਸੇ ਤੋਂ ਵੀ ਉੱਚੀ ਆਵਾਜ਼ ਆਈ, ਕਰੈਕਟਰ ਦੀ ਗੱਲ ਨਾ ਕਰੋ ਬਰਾੜ ਸਾਹਿਬ, ਤੁਹਾਡਾ ਕਰੈਕਟਰ ਵੀ ਮੇਰੇ ਤੋਂ ਭੁੱਲਿਆ ਨਹੀਂ ਹੋਇਆ। ਹਰੇਕ ਸੋਹਣੀ ਮਾਡਲ ਪਿੱਛੇ ਤੁਸੀਂ ਵੀ ਲਾਲਾਂ ਭਗਾਉਂਦੇ ਫਿਰਦੇ ਹੋ। CS ਦੀ ਕੰਟੀਨ ਦਾ ਸਮਾਨ ਰਿਕਮੈਂਡ ਕਰਨ ਤੋਂ ਪਹਿਲਾਂ ਤੁਹਾਨੂੰ ਕੰਪਨੀਆਂ ਵਾਲੇ ਕੀ ਪੇਸ਼ ਕਰਦੇ ਨੇ, ਮੇਰੇ ਤੋਂ ਕੋਈ ਭੁੱਲਿਆ ਨਹੀਂ ਹੋਇਆ। ਕਰੈਕਟਰ ਦੀ ਗੱਲ ਨਾ ਕਰੋ ਮਿਸਟਰ ਬਰਾੜ ਮੇਰੇ ਨਾਲ। ਕਰਨਲ ਬਰਾੜ ਉਸ ਦਿਨ ਵੀ ਬੋਲਦਾ ਬੋਲਦਾ ਹਫ ਗਿਆ ਸੀ ਜਿਸ ਦਿਨ ਉਸਨੇ ਜੰਗ ਦੇ ਮੈਦਾਨ ਵਿੱਚ ਸ਼ੇਖਰ ਦੀ ਲਾਸ਼ ਦੇਖੀ ਸੀ। ਮੀਨਾਕਸ਼ੀ, ਜਿਸ ਦਿਨ ਮੈਂ ਸ਼ੇਖਰ ਦੀ ਲਾਸ਼ ਬਰਫ਼ ਤੋਂ ਰੁੜਦੀ ਦੇਖੀ ਸੀ, ਉਹ ਲਾਸ਼ ਇਕੱਲੇ ਸ਼ੇਖਰ ਦੀ ਲਾਸ਼ ਨਹੀਂ ਸੀ, ਸੰਗੋਂ ਭਾਰਤੀ ਫੌਜ ਦੀ ਲਾਸ਼ ਸੀ। ਤੇਰੇ ਉਸ ਮੰਤਰੀ ਨੇ ਮੇਰੇ ਜਵਾਨਾਂ ਦੇ ਖੱਫਣ ਦਾ ਵੀ ਸੌਦਾ ਕਰ ਲਿਆ। ਹਾਂ, ਖੱਫਣ ਦਾ ਵੀ ਸੌਦਾ। ਮੈਂ ਸੋਚਦਾ ਅਸੀਂ ਕਿੰਨਾਂ ਵਾਸਤੇ ਲੜਦੇ ਹਾਂ? ਵੱਡੇ ਚੋਰਾਂ ਨੂੰ ਬਚਾਉਣ ਵਾਸਤੇ ਰਾਜਿਆਂ ਦੀ ਰਾਖੀ ਕਰਦੇ ਹਾਂ ਅਸੀਂ, ਦੇਸ਼ ਦੀ ਸੇਵਾ ਦੇ ਨਾਂ ਤੇ ਰਾਖੀ। ਫੋਨ ਦਾ ਲਿੰਕ ਟੁੱਟ ਗਿਆ। ਬਰਾੜ ਦੇ ਬਾਰ-ਬਾਰ ਮਿਲਾਉਣ ਤੇ ਫੋਨ ਸਵਿਚ ਆਫ ਹੋਣ ਲੱਗ ਪਿਆ। ਉਹਨੂੰ ਹੋਰ ਕ੍ਰੋਧ ਚੜ ਗਿਆ। ਉਸਨੇ ਸੋਚਿਆ ਮੀਨਾਕਸ਼ੀ ਜਾਣ-ਬੁੱਝ ਕੇ ਫੋਨ ਕੱਟ ਰਹੀ ਹੈ। ਉਸਨੇ ਜੀਪ ਸਟਾਰਟ ਕੀਤੀ ਤੇ ਮੀਨਾਕਸ਼ੀ ਦੇ ਫਲੈਟ ਕੋਲੇ ਪਹੁੰਚ ਗਿਆ। ਜੀਪ ਮੀਨਾਕਸ਼ੀ ਦੇ ਫਲੈਟ ਮੁਰੇ ਖੜੀ ਕਰਕੇ ਆਪਣੀ ਕਮੀਜ਼ ਦੇ ਥੱਲਿਓਂ ਇੱਕ ਵਾਰ ਫੇਰ ਰਿਵਾਲਵਰ ਨੂੰ ਠੀਕ ਕੀਤਾ ਤੇ ਆਲਾ ਦੁਆਲਾ ਦੇਖਿਆ। ਦੂਰ ਦੂਰ ਤੱਕ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਸਨੇ ਡੋਰ ਬੈਲ ਵਜਾ ਦਿੱਤੀ। ਨੌਕਰਾਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਕਿਹਾ, ਮੈਡਮ ਤਾਂ ਹਸਪਤਾਲ 'ਚ ਨੇ, ਪਰਸੋਂ ਦੇ। ਮੇਰੀ ਹੁਣੇ ਉਸ ਨਾਲ ਗੱਲ ਹੋਈ ਹੈ। ਹਾਂਜੀ, ਮੈਨੂੰ ਕਹਿ ਕੇ ਗਏ ਸੀ ਕਿ ਜਦੋਂ ਵੀ ਤੁਸੀਂ ਆਵੋ। ਨੌਕਰਾਨੀ ਕਾਹਲੀ 'ਚ ਅੰਦਰ ਗਈ ਤੇ ਇੱਕ ਚਿੱਠੀ ਚੁੱਕ ਲਿਆਈ ਤੇ ਫੜਾਉਂਦੀ ਬੋਲੀ, ਇਹ ਤੁਹਾਡੇ ਵਾਸਤੇ ਦੇ ਗਏ ਸੀ। ਬਰਾੜ ਨੇ ਚਿੱਠੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਆਪਣੀ ਜੇਬ ਵਿੱਚ ਤੁੰਨ ਲਈ। ਕੀ ਹੋ ਗਿਆ ਸੀ? ਮੈਡਮ ਡਿਪਰੈਸ਼ਨ ਵਿੱਚ ਸੀ, ਨੀਂਦ ਦੀਆਂ ਗੋਲੀਆਂ ਦੇ ਨਸ਼ੇ ਵਿੱਚ ਆਪਣੀ ਨਸ ਕੱਟ ਬੈਠੇ ਸੀ। ਬਰਾੜ ਨੇ ਇਹ ਗੱਲ ਸੁਣ ਜੀਪ ਸਿੱਧੀ ਹਸਪਤਾਲ ਵੱਲ ਨੂੰ ਕਰ ਦਿੱਤੀ। ਜਦੋਂ ਬਰਾੜ ਅੰਦਰ ਗਿਆ ਤਾਂ ਮੀਨਾਕਸ਼ੀ ਸਰਾਣੇ ਦੀ ਓਟ ਲੈ ਕੇ ਬੈਠੀ ਟੀਵੀ ਦੇਖਦੀ ਤੇ ਜਦੋਂ
ਬਰਾੜ ਨੂੰ ਦੇਖਿਆ ਤਾਂ ਉਹਨੇ ਥੋੜੀ ਸਮਾਈਲ ਦਿੱਤੀ ਤੇ ਬਰਾੜ ਦਾ ਸਵਾਗਤ ਕੀਤਾ। ਅੰਦਰ ਟੀਵੀ ਤੇ ਖਬਰ ਚੱਲ ਰਹੀ ਸੀ, ਖੱਫਣ ਘੁਟਾਲੇ ਵਿੱਚ ਮੰਤਰੀ ਜੀ ਦਾ ਹੱਥ ਹੈ। ਉਹਨਾਂ ਦੀ ਸੈਕਟਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਸੈਕਟਰੀ ਨੇ ਦੋਸਤ ਕਰਨਲ ਬਰਾੜ ਨੇ ਸੱਚ ਬੋਲਣ ਲਈ ਉਤਸ਼ਾਹਿਤ ਕੀਤਾ। ਬਰਾੜ ਨੇ ਦੇਖਿਆ ਬਾਹਰ ਮੀਡੀਆ ਦੀ ਭੀੜ ਲੱਗੀ ਹੋਈ ਹੈ। ਜਦੋਂ ਉਹ ਅੰਦਰ ਆਇਆ, ਉਹਨੂੰ ਤਾਂ ਕੋਈ ਜਾਣਦਾ ਨਹੀਂ ਸੀ, ਨਹੀਂ ਤਾਂ ਮੀਡੀਆ ਨੇ ਉਹਨਾਂ ਦਾ ਖਹਿੜਾ ਨਹੀਂ ਸੀ ਛੱਡਣਾ। ਟੀਵੀ ਤੇ ਲਗਾਤਾਰ ਖਬਰ ਆ ਰਹੀ ਸੀ, ਸ਼ੀਣੀ, ਦਲੇਰ ਔਰਤ, ਜੁਰਤ ਕਰਨ ਵਾਲੀ ਔਰਤ, ਕੈਂਟ ਔਰਤ, ਜਿੰਨੇ ਵੀ ਇਸ ਕਿਸਮ ਦੇ ਸ਼ਬਦ ਸਨ ਟੀਵੀ ਵਾਲੇ ਮਨਾਕਸ਼ੀ ਵਾਸਤੇ ਵਰਤ ਰਹੇ ਸਨ। ਦੂਜੇ ਪਾਸੇ ਨਾਲ ਹੀ ਮੰਤਰੀ ਸਾਹਿਬ ਦਾ ਬਿਆਨ ਆ ਰਿਹਾ ਸੀ, हमारी इसमें कोई शमूलियत नहीं है, हम इसकी मैजिस्ट्रेट से जांच करवाएंगे। उस ट्रस्ट के हम भी मेंबर हैं जिसके मैडम चेयरपर्सन हैं, उसको भी देखेंगे। मंत्री साहब ਨੂੰ ਮਿਲਣ ਤੋਂ ਮੀਨਾਕਸ਼ੀ ਨੇ ਪਹਿਲੇ ਦਿਨ ਹੀ ਇਨਕਾਰ ਕਰ ਦਿੱਤਾ ਸੀ। ਬਰਾੜ ਨੇ ਮੀਨਾਕਸ਼ੀ ਦੇ ਮੋਢੇ ਤੇ ਹੱਥ ਰੱਖ ਕੇ ਉਸ ਦੀਆਂ ਡੂੰਘੀਆਂ ਅੱਖਾਂ ਵਿੱਚ ਦੇਖਿਆ। ਹੁਣ ਉਹ ਸੁਰਖਰੂ ਮਹਿਸੂਸ ਕਰ ਰਿਹਾ ਹੈ। ਉਸਨੇ ਪਿਆਰ ਨਾਲ ਉਸਦੇ ਹੱਥ ਤੇ ਹੱਥ ਧਰ ਦਿੱਤਾ। ਬਰਾੜ ਦੀਆਂ ਅੱਖਾਂ ਵਿੱਚ ਨਮੀ ਹੈ। ਬਾਹਰ ਸ਼ਾਮ ਢਲ ਰਹੀ ਹੈ। ਥੋੜੀ ਦੇਰ ਬਾਅਦ ਦੋਨਾਂ ਨੇ ਬੈਠ ਕੇ ਚੰਦ ਨੂੰ ਦੇਖਿਆ ਜੋ ਹਨੇਰੇ ਨੂੰ ਘਟਾ ਰਿਹਾ ਸੀ। ਬਰਾੜ ਝੱਟ ਉੱਠ ਕੇ ਬਾਥਰੂਮ ਵੱਲ ਗਿਆ। ਬਾਥਰੂਮ ਕਰਨ ਤੋਂ ਬਾਅਦ ਉਸ ਨੂੰ ਚਿੱਠੀ ਦਾ ਚੇਤਾ ਆਇਆ। ਉਹ ਬਾਥਰੂਮ 'ਚ ਹੀ ਖੜ ਕੇ ਚਿੱਠੀ ਪੜ੍ਹਨ ਲੱਗਿਆ। ਚਿੱਠੀ 'ਚ ਲਿਖਿਆ ਹੈ, ਮੈਂ 5% ਖਾ ਕੇ ਕਰੈਕਟਰਲੈਸ ਨਹੀਂ ਬਣਨਾ ਚਾਹੁੰਦੀ। ਮੈਂ 5% ਖਾ ਕੇ ਕਰੈਕਟਰਲੈਸ ਨਹੀਂ ਬਣਨਾ ਚਾਹੁੰਦੀ। ਦੋਸਤੋ ਅਸੀਂ ਕਹਾਣੀ ਦਾ ਆਨੰਦ ਮਾਣਿਆ, ਕਰੈਕਟਰਲੈਸ। ਅਭੀ ਭਾਜੀ, ਮੇਰੇ ਮਨ 'ਚ ਇੱਕ ਸਵਾਲ ਆਇਆ ਕਹਾਣੀ ਦੇਖਦੇ ਹੋਏ ਕਿ ਤੁਸੀਂ ਤੇ ਦਰਸ਼ਕਾਂ ਦਾ ਵੀ ਇਹ ਮਤਲਬ ਮੇਰੇ ਖਿਆਲ 'ਚ ਸਵਾਲ ਹੈਗਾ ਕਿ ਤੁਸੀਂ ਤਾਂ ਥੀਏਟਰ ਨਾਲ ਬਹੁਤ ਪੁਰਾਣੇ ਜੁੜੇ ਹੋਏ ਤੇ ਥੀਏਟਰ ਨੂੰ ਪੜ੍ਹਾ ਰਹੇ ਹੋ, ਥੀਏਟਰ ਕਰ ਰਹੇ ਹੋ, ਤੁਸੀਂ ਇਸੇ ਵਿਧਾ ਨੂੰ ਕਿਉਂ ਚੁਣਿਆ? ਇਹਦੇ ਪਿੱਛੇ ਕੀ ਕਾਰਨ ਰਹੇ ਨੇ? ਗੋਲਡੀ, ਵਿਧਾ ਹੋਰ ਸੀਗੀ। ਹਾਂਜੀ। ਪਹਿਲੀ ਗੱਲ ਤਾਂ ਕਿ ਮੈਂ ਜਿਸ ਦੌਰ ਚੋਂ ਲੰਘ ਰਿਹਾ from my institution point of view, ਉਹ ਇਹ ਹੈ ਕਿ American education system ਦੇ accordingly I have to go through a training। ਉਹ training ਮੇਰੀ ਚੱਲ ਰਹੀ ਆ ਤੇ ਤਕਰੀਬਨ 8 ਘੰਟੇ ਮੈਨੂੰ each day ਕੰਪਿਊਟਰ ਤੇ ਕੰਮ ਕਰਨਾ ਪੈਂਦਾ। I have to be certified before the next semester start। ਓਕੇ। ਔਰ ਉਹਦੇ ਵਿੱਚੋਂ ਇੰਨਾ ਟਾਈਮ ਕੱਢਣਾ ਮੇਰੇ ਲਈ ਪੋਸੀਬਲ ਨਹੀਂ, ਬਟ ਸਟਿਲ ਮੈਂ ਕੱਢ ਕੇ ਰਵਿੰਦਰ ਜੀ ਦੀ ਬੇਨਤੀ ਤੇ ਮੈਂ ਇੱਕ ਪਲੇ ਗੁਸ਼ਟਨ ਭਾਜੀ ਦਾ ਜਿਹੜਾ 2 ਕਰੈਕਟਰ ਦਾ ਪਲੇ ਸੀ ਉਹਨੂੰ ਰਿਕਾਰਡ ਕੀਤਾ ਆਪਣੀਆਂ ਬੋਥ ਡਾਟਰਸ ਦੀ ਹੈਲਪ ਲੈ ਕੇ। ਸਾਰੀ ਫੈਮਿਲੀ ਨੂੰ ਇਨਵੋਲਵ ਕੀਤਾ। ਹਾਂਜੀ, ਯੈਸ ਯਾ। ਉਹ ਰਿਕਾਰਡ ਕੀਤਾ, ਫਾਈਲਾਂ ਨਹੀਂ ਖੁੱਲੀਆਂ, ਫਾਈਲਿੰਗ ਦੀ ਪ੍ਰੋਬਲਮ ਆ ਗਈ, ਟੈਕਨੀਕਲ ਪ੍ਰੋਬਲਮਸ ਆ ਗਈਆਂ ਤੇ ਦੈਨ ਫਿਰ ਹੋਰ ਕੋਈ ਚੁਆਇਸ ਨਹੀਂ ਸੀ ਕਿਉਂਕਿ ਸਟੋਰੀ ਟੈਲਿੰਗ ਇਜ਼ ਅ ਪਾਰਟ ਆਫ ਅ ਟ੍ਰੇਨਿੰਗ ਵਿਚ ਵੀ ਯੂਜ਼ ਇਨ ਆਵਰ ਕਾਲਜ ਐਜੂਕੇਸ਼ਨ। So that was the only option left over। Second thing, ਮੇਰਾ ਜਿਹੜਾ ਸਟੇਟ ਆ which is ਸਾਊਥ ਕੈਰੋਲਾਈਨਾ, ਇਹ ਪਹਿਲੇ 3 ਸਟੇਟਾਂ ਦੇ ਵਿੱਚੋਂ ਹੌਟ ਸਪੌਟ ਆ ਅੱਜ ਦੀ ਡੇਟ ਦੇ ਵਿੱਚ। ਕਰੋਨਾ every single day from 1500 to 2000 cases ਜਿਹੜੇ ਉਹ ਐਡ ਹੋ ਰਹੇ ਨੇ। ਸੋ ਉਸ ਸਿਚੁਏਸ਼ਨ ਦੇ ਵਿੱਚ ਮੇਰੇ ਲਈ ਕੋਈ ਪੋਸਿਬਿਲਿਟੀ ਨਹੀਂ ਸੀ। ਮੇਰੇ ਕੋਲ ਕੁਝ ਲੋਕ ਹੈਗੇ ਨੇ ਥੀਏਟਰ ਨਾਲ ਜੁੜੇ ਹੋਏ ਫਰੀਦਕੋਟ ਤੋਂ, ਜਲੰਧਰ ਤੋਂ, ਕੋਈ ਪੋਸਿਬਿਲਿਟੀ ਨਹੀਂ ਸੀ ਕਿ ਮੈਂ ਉਹਨਾਂ ਨੂੰ ਬੁਲਾਉਂਦਾ। ਮੈਂ ਸਮਝ ਗਈ, ਹਾਲਾਤ ਹੀ ਇਦਾਂ ਦੇ ਸੀ। ਬਿਲਕੁਲ ਨਹੀਂ, ਪਰ ਫਿਰ ਵੀ ਤੁਸੀਂ ਬਹੁਤ ਵਧੀਆ ਮਤਲਬ ਇਸ ਚੀਜ਼ ਨੂੰ ਪ੍ਰੈਜ਼ੈਂਟ ਕੀਤਾ। ਉਸ ਲਈ ਤੁਹਾਨੂੰ ਸਾਡੇ ਦਰਸ਼ਕ ਵੀ ਵਧਾਈ ਦੇ ਰਹੇ ਨੇ। ਸਾਡੇ ਨਾਲ ਬਹੁਤ ਸਾਰੇ ਦਰਸ਼ਕ ਜੁੜ ਚੁੱਕੇ ਨੇ। ਬਲਕਾਰ ਸਿੱਧੂ ਜੀ ਜੁੜੇ ਹੋਏ ਨੇ, ਸੁਖਵਿੰਦਰ ਕੌਰ ਜੁੜੇ ਨੇ, ਪਿੰਕੀ ਸੱਗੂ ਜੁੜੇ ਨੇ, ਡਾਕਟਰ ਕਮਲੇਸ਼ ਉੱਪਲ ਜੀ ਜੁੜੇ ਨੇ। ਸਾਰੇ ਤੁਹਾਨੂੰ ਬਹੁਤ ਵਧਾਈ ਦੇ ਰਹੇ ਨੇ। ਹਰਵਿੰਦਰ ਬੱਬਲੀ ਯਾਦ ਕਰ ਰਹੇ ਨੇ, ਤੁਹਾਨੂੰ ਕੰਗ੍ਰੇਟਸ ਕਰ ਰਹੇ ਨੇ, ਵਿਸ਼ ਕਰ ਰਹੇ ਨੇ। ਜਗਜੀਤ ਸਰੀਨ ਜੀ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ ਕਿ 20 ਮੰਚ ਨੂੰ ਵਧਾਈ ਦੇ ਰਹੇ ਨੇ ਕਿ ਤੁਸੀਂ ਸਾਨੂੰ, ਅਸੀਂ ਤਾਂ ਆਪਣੇ ਇਰਦ ਗਿਰਦ ਦੇ ਰਣਕਰਮੀਆਂ ਨੂੰ ਜਾਣਦੇ ਸੀ, ਪਰ ਤੁਸੀਂ ਇਸ ਮੰਚ ਦੇ ਜ਼ਰੀਏ ਸਾਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਉਹਨਾਂ ਕਲਾਕਾਰਾਂ ਨੂੰ ਮਿਲਾਇਆ ਜਿਨ੍ਹਾਂ ਨੂੰ ਕਿ ਸਾਨੂੰ ਮਿਲਣ ਦਾ ਮੌਕਾ ਨਹੀਂ ਸੀ ਲੱਗਣਾ। ਬਹੁਤ ਬਹੁਤ ਸ਼ੁਕਰੀਆ 20 ਮੰਚ ਦਾ। ਸਾਡੇ ਦਰਸ਼ਕਾਂ ਦਾ ਫਤਿਹ ਸੋਹੀ ਜੁੜੇ ਹੋਏ ਨੇ,
ਹਰਮੀਤ ਸਿੰਘ ਜੁੜੇ ਹੋਏ ਨੇ, ਕੁਮਾਰ ਪਵਨਦੀਪ ਤੁਹਾਡੇ ਨਾਲ ਵੀ ਜੀ ਵਿਸ਼ ਕਰ ਰਹੇ ਨੇ, ਉਸ ਟਾਈਮ ਦੇ ਨਾਟਕ ਯਾਦ ਕਰ ਰਹੇ ਨੇ, ਬੱਕਰੀ, ਮਦਰ ਕਰੇਸ਼, ਵਾਰਿਸ, ਟੋਬਾ ਟੇਕ ਸਿੰਘ ਆਪਣੇ ਯਾਦਾਂ ਤਾਜ਼ੀਆਂ ਕਰ ਰਹੇ ਨੇ, ਰਮਨ ਢਿੱਲੋਂ ਜੀ, ਹਰਵਿੰਦਰ ਕੌਰ ਬਬਲੀ ਜੀ ਤੁਹਾਨੂੰ ਵਿਸ਼ ਕਰ ਰਹੇ ਨੇ, ਦਲਜੀਤ ਡਾਲੀ ਤੁਹਾਡੇ ਕਲਾਸਮੇਟ, ਸੁਰੇਸ਼ ਮਹਿਤਾ ਜੀ ਸਵਾਗਤ ਹੈ ਤੁਹਾਡਾ ਵੀ ਜੀ। ਸਬਦੀਸ਼ ਜੀ ਲਿਖ ਰਹੇ ਨੇ, ਸ਼ਾਲਾ ਨਵੇਂ ਬੱਚੇ ਵੀ ਬੀਤੀ ਦਿਨਾਂ ਜਿਹੇ ਮਾਹੌਲ ਦਾ ਮਜ਼ਾ ਲੈਣ ਦੇ ਸਮਰੱਥ ਹੋ ਸਕਣ, ਯੂਨੀਵਰਸਿਟੀ ਸਟਾਫ ਪੂਰਾ ਕਰਨ ਦੀ ਭੂਮਿਕਾ ਨਿਭਾ ਕੇ ਫਰਜ਼ ਅਦਾ ਕਰਨ। ਇਹਨਾਂ ਨੇ ਤੁਹਾਡੇ ਉਸ ਪੀਰੀਅਡ ਤੇ ਜੋ ਸਟਾਫ ਉਹਦੇ ਬਾਰੇ ਗੱਲ ਕੀਤੀ ਹੈ। ਡਾਕਟਰ ਕਮਲੇਸ਼ ਉੱਪਲ ਜੀ ਨੇ, ਸੁਰੇਸ਼ ਮਹਿਤਾ ਜੀ, ਸਾਡੇ ਇੱਕ ਹੋਰ ਸੀਨੀਅਰ ਰੂਬੀ ਜੀ ਸਿੰਘ ਰਵਿੰਦਰ, ਉਹ ਵੀ ਆਪਾਂ ਨੂੰ ਜੁਆਇਨ ਕੀਤਾ ਹੋਇਆ ਉਹਨਾਂ ਨੇ। ਹੀ ਡਿਡ ਕਾਲੀਦਾਸ ਸੋ ਵੈਲ, ਹਰਵਿੰਦਰ ਕੌਰ ਬਬਲੀ ਜੀ, ਬਹੁਤ ਸਾਰੇ ਦਰਸ਼ਕ, ਸ਼ੁਕਰੀਆ ਦਰਸ਼ਕੋ ਤੁਹਾਡਾ, ਥੈਂਕ ਯੂ। ਅਵੀ ਜੀ ਹੁਣ ਆਪਾਂ ਇਹ ਹੋਰ ਚਰਚਾ ਕਰਦੇ ਆ, ਬੰਚ ਬੜੇ ਸਵਾਲ ਆ ਰਹੇ ਨੇ, ਮੇਰੇ ਤਾਂ ਆਉਣੇ ਹੀ ਆਉਣੇ ਆ ਕਿਉਂਕਿ ਮੈਂ ਤੁਹਾਡੀ ਜੂਨੀਅਰ ਆ, ਮੈਨੂੰ ਜਿਗਿਆਸਾ ਹੈ ਥੀਏਟਰ ਦੀ ਵਿਦਿਆਰਥਣ ਆ। ਮੈਨੂੰ ਇਹ ਦੱਸੋ, ਤੁਸੀਂ ਉਸ ਯੂਨੀਵਰਸਿਟੀ 'ਚ ਪੜ੍ਹਾ ਰਹੇ ਹੋ, ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ, ਤੁਹਾਨੂੰ ਉੱਥੋਂ ਦੇ ਸਟੱਡੀ, ਤੁਸੀਂ ਐਮਏ ਉੱਥੇ ਵੀ ਕੀਤੀ ਜਾ ਕੇ ਤੇ ਐਮਏ ਇੱਥੇ ਵੀ ਕਰਕੇ ਗਏ ਸੀ, ਕੰਪੈਰੇਟਿਵ ਸਟੱਡੀ ਜੇ ਆਪਾਂ ਕਰਦੇ ਹਾਂ ਥੀਏਟਰ ਦੀ, ਕਿ ਉੱਥੇ ਦਾ ਥੀਏਟਰ ਜਿਹੜਾ ਹੈਗਾ ਨਾਟ ਓਨਲੀ ਪੰਜਾਬੀ ਰੰਗਮੰਚ ਥੀਏਟਰ, ਉਹਦੀਆਂ ਜੋ ਮੈਥਡੋਲੋਜੀ, ਉਹਦੀ ਆਈਡੀਓਲੋਜੀ ਹੈ, ਜੋ ਉਹਦਾ ਟਰਮਸ ਨੇ, ਉਹਨੂੰ ਤੁਸੀਂ ਕਿੱਦਾਂ ਮਤਲਬ ਕੰਪੈਰੀਜ਼ਨ ਕਰਦੇ ਹੋ ਕਿ ਉਹ ਕਿਵੇਂ, ਮਤਲਬ ਉਹਨਾਂ ਦਾ ਕਿੱਦਾਂ ਦਾ ਸਟਾਈਲ ਹੈ ਥਿਓਰੈਟੀਕਲ ਪੁਆਇੰਟ ਆਫ ਵਿਊ? ਜਦੋਂ ਆਪਾਂ ਇੱਥੇ BA ਕਰਦੇ ਹਾਂ ਇਸ ਕੰਟਰੀ ਦੇ ਵਿੱਚ, ਹਾਂਜੀ, ਤਾਂ ਉਹ ਤੁਹਾਨੂੰ ਇੱਕ ਫੀਲਡ ਚੁਣਨ ਲਈ ਮੌਕਾ ਦੇ ਦਿੰਦੇ ਆ ਕਿ ਇਹ ਤੁਹਾਡਾ ਸਬਜੈਕਟ ਹੈ ਜਿਹਦੇ ਵਿੱਚ ਤੁਸੀਂ ਸਪੈਸ਼ਲਾਈਜੇਸ਼ਨ ਹਾਸਲ ਕਰਨੀ ਹੈ। ਤੇ ਉਹ ਸਪੈਸ਼ਲਾਈਜੇਸ਼ਨ MA ਦੇ ਵਿੱਚ ਜਾ ਕੇ ਫਿਰ ਐਕਸਟ੍ਰੀਮ ਲੈਵਲ ਤੇ ਪਹੁੰਚ ਜਾਂਦੀ ਹੈ, ਜਿਹਦੇ ਵਿੱਚ ਰਿਸਰਚ ਵੀ ਹੁੰਦੀ ਆ। ਜਿਵੇਂ ਫੋਰ ਐਗਜ਼ਾਮਪਲ ਮੈਂ ਜਦੋਂ MA ਕੀਤੀ, ਆਈ ਵਾਜ਼ ਇਨ ਐਕਟਿੰਗ, ਸੋ ਮੇਰੀ ਜਿਹੜੀ ਸਪੈਸ਼ਲਾਈਜੇਸ਼ਨ ਉਹ ਐਕਟਿੰਗ ਮੇਜਰ, ਵੀ ਮੇਜਰ ਸਬਜੈਕਟ ਕਿਹੜਾ ਚੁਣਨਾ ਤੁਸੀਂ, ਉਹਦੇ ਵਿੱਚ ਡਾਇਰੈਕਸ਼ਨ ਸੀ, ਉਹਦੇ ਵਿੱਚ ਲਾਈਟਿੰਗ ਸੀ, ਉਹਦੇ ਵਿੱਚ ਡਿਜ਼ਾਈਨਿੰਗ ਸੀ। ਸੋ ਇਹ ਹੋ ਹੀ ਨਹੀਂ ਸਕਦਾ ਵੀ ਤੁਸੀਂ ਡਿਗਰੀ ਕੀਤੀ ਹੋਈ ਆ ਔਰ ਉਸ ਸਪੈਸ਼ਲਾਈਜੇਸ਼ਨ ਤੁਹਾਡੇ ਕੋਲ ਆ ਤੇ ਤੁਹਾਨੂੰ ਜੌਬ ਨਾ ਮਿਲੇ ਜਾਂ ਫੀਲਡ ਦੇ ਵਿੱਚ ਕੁਝ ਤੁਹਾਨੂੰ ਹਾਸਲ ਨਾ ਹੋਵੇ। ਮੈਂ ਐਗਜ਼ਾਮਪਲ ਜਿਹੜਾ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ ਇੱਥੇ ਡਿਗਰੀ ਕੀਤੀ, ਉਸ ਤੋਂ ਬਾਅਦ ਡਿਗਰੀ ਤੋਂ ਬਾਅਦ ਰਾਈਟ ਵੇ ਨੈਕਸਟ ਈਅਰ ਮੇਰੀ ਜਿਹੜੀ ਜੌਬ ਆ ਉਹ ਸ਼ੁਰੂ ਹੋ ਗਈ ਸੀਗੀ। ਪਹਿਲਾਂ ਪਾਰਟ ਟਾਈਮ ਪ੍ਰੋਫੈਸਰ ਲਾਈਕ ਐਡਜੰਕਟ ਦੇ ਜੌਬ ਤੇ, ਉਸ ਤੋਂ ਬਾਅਦ ਫਿਰ 1 ਸਾਲ ਦੇ ਅੰਦਰ ਅੰਦਰ ਹੀ ਦੇ saw my performance and then they hired me for a permanent professor। ਸੋ ਜਿਹੜਾ ਫਰਕ ਤੁਸੀਂ ਕਿਹਾ ਕਿ ਕੰਪੈਰੇਟਿਵ, ਇਹ ਜ਼ਮੀਨ ਅਸਮਾਨ ਦਾ ਫਰਕ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੇ ਕੋਲ ਐਕਟਰਸ ਨਹੀਂ ਹੈਗੇ ਜਾਂ ਸਾਡੇ ਕੋਲ ਡਾਇਰੈਕਟਰਸ ਨਹੀਂ ਹੈਗੇ, ਜਾਂ ਟੈਕਨੀਕਲ ਪੁਆਇੰਟ ਆਫ ਵਿਊ ਤੋਂ, ਰਿਸੋਰਸਿਸ ਪੁਆਇੰਟ ਆਫ ਵਿਊ ਤੋਂ ਇੱਥੇ ਹਾਈ ਸਕੂਲ ਦਾ ਥੀਏਟਰ ਵੀ ਸਾਡੀ ਯੂਨੀਵਰਸਿਟੀ ਦੇ ਥੀਏਟਰ ਤੋਂ ਕਿਤੇ ਜ਼ਿਆਦਾ ਅੱਵਲ ਆ। ਉਹਦੀ ਵਜ੍ਹਾ ਇਹ ਹੈ, ਉਹਦੀ ਵਜ੍ਹਾ ਕਿ ਰਿਸੋਰਸਿਸ ਇੰਨੇ ਜ਼ਿਆਦਾ ਨੇ ਇੱਥੇ ਉਹਨਾਂ ਕੋਲੇ ਪੜ੍ਹਨ ਲਈ, ਕਰਨ ਲਈ, ਟੈਕਨੀਕ ਲਈ। ਮੇਰੇ ਆਪਣੇ ਡਿਪਾਰਟਮੈਂਟ ਵਿੱਚ ਇੱਕ ਕੈਮਰਾ ਮੰਗਵਾਉਣ ਦੀ ਖਾਤਰ ਸਾਨੂੰ ਪਤਾ ਕਿ ਕਿਹੜੇ ਕਿਹੜੇ ਹਾਲਾਤਾਂ ਚੋਂ ਲੰਘਣਾ ਪਿਆ ਔਰ ਕਿਵੇਂ ਅਸੀਂ ਸ਼ੂਟਿੰਗ ਕਰਨ ਦੇ ਕਾਬਿਲ ਹੋਏ ਸੀ, ਬਿਕਾਜ਼ ਵੀ ਵਰ ਦਾ ਫਸਟ ਔਰ ਸੈਕੰਡ ਬੈਚ ਕੇ ਥੀਏਟਰ ਐਂਡ ਟੈਲੀਵਿਜ਼ਨ, ਹਾਂਜੀ, ਇੱਕ ਸਮੈਸਟਰ ਹੁੰਦਾ ਆਪਣਾ। ਹਾਂਜੀ, ਬਿਲਕੁਲ, ਹਾਂਜੀ। ਔਰ ਬਹੁਤ ਖੁਸ਼ਕਿਸਮਤ ਸੀ ਕਿ ਉਹ ਕੈਮਰਾ ਆਇਆ, ਅਸੀਂ ਖੁਦ ਪ੍ਰੋਡਕਸ਼ਨ ਕੀਤੀ ਡਿਪਾਰਟਮੈਂਟ ਦੇ ਵਿੱਚ। ਇਵਨ ਜਲੰਧਰ ਦੂਰਦਰਸ਼ਨ ਮੈਡਮ ਬੈਲ ਸਾਨੂੰ ਲੈ ਕੇ ਗਏ, ਉੱਥੇ 10-15 ਦਿਨ ਦੀ ਸਾਡੀ ਟ੍ਰੇਨਿੰਗ ਹੋਈ, ਪਤਾ ਲੱਗਿਆ ਟੀਵੀ ਪ੍ਰੋਡਕਸ਼ਨ ਕੀ ਹੁੰਦੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਉੱਥੇ ਸਿੱਖੀਆਂ ਸੀ, ਇੱਥੇ ਆ ਕੇ ਉਹ ਬੇਸਿਕਸ ਹੋ ਗਈਆਂ। ਔਰ ਮੈਨੂੰ ਮਤਲਬ ਇੱਕ ਮਿੰਟ ਭਾਜੀ, ਮਤਲਬ ਤੁਹਾਨੂੰ ਇੱਥੇ ਕੀਤੀ ਸਟੱਡੀ ਜੋ ਤੁਸੀਂ ਇੰਡੀਆ ਦੇ ਵਿੱਚ ਕੀਤੀ, ਉਹਨੇ ਤੁਹਾਨੂੰ ਉੱਥੇ ਇੱਕ ਬੇਸ ਦਿੱਤਾ, ਇੱਕ ਬੇਸ ਹੈਲਪ ਕੀਤੀ। ਬਿਲਕੁਲ, ਜਿਹੜੀ ਮੇਰੀ MA ਸੀ ਉਹਨੇ ਮੈਨੂੰ ਇੱਕ ਤਰ੍ਹਾਂ ਨਾਲ ਇਹ ਇੱਥੇ ਲਿਆ ਕੇ ਖੜਾ ਕੀਤਾ ਵੀ ਤੂੰ ਉੱਥੋਂ BA ਕਰਕੇ ਆਇਆ। ਔਰ ਜਦੋਂ ਮੈਂ ਇੱਥੇ ਉਹ ਜ਼ੀਰੋ ਤੋਂ ਸ਼ੁਰੂ ਕੀਤੀ, ਦੈਨ ਆਈ ਗੋਨ ਥਰੂ ਸੋ ਮੈਨੀ ਪ੍ਰੋਸੈਸਿਸ। ਮੈਂ ਆਪਣੇ ਬੈਚ ਦੇ ਵਿੱਚ ਇੱਥੇ ਉਮਰ ਦੇ ਵਿੱਚ ਸਾਰੇ ਅਮਰੀਕਨ ਸਟੂਡੈਂਟਸ ਤੋਂ ਵੱਡਾ ਸੀਗਾ, ਸੋ ਸਮਟਾਈਮਸ ਉਹਨਾਂ ਨੂੰ ਵੀ ਥੋੜਾ ਆਡ ਫੀਲ ਹੁੰਦਾ ਸੀ ਔਰ ਮੈਨੂੰ ਵੀ, ਬਟ ਵੀ ਡਿਡ ਗੋ ਥਰੂ। ਉਹ ਗੋ ਥਰੂ ਇਸ ਲਈ ਕਿ ਸਿਸਟਮ ਤੁਹਾਨੂੰ ਉਸ ਸਿਸਟਮ ਦੇ ਵਿੱਚ ਵੜ ਕੇ ਇੱਕ ਤਰ੍ਹਾਂ ਨਾਲ ਸਮੂਥ ਟ੍ਰੇਨਿੰਗ ਦੇ ਪ੍ਰੋਸੈਸ ਚੋਂ ਏਦਾਂ ਕੱਢ ਦਿੰਦਾ ਕਿ ਜਦੋਂ ਤੁਸੀਂ ਨਿਕਲਦੇ ਹੋ ਤੁਸੀਂ ਇੰਨਾ ਕੁ ਕੌਨਫੀਡੈਂਟ ਹੁੰਦੇ ਹੋ ਕਿ ਯਾਰ ਆਓ ਮੇਰੇ ਨਾਲ ਇਸ ਫੀਲਡ ਤੇ ਗੱਲ ਕਰੋ। ਸੋ ਦੈਟਸ ਦ ਡਿਫਰੈਂਸ। ਇਨ ਅਦਰ ਵਰਡਸ, ਜੇ ਮੈਂ ਸਿੰਪਲ ਸ਼ਬਦਾਂ 'ਚ ਇਹ ਗੱਲ ਕਹਿਣੀ ਚਾਹਾਂ ਗੋਲਡੀ, ਕਿ ਵੀ ਆਰ ਮੋਰ ਥਿਓਰੈਟੀਕਲ ਐਂਡ ਦੇ ਆਰ ਮੋਰ ਪ੍ਰੈਕਟੀਕਲ। ਹਰ ਚੀਜ਼ ਪ੍ਰੈਕਟੀਕੈਲਿਟੀ ਚੋਂ ਲੰਘ ਕੇ ਤੁਹਾਨੂੰ ਉਸ ਲੈਵਲ ਤੇ ਖੜਾ ਕਰ ਦਿੰਦੇ ਆ ਕਿ ਯੂ ਆਰ ਨਾਓ ਯੂ ਹੈਵ ਦ ਡਿਗਰੀ, ਯੂ ਕੁਡ ਡੂ ਦਿਸ। ਚਾਹੇ ਉਹ ਲਾਈਟਿੰਗ ਹੈ, ਤੁਸੀਂ ਹੁਣ ਉੱਥੇ ਕਿਹੜਾ ਸਬਜੈਕਟ ਟੀਚ ਕਰ ਰਹੇ ਹੋ ਥੀਏਟਰ ਦੇ ਵਿੱਚ, ਜਿੱਦਾਂ ਆਪਣੇ ਇੱਥੇ ਐਕਟਿੰਗ, ਡਾਇਰੈਕਸ਼ਨ, ਸਟੇਜ ਕ੍ਰਾਫਟ, ਉੱਥੇ ਕੀ ਕਰ ਰਹੇ ਹੋ? ਮੈਂ ਐਕਟਿੰਗ ਦੀਆਂ ਕਲਾਸਿਸ ਲੈਣਾ ਤੇ ਹਿਸਟਰੀ ਆਫ ਥੀਏਟਰ, ਵੈਸਟਰਨ ਹਿਸਟਰੀ ਆਫ ਥੀਏਟਰ from Aristotle to today, modern Broadway. That's my 2 subjects. So one semester
I do the production one semester, the other professor, another semester, the other. We are like 4 professors, full-fledged professors of theatre. ਔਰ ਸਾਨੂੰ each time ਇੱਕ ਨੂੰ ਮੌਕਾ ਦਿੱਤਾ ਜਾਂਦਾ ਕਿ ਇਸ ਵਾਰੀ ਪ੍ਰੋਡਕਸ਼ਨ ਤੁਸੀਂ ਕਰ ਲਓ। ਔਰ ਹੋਰ ਸਭ ਤੋਂ ਇਹੀ ਵੱਡੀ ਸਵਾਲ ਮੇਰੇ ਗੱਲ ਮਨ ਚ ਆ ਰਿਹਾ ਸੀ ਵੀ ਤੁਸੀਂ ਇੱਕ ਸਾਲ ਦੇ ਵਿੱਚ ਕਿੰਨੀਆਂ ਪ੍ਰੋਡਕਸ਼ਨ ਸਟੂਡੈਂਟਸ ਨਾਲ ਕਰਦੇ ਹੋ? each semester one production ਓਕੇ ਹੈ। ਹਾਂਜੀ ਓਕੇ। ਬਿਲਕੁਲ each semester one ਇੱਕ ਭਾਜੀ production। ਮੈਨੂੰ ਹੋਰ ਸਵਾਲ ਆ ਰਿਹਾ, ਮਤਲਬ ਮੇਰੀ ਜਿਗਿਆਸਾ ਅੱਜ ਬਹੁਤ ਜ਼ਿਆਦਾ ਹੈ। ਹਾਂਜੀ ਮੈਨੂੰ ਇਹ ਦੱਸੋ ਵੀ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਮੂਵ ਕਰਦੇ ਹੋ ਐਜ਼ ਏ ਲੇਮੈਨ ਜਾਂ ਐਜ਼ ਏ ਰੰਗਕਰਮੀ, ਉੱਥੋਂ ਦਾ ਥੀਏਟਰ ਜਦੋਂ ਸਾਡੇ ਪੰਜਾਬੀ ਇੱਧਰੋਂ ਜਾ ਕੇ ਥੀਏਟਰ ਕਰਦੇ ਨੇ, ਵਿਜ਼ਿਟਿੰਗ ਡਾਇਰੈਕਟਰ ਜਾਂਦੇ ਨੇ ਜਾਂ ਆਪਣੇ ਪ੍ਰੋਡਕਸ਼ਨਸ ਲੈ ਕੇ ਜਾਂਦੇ ਨੇ, ਕੀ ਗੋਰੇ ਉਹਨਾਂ ਪ੍ਰੋਡਕਸ਼ਨਸ ਨੂੰ ਉਦਾਂ ਇੰਜੋਏ ਕਰਦੇ ਨੇ, ਉਦਾਂ ਦੇਖਣ ਆਉਂਦੇ ਨੇ, ਜਾਂ ਸਾਡੇ ਪੰਜਾਬੀ ਉਹ ਦੇਖਦੇ ਨੇ, ਜਾਂ ਜਿਹੜੀਆਂ ਉੱਧਰ ਦੀਆਂ ਪ੍ਰੋਡਕਸ਼ਨਸ ਨੇ, ਜਿਹੜੀ ਗੋਰਿਆਂ ਦੀਆਂ ਪ੍ਰੋਡਕਸ਼ਨਸ ਨੇ, ਉਹਨਾਂ ਨੂੰ ਸਾਡੇ ਪੰਜਾਬੀ ਕਿਸ ਰੂਪ ਚ ਦੇਖਦੇ ਨੇ? ਕਿੱਦਾਂ ਦੀ ਮਤਲਬ ਆਡੀਅנס ਦਾ ਜਿਹੜਾ ਰੁਝਾਨ ਹੈ ਉਹ ਕਿੱਦਾਂ ਦਾ? ਜੇ ਤੁਸੀਂ ਪ੍ਰੋਡਕਸ਼ਨ ਦੇਖਣ ਦੀ ਗੱਲ ਕਰੋਗੇ ਤਾਂ ਪ੍ਰੋਬੇਬਲੀ ਕੋਈ ਗੋਰਾ ਜੇ ਆਊਗਾ ਤਾਂ ਉਹ ਐਜੂਕੇਸ਼ਨਲ ਪੁਆਇੰਟ ਆਫ ਵਿਊ ਤੋਂ ਜ਼ਰੂਰ ਆ ਸਕਦਾ, ਪਰ ਸਾਡੀ ਆਡੀਅנס ਜਿਹੜੀ ਆ ਉਹ ਸਾਡੇ ਤੱਕ ਹੀ ਸੀਮਤ ਆ, ਸਾਡੇ ਆਪਣੇ ਕਲਚਰ ਤੱਕ, ਸਾਡੀ ਆਪਣੀ ਭਾਸ਼ਾ ਤੱਕ। ਤੇ ਬਹੁਤੇ ਜਿਹੜੇ ਇੱਥੋਂ ਦੀ ਕਮਿਊਨਿਟੀ ਦੇ ਲੋਕ ਨੇ ਉਹ ਉਸ ਪ੍ਰੋਡਕਸ਼ਨ ਦੇ ਵਿੱਚ ਜਾਂ ਉਸ ਪ੍ਰੋਡਕਸ਼ਨ ਨੂੰ ਆਨੰਦ ਮਾਣਨ ਦੇ ਵਿੱਚ ਬਿਲਕੁਲ ਨਹੀਂ ਆਉਂਦੇ ਹੈਗੇ। ਹਾਂ ਜੇ ਆ ਸਕਦੇ ਆ, ਫੋਰ ਐਗਜ਼ਾਮਪਲ ਮੈਨੂੰ ਕੋਈ ਜਾਣਦਾ, ਮੈਂ ਕਿਸੇ ਨੂੰ ਨਾਲ ਲੈ ਗਿਆ ਕਿ ਚੱਲ ਆ ਸਾਡੇ ਕੰਟਰੀ ਦੀ ਪ੍ਰੋਡਕਸ਼ਨ ਆਈ ਆ, ਦੈਟਸ ਡਿਫਰੈਂਟ ਸਟੋਰੀ। ਪਰ ਜੇ ਤੁਸੀਂ ਕਹੋ ਫੁੱਲ ਫਲੇਜ ਟਿਕਟ ਲੈ ਕੇ ਕੋਈ ਪੰਜਾਬੀ ਇੰਡੀਅਨ ਸ਼ੋਅ ਦੇਖਣ ਜਾਵੇ, ਦੈਟਸ ਨਾਟ देयर ਐਟ ਪ੍ਰੈਜ਼ੈਂਟ। ਯੈਸ, ਇਹ ਗੱਲ ਨਹੀਂ ਹੈਗੀ, ਅਜੇ ਨਹੀਂ ਆਈ ਹੈਗੀ। ਹਾਂ ਅਗਰ ਕਿਸੇ ਯੂਨੀਵਰਸਿਟੀ 'ਚ ਤੁਸੀਂ ਸ਼ੋਅ ਕਰ ਰਹੇ ਹੋ, ਦੈਟਸ ਡਿਫਰੈਂਟ ਸਟੋਰੀ, ਕਿਉਂਕਿ ਉਹਨਾਂ ਦਾ ਜਿਹੜਾ ਰੈਪਰਟ ਹੁੰਦਾ, ਉਹਨਾਂ ਦੀ ਜਿਹੜੀ ਸੁਜੈਸ਼ਨਸ ਹੁੰਦੇ ਆ, ਉਹਨਾਂ ਦਾ ਜਿਹੜੀ ਪ੍ਰੇਰਨਾ ਹੁੰਦੀ ਆ ਸਟੂਡੈਂਟਸ ਦੀ ਹੋਰ ਹੁੰਦੀ ਆ, ਸੋ ਦੇ ਇੰਜੋਏ ਇਟ ਡਿਫਰੈਂਟ ਵੇ। ਭਾਜੀ ਜਿਹੜੀ ਤੁਸੀਂ ਉੱਥੇ ਪ੍ਰੋਡਕਸ਼ਨ ਕਰਦੇ ਹੋ, ਉਹ ਤੁਸੀਂ ਉਸੇ ਲੈਂਗੁਏਜ 'ਚ ਕਰਦੇ ਹੋ ਜਾਂ ਤੁਸੀਂ ਕਦੇ ਐਕਸਪੈਰੀਮੈਂਟ ਕੀਤਾ ਕੋਈ ਛੋਟਾ ਜਿਹਾ ਪੀਸ ਪੰਜਾਬੀ ਪ੍ਰੋਡਕਸ਼ਨ ਦਾ, ਜਾਂ ਤੁਹਾਨੂੰ ਕਦੇ ਲੱਗਿਆ ਕੋਈ ਇੰਡੀਅਨ ਲਿਟਰੇਚਰ ਨੂੰ ਤੁਸੀਂ ਮਤਲਬ ਖੇਡੋ, ਕੁਛ ਏਦਾਂ ਦੀ ਕਦੇ ਤੁਹਾਨੂੰ ਉਧਰ ਦੇ ਸਬਜੈਕਟ ਮਤਲਬ ਉਸ MA ਦੇ ਵਿੱਚ ਕੋਈ ਏਦਾਂ ਦਾ ਹੈਗਾ ਤੁਹਾਡੇ ਕੋਲ, ਮੈਂ ਕੀ ਕਹਾਂ, ਪਲੇਟਫਾਰਮ ਕਿ ਤੁਸੀਂ ਆਪਣੀ ਲੈਂਗੁਏਜ ਮਤਲਬ ਇੰਡੀਅਨ ਲੈਂਗੁਏਜ ਨੂੰ ਤੁਸੀਂ ਪ੍ਰਮੋਟ ਕਰੋ ਜਾਂ ਉਹਦੇ ਤੇ ਕੋਈ ਐਕਸਪੈਰੀਮੈਂਟ ਕਰੋ? ਇਹਦੀ ਜਿਹੜੀ ਅਲਾਉੈਂਸ ਆ ਜਿਹੜੀ ਡਿਪਾਰਟਮੈਂਟ ਦੀ, ਉਹ ਸਾਨੂੰ 3 ਮਹੀਨੇ ਪਹਿਲਾਂ ਮੌਕਾ ਦਿੰਦੇ ਆ ਕਿ ਦਿਸ ਇਜ਼ ਯੂਅਰ ਟਰਨ ਟੂ ਡੂ ਦਾ ਪ੍ਰੋਡਕਸ਼ਨ, ਤੁਸੀਂ ਆਪਣੀ ਸਕ੍ਰਿਪਟ ਜਿਹੜੀ ਆ ਸਬਮਿਟ ਕਰੋ। ਇਹਦੇ ਵਿੱਚ ਕੋਈ ਬੰਦਿਸ਼ ਨਹੀਂ, ਤੁਸੀਂ ਹਿੰਦੀ ਦਾ ਪਲੇ ਟ੍ਰਾਂਸਲੇਟ ਕੀਤਾ ਇੰਗਲਿਸ਼ 'ਚ ਕਰਨਾ ਚਾਹੁੰਦੇ ਹੋ ਜਾਂ ਇੰਗਲਿਸ਼ ਦਾ, ਜਰਮਨੀ ਦਾ, ਕੋਈ ਐਨੀਥਿੰਗ, ਇਟਸ ਯੂਅਰ ਚੋਇਸ। ਔਰ ਉਸ ਤੋਂ ਬਾਅਦ ਉਹ ਬਜਟ ਦੀ ਲਿਸਟ ਬਣਾ ਕੇ ਆਪਣਾ ਬਜਟ ਦੇ ਦਿਓ ਕਿ ਇਸ ਪ੍ਰੋਡਕਸ਼ਨ ਤੇ ਇੰਨਾ ਖਰਚ ਹੁੰਦਾ, ਦੈਟਸ ਇਟ, ਦੈਟਸ ਦਾ ਓਨਲੀ 2 ਥਿੰਗਸ ਇਨਵੋਲਵਡ देयर, ਰੈਸਟ ਆਫ ਯੂਅਰ ਪ੍ਰੋਬਲਮ, ਯੂਅਰ ਥੀਏਟਰ। ਮਤਲਬ ਕੋਈ ਏਦਾਂ ਦੀ ਬੰਦਿਸ਼ ਨਹੀਂ ਕਿ ਤੁਸੀਂ ਇਸੇ ਲੈਂਗੁਏਜ 'ਚ ਕਰਨਾ ਹੈ ਜਾਂ ਉਸ 'ਚ ਨਹੀਂ ਕਰਨਾ, ਏਦਾਂ ਦਾ ਕੁਝ ਨਹੀਂ। ਮੈਂ ਐਕਸਪੈਰੀਮੈਂਟ ਆਪਣੀਆਂ ਐਕਟਿੰਗ ਦੀਆਂ ਕਲਾਸਾਂ ਦੇ ਵਿੱਚ, ਫੋਰ ਐਗਜ਼ਾਮਪਲ ਅਸ਼ੜਕਾ ਇੱਕ ਦਿਨ ਨੂੰ ਮੈਨੂੰ ਟ੍ਰਾਂਸਲੇਸ਼ਨ ਮਿਲ ਗਈ ਸੀ, ਸੋ ਆਈ ਡਿਡ ਇਟ। ਪ੍ਰੈਕਟੀਕੈਲਿਟੀ ਜਿਹੜੀ ਐਕਟਿੰਗ ਦੀਆਂ ਕਲਾਸਿਸ ਦੇ ਵਿੱਚ, ਉਹਨਾਂ ਨੂੰ ਮੈਂ ਡੈਫੀਨੇਟਲੀ ਬਾਕੀ ਹੋਰ ਲੈਂਗੁਏਜ ਦੇ ਪਲੇ ਨੇ ਜਿਹੜੇ ਉਹ ਟ੍ਰਾਂਸਲੇਟ ਹੋ ਇੰਗਲਿਸ਼ ਦੇ ਵਿੱਚ, ਆਈ ਡਿਡ ਯੂਜ਼ ਦੈਟ ਪ੍ਰੈਕਟਿਸ। ਪਰ ਫੁੱਲ ਫਲੈਜ ਪ੍ਰੋਡਕਸ਼ਨ ਅਜੇ ਤੱਕ ਡਿਪਾਰਟਮੈਂਟ ਦੇ ਵਿੱਚ ਜਦੋਂ ਮੈਂ ਲੱਗਿਆ ਨਹੀਂ ਕੀਤੀ, ਪਰ ਕੋਈ ਬੰਦਿਸ਼ ਨਹੀਂ ਹੈ, ਕੋਈ ਬੰਦਿਸ਼ ਨਹੀਂ। ਅਗਰ ਤੁਸੀਂ ਕਰ ਸਕਦੇ ਹੋ, ਤੁਹਾਨੂੰ ਏਦਾਂ ਦਾ ਕੁਝ ਨਹੀਂ ਹੈ ਕਿ ਤੁਸੀਂ ਇਸੇ ਲੈਂਗੁਏਜ ਦੇ ਵਿੱਚ ਕਰਨਾ, ਨਾ ਕੋਈ ਬੰਦ ਨਹੀਂ। ਭਾਜੀ ਇਹ ਸਾਰਾ ਤੁਹਾਡਾ ਸਫ਼ਰ, ਤੁਹਾਡਾ ਇੰਨਾ ਕੰਮ, ਮਤਲਬ ਖੁਸ਼ੀ ਹੁੰਦੀ ਹੈ ਕਿ ਜਿੱਦਾਂ ਅਸੀਂ ਕਹਿ ਦਿੰਦੇ ਆ ਡਿਪਾਰਟਮੈਂਟ ਤੋਂ ਪਾਸ ਆਊਟ ਸਟੂਡੈਂਟ MA ਜਿਹੜੇ ਕਰਦੇ ਵੀ ਸਾਡੇ ਲਈ ਤਾਂ ਨੌਕਰੀਆਂ ਨਹੀਂ, ਜਾਂ ਠੀਕ ਹੈ ਸਾਡੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਹੀ 2 ਨੇ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ, ਜਿੱਥੇ ਅਸੀਂ ਐਜ਼ ਏ ਟੀਚਿੰਗ ਲਾਈਨ ਨੂੰ ਚੂਜ਼ ਕਰ ਸਕਦੇ ਹਾਂ। ਤੇ ਵਧੀਆ ਲੱਗਦਾ ਕਿ ਜਦੋਂ ਸਾਡਾ ਕੋਈ ਸੀਨੀਅਰ, ਸਾਡਾ ਕੋਈ ਜੂਨੀਅਰ ਏਦਾਂ ਦੀ ਓਪਰਚੁਨਿਟੀ ਮਿਲਦੀ ਹੈ। ਮੈਨੂੰ ਲੱਗਦਾ ਵੀ ਸਾਡੀਆਂ ਗਵਰਨਮੈਂਟਾਂ ਨੂੰ, ਸਾਡੀਆਂ ਸਰਕਾਰਾਂ ਨੂੰ, ਸਾਡੇ ਯੂਨੀਵਰਸਿਟੀ ਨੂੰ ਸੋਚਣਾ ਚਾਹੀਦਾ ਕਿ ਅਸੀਂ ਵੀ ਕੁਝ ਏਦਾਂ ਦਾ ਕਰੀਏ ਕਿ ਸਾਡੇ ਬੱਚੇ ਇੰਪਲਾਇਮੈਂਟ ਮਤਲਬ ਲੈ ਸਕਣ। ਇੱਕ ਹੋਰ ਸਵਾਲ ਜਿਹੜਾ ਰਹਿ ਗਿਆ ਉਹ ਮੈਂ ਸੀ ਵੀ ਤੁਸੀਂ ਕੀ ਤੁਹਾਡੀ ਫੈਮਿਲੀ, ਜਦੋਂ ਤੁਸੀਂ ਘਰ 'ਚ ਪੈਦਾ ਹੋਏ ਹੋ, ਤੁਹਾਡੇ ਕੋਈ ਪੇਰੈਂਟਸ ਦੇ ਵਿੱਚੋਂ, ਗ੍ਰੈਂਡ ਪੇਰੈਂਟਸ ਦੇ ਵਿੱਚੋਂ ਕੋਈ ਸੀਗਾ ਥੀਏਟਰ ਨੂੰ ਮਤਲਬ ਕਰਨ ਵਾਲਾ ਜਾਂ ਪਿਆਰ ਕਰਨ ਵਾਲਾ, ਉਹ ਤੁਹਾਡੀ ਚਿੰਗ ਰਹਿ ਗਈ, ਉਹ ਕਿੱਥੋਂ ਤੁਹਾਨੂੰ ਪੈਦਾ ਹੋਈ? ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿ ਵੀ ਮੈਂ ਥੀਏਟਰ ਕਰਾਂ? ਕੀ ਤੁਹਾਡੀ ਬੈਕਗ੍ਰਾਉਂਡ ਹੋ? ਸਭ ਤੋਂ ਪਹਿਲਾਂ ਜਦੋਂ ਮੈਨੂੰ ਸਟੇਜ ਤੇ ਜਾਣ ਦਾ ਮੌਕਾ, ਦੈਟ ਵਾਸ ਇਨ 10th ਗ੍ਰੇਡ। ਜਦੋਂ ਬੈਚ ਖਤਮ ਹੋਣ ਵਾਲਾ ਸੀ ਤਾਂ ਛੋਟੇ ਛੋਟੇ ਸਕਿੱਟ ਜਿਹੜੇ ਉਹ ਸਟੂਡੈਂਟਸ ਨੇ ਆਰਗੇਨਾਈਜ਼ ਕੀਤੇ, ਔਰ ਉਸ ਸਕਿੱਟ ਦੇ ਵਿੱਚ ਇੱਕ ਕਾਮੇਡੀ ਸਕਿੱਟ ਜਿਹੜੀ ਹੈ ਫੌਜੀ ਦੀ ਫੈਮਿਲੀ, ਸੋ ਦੈਟ ਵਾਸ ਮਾਈ ਫਸਟ ਐਕਸਪੀਰੀਅੰਸ। ਉਸ ਤੋਂ ਬਾਅਦ ਗੁਰੂ ਸਰ ਸੁਧਾਰ ਜੀ ਦੀ ਖਾਲਸਾ ਕਾਲਜ ਸੁਧਾਰ ਗਏ, ਤੇ ਉੱਥੇ ਸਾਡੇ ਇੱਕ ਹਿੰਦੀ ਦੇ ਪ੍ਰੋਫੈਸਰ ਸੀ ਜਿਨ੍ਹਾਂ ਦੇ ਮਨ 'ਚ ਚਾਹਤ ਸੀ, ਜਿਨ੍ਹਾਂ ਦਾ ਥੀਏਟਰ ਨਾਲ ਬਹੁਤ ਜ਼ਿਆਦਾ ਲਗਾਓ ਸੀ। ਸੋ ਜਦੋਂ ਤੋਂ 1939 ਤੋਂ ਕਾਲਜ ਬਣਿਆ ਹੋਇਆ, ਉਹ 1939 ਜੀ ਖਾਲਸਾ ਕਾਲਜ ਸੁਧਾਰ। ਸੋ ਇਹ ਪਹਿਲਾ ਮੌਕਾ ਸੀ ਗੋਲਡੀ ਕਿ ਮੇਰਾ 2nd ਈਅਰ BA ਦਾ ਸੀਗੇ, ਜਦੋਂ ਕਾਲਜ ਨੇ
ਇੱਕ ਥੀਏਟਰ ਮੰਚ, ਇੱਕ ਮੰਚ ਉੱਥੇ ਸ਼ੁਰੂ ਕੀਤਾ ਕਿ ਹਾਂ ਸਾਡੇ ਕਾਲਜ ਨੂੰ ਵੀ ਥੀਏਟਰ ਦੇ ਵਿੱਚ ਪੈਰ ਰੱਖਣਾ ਚਾਹੀਦਾ। ਹਾਂਜੀ। ਤੇ ਉਹ ਜਦੋਂ ਉਹਨਾਂ ਨੇ ਆਪਣੇ ਕਾਲਜ ਦੀ ਮੈਨੇਜਮੈਂਟ ਨੂੰ ਕਿਹਾ ਕਿ ਮੈਂ ਥੀਏਟਰ ਪ੍ਰੋਡਕਸ਼ਨ ਕਰਨੀ ਚਾਹੁੰਦਾ, ਤੇ ਉੱਥੋਂ ਉਹਨਾਂ ਨੂੰ ਮੌਕਾ ਮਿਲਿਆ, ਕਾਲਜ ਦੇ ਮੰਚ ਨੂੰ ਮੌਕਾ ਮਿਲਿਆ ਕਿ ਹਾਂ ਇਹਨਾਂ ਦੀ ਪ੍ਰੋਡਕਸ਼ਨ ਕਰਨ ਦਿੱਤੀ ਜਾਵੇ। ਤੇ ਉਦੋਂ ਅਸੀਂ ਪਹਿਲਾ ਪਲੇ 3.5 ਲੱਤਾਂ ਵਾਲਾ ਮੇਜ਼ ਜਿਹੜਾ ਉਹ ਜੋ ਕਾਲਜ ਦੇ ਕੰਪੀਟੀਸ਼ਨ ਚੱਲਦੇ ਨੇ ਉੱਥੇ, ਉਹਦੇ ਵਿੱਚ ਅਸੀਂ ਲੈ ਕੇ ਗਏ। ਸੋ ਦੈਟ ਵਾਸ ਮਾਈ ਫਸਟ ਐਕਸਪੀਰੀਅੰਸ ਐਜ਼ ਐਨ ਐਕਟਰ ਟੂ ਬੀ ਔਨ ਸਟੇਜ। ਨਹੀਂ, ਉਦੋਂ ਤੁਹਾਡੇ ਪੇਰੈਂਟਸ ਨੇ ਨਹੀਂ ਕਿਹਾ ਵੀ ਕਾਕਾ ਕਿਹੜੇ ਕੰਮਾਂ 'ਚ ਪੈ ਗਏ? ਕਾਲਜ ਟਾਈਮ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਕਿ ਠੀਕ ਹੈ ਇੱਕ ਐਕਟੀਵਿਟੀ ਹੈ ਕਾਲਜ ਦੀ, ਪਰ ਜਦੋਂ ਐਮਏ 'ਚ ਐਡਮਿਸ਼ਨ ਲਈ ਉਦੋਂ ਬਹੁਤ ਵੱਡਾ ਪੰਗਾ ਹੋਇਆ ਸੀਗਾ। ਕਿਉਂਕਿ ਉਦੋਂ ਜਵਾਨ ਬੱਚੇ ਨੂੰ ਮਾਂ-ਬਾਪ ਨੂੰ ਪੰਜਾਬੀ ਦੇ ਐਮਏ ਕਰ ਲਾ, ਹਿੰਦੀ ਦੀ ਕਰ ਲਾ, ਬੀਐਡ ਕਰ ਲੋ। ਦਾਦਾ ਜੀ ਕਹਿੰਦੇ ਸੀ ਕਿ ਤੂੰ ਆਈਐਸ ਦੇ ਪੇਪਰ ਦੇਣੇ ਆ। ਬ੍ਰਦਰ ਆਲਰੇਡੀ ਬਾਹਰ ਅਮਰੀਕਾ ਸੈੱਟ ਸੀਗਾ, ਤੇ ਉਹ ਕਹਿੰਦਾ ਸੀ ਤੂੰ ਕੋਈ ਹੋਰ ਪੜ੍ਹਾਈ ਕਰ, ਤੂੰ ਇੱਧਰ ਜਾ, ਇੰਜੀਨੀਅਰਿੰਗ ਵੱਲ ਜਾ, ਫਲਾਨਾ ਟੂਟਾ ਜੋ ਵੀ ਹੁੰਦਾ। ਸੋ ਇਟ ਵਾਜ਼ ਅ ਬਿਗ ਕਲੈਸ਼ ਐਟ ਦ ਫੈਮਿਲੀ। ਤੇ ਫਾਦਰ ਸਾਹਿਬ ਮੇਰੇ ਕਹਿੰਦੇ ਇਹ ਸਾਲਾ ਨਚਾਰਾਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਹਨੇ। ਸੋ ਟ੍ਰੈਡੀਸ਼ਨਲ ਜਿਹੜੇ ਮਤਲਬ ਗੱਲਬਾਤ ਹੋਣੀ। ਪਰ ਦੇਖੋ ਉਸ ਤੋਂ ਬਾਅਦ ਗੋਲਡੀ ਆਮ ਸੌਰੀ ਕਿ ਉਸ ਤੋਂ ਬਾਅਦ ਉਹੀ ਟੈਂਡੈਂਸੀ ਚੇਂਜ ਹੁੰਦੀ ਹੈ ਸੇਮ ਘਰ ਦੇ ਵਿੱਚ। ਮੈਡਮ ਬੈਲ ਹੋਣਾ ਨੇ ਸਾਨੂੰ ਮੌਕਾ ਦਿੱਤਾ, ਆਤਿਸ਼ ਮੂਵੀ ਉਹਨਾਂ ਦੇ ਹਸਬੈਂਡ ਬੈਲ ਸਾਹਿਬ ਨਾਲ ਕਰਨ ਦਾ ਮੌਕਾ ਮਿਲਿਆ। ਜਦੋਂ ਉਹ ਨੈਸ਼ਨਲ ਦਿੱਲੀ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਈ, ਤੇ ਫਿਰ ਮੇਰਾ ਪੁੱਤ ਸੋ that was the change। ਉਹ ਬਹੁਤ ਵੱਡੀ ਚੇਂਜ ਹੈ, ਇੱਕੋਦਮ ਟਰਨ। ਹਾਂ ਯਾਰ ਆ ਵੀ ਆ ਰਿਹਾ, ਵਧਾਈਆਂ ਦੇਣਾ ਆ ਵੀ ਆ ਰਿਹਾ। ਅੱਛਾ, ਫਿਰ ਦੇਖੋ ਫਿਰ ਪਿੰਡ 'ਚ ਬੜੇ ਮਾਣ ਨਾਲ ਦੱਸਦੇ ਨੇ ਵੀ ਸਾਡਾ ਮੁੰਡਾ ਹੈ ਭਾਈ, ਮੇਰਾ ਭਤੀਜਾ, ਮੇਰਾ ਭਾਈ ਹੈ। ਸੇਮ ਮੇਰੇ ਨਾਲ ਵੀ ਏਦਾਂ ਹੀ ਵਾਪਰਿਆ ਸੀ ਜੀ। ਅੱਛਾ ਭਾਜੀ, ਇੱਕ ਮੈਨੂੰ ਹੋਰ ਮਤਲਬ ਦਿਮਾਗ ਦੇ ਵਿੱਚ ਕਾਫੀ ਕੁਝ ਚੱਲ ਰਿਹਾ। ਇੱਕ ਮੈਨੂੰ ਹੋਰ ਇਹ ਦੱਸੋ ਵੀ ਤੁਸੀਂ ਇੰਡੀਆ ਦੀਆਂ ਪ੍ਰੋਡਕਸ਼ਨਸ ਵੀ ਦੇਖੀਆਂ ਕੀਤੀਆਂ, ਤੇ ਤੁਸੀਂ ਬਾਹਰ ਦੀਆਂ ਪ੍ਰੋਡਕਸ਼ਨਸ ਵੀ ਕੀਤੀਆਂ ਤੇ ਦੇਖੀਆਂ, ਦੋਨੋਂ ਚੀਜ਼ਾਂ ਨੂੰ ਮਤਲਬ ਆਨੰਦ ਮਾਣਿਆ। ਤੁਹਾਨੂੰ ਟੈਕਨੀਕਲੀ ਮਤਲਬ ਜੇ ਆਪਾਂ ਐਕਸਟਰਨਲ ਏਡਸ ਦੀ ਗੱਲ ਕਰੀਏ ਜਾਂ ਟੋਟਲ ਥੀਏਟਰ ਦੀ ਗੱਲ ਕਰੀਏ, ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਉਧਰਲੀਆਂ ਪ੍ਰੋਡਕਸ਼ਨਸ ਤੇ ਇੱਧਰਲੀਆਂ ਪ੍ਰੋਡਕਸ਼ਨਸ ਦੇ ਵਿੱਚ, ਚਾਹੇ ਕਿਸੇ ਵੀ ਲੈਂਗੁਏਜ 'ਚ ਵੀ ਆਪਾਂ ਟੋਟੈਲਿਟੀ ਦੇ ਵਿੱਚ ਪ੍ਰੋਡਕਸ਼ਨ ਦੀ ਗੱਲ ਕਰੀਏ, ਉਹਦੇ 'ਚ ਕੀ ਫਰਕ ਲੱਗੇ? ਗੋਲਡੀ, ਸਭ ਤੋਂ ਵੱਡਾ ਫਰਕ ਆ ਅਵੇਲੇਬਿਲਿਟੀ ਆਫ ਰਿਸੋਰਸਿਸ। ਤੁਸੀਂ ਐਜ਼ ਅ ਡਾਇਰੈਕਟਰ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਇਹ ਕਹਿ ਰਹੇ ਹੋ ਕਿ ਮੈਨੂੰ ਇੱਥੇ ਇਹ ਲਾਈਟ ਚਾਹੀਦੀ ਆ, ਇਹ ਡਿਜ਼ਾਈਨ ਨਵਾਂ ਲਾਈਟ ਦਾ ਚਾਹੀਦਾ, ਮੈਨੂੰ ਇਹ ਮਿਊਜ਼ਿਕ ਏਦਾਂ ਚਾਹੀਦਾ, ਮੈਨੂੰ ਉਹ ਇਹ ਨਹੀਂ ਦੇਖਦੇ ਕਿ ਇਹਦੇ ਤੇ ਕਿੰਨੇ ਪੈਸੇ ਖਰਚ ਹੋ ਰਹੇ ਆ। ਫੰਡਿੰਗ ਦੀ ਕੋਈ ਪ੍ਰੋਬਲਮ ਨਹੀਂ। ਹਾਂ ਬਿਲਕੁਲ। ਮੈਂ ਅਗਰ ਡਿਪਾਰਟਮੈਂਟ ਨੂੰ ਕਹਿੰਦਾ ਕਿ ਆਹ ਚੀਜ਼ ਸਿਰਫ ਇੰਡੀਆ ਤੋਂ ਆਉਂਦੀ ਆ ਔਰ ਮੈਨੂੰ ਇਹ ਇੱਥੇ ਚਾਹੀਦੀ ਆ, then they will definitely okay go ahead, you just order it. That's how the difference is. Or second thing ਕਿ ਜਦੋਂ ਤੱਕ ਉਹ ਇਸ ਸੈਟਿਸਫੈਕਸ਼ਨ ਦੀ ਲਾਈਨ ਤੱਕ ਨਹੀਂ ਪਹੁੰਚਦੇ, ਉਸ ਬਿੰਦੂ ਤੱਕ ਨਹੀਂ ਪਹੁੰਚ, ਉਦੋਂ ਤੱਕ ਉਹ ਉਸ ਪ੍ਰੋਡਕਸ਼ਨ ਨੂੰ ਰਿਲੀਜ਼। ਹਾਂਜੀ ਭਾਜੀ, ਹਾਂਜੀ ਅਭੀ ਭਾਜੀ, ਹਾਂਜੀ ਮੇਰੇ ਕਨੈਕਸ਼ਨ ਦੀ। ਹਾਂਜੀ, ਉਹ ਜਿਹੜਾ ਸਭ ਤੋਂ ਵੱਡਾ ਡਿਫਰੈਂਸ ਹੋਇਆ ਅਵੇਲੇਬਿਲਿਟੀ ਆਫ ਰਿਸੋਰਸਿਸ। ਜਦੋਂ ਤੁਹਾਡੇ ਕੋਲ ਰਿਸੋਰਸਿਸ ਸਾਰੇ ਹੁੰਦੇ ਆ, ਉਹਨਾਂ ਨੂੰ ਯੂਟਿਲਾਈਜ਼ ਕਰਨ ਦੀ ਤੁਹਾਡੇ 'ਚ ਸਮਰੱਥਾ ਹੁੰਦੀ ਆ, ਦੈਨ ਕੰਮ ਕਰਨ ਦਾ ਸਵਾਦ ਵੀ ਆਉਂਦਾ। ਹਾਂਜੀ ਹਾਂ, ਬਸ ਬਿਲਕੁਲ। ਇੱਥੇ ਤਾਂ ਆਪਾਂ ਇੰਡੀਆ 'ਚ ਤਾਂ ਆਪਾਂ ਅਸੀਂ ਹੁਣ ਜਿੱਦਾਂ ਪ੍ਰਾਈਵੇਟ ਗਰੁੱਪਸ ਕੰਮ ਕਰਦੇ, ਸਾਨੂੰ ਤਾਂ ਇਹੀ ਪ੍ਰੋਬਲਮ ਹੁੰਦੀ ਵੀ ਨਾਟਕ ਤਾਂ ਤਿਆਰ ਕਰ ਲਿਆ, ਪੈਸੇ ਕੌਣ ਦਊਗਾ, ਸੈੱਟ ਕਿੱਦਾਂ ਤਿਆਰ ਹੋਏਗਾ। ਜੇ ਡਿਪਾਰਟਮੈਂਟ 'ਚ ਕੰਮ ਕਰਦੇ ਤਾਂ ਹਾਂਜੀ। ਜਦੋਂ ਅਸੀਂ ਉੱਥੇ ਰੀਡਿੰਗ ਸ਼ੁਰੂ ਕਰਨੀ ਹੁੰਦੀ ਸੀ ਨਾ, ਫੋਟੋ ਕਾਪੀ ਜਿਹੜੀ ਸਕ੍ਰਿਪਟ ਦੀ ਫੋਟੋ ਕਾਪੀ ਕਰਨ ਤੋਂ ਸਾਡੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਸੀ ਵੀ ਯਾਰ ਕਿੱਥੋਂ ਕਰਾਉਣੀ ਆ, ਕਿੰਨੇ ਦੀ ਕਰਾਉਣੀ ਆ। ਸੇਮ ਭਾਜੀ ਸਾਡੇ ਨਾਲ ਵੀ ਇਹੀ ਹੁੰਦਾ, ਜਦੋਂ ਅਸੀਂ ਸਟੂਡੈਂਟ ਸੀ ਸਾਡੇ ਨਾਲ ਵੀ ਇਹੀ ਹੁੰਦਾ ਸੀ। ਬਿਲਕੁਲ। ਭਾਜੀ ਜਿੱਦਾਂ ਹੁਣ ਇੰਡੀਆ ਦੇ ਵਿੱਚ ਵੀ ਤੁਹਾਡਾ ਤਾਂ ਜਿੱਥੇ ਤੁਸੀਂ ਬੈਠੇ ਹੋ ਤਾਂ ਕਰੋਨਾ ਦਾ ਬਹੁਤ ਜ਼ਿਆਦਾ ਮਤਲਬ ਪ੍ਰਭਾਵ ਹੇਠ ਹੈ, ਇੰਡੀਆ ਦੇ ਵਿੱਚ ਵੀ ਉਹੀ ਹਾਲਾਤ ਨੇ, ਹੁਣ ਤਾਂ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ। ਜਿੱਦਾਂ ਵੀ ਮੰਚ ਏਦਾਂ ਦਾ ਉਪਰਾਲਾ ਕਰ ਰਿਹਾ ਜਾਂ ਪੰਜਾਬ ਸੰਗੀਤ ਨਾਟਕ ਅਕੈਡਮੀ ਕਰ ਰਹੀ ਹੈ, ਕਲਾਕਾਰ ਇੱਥੇ ਬੜੇ ਪਰੇਸ਼ਾਨ ਨੇ, ਮਤਲਬ ਕਾਫੀ ਕੁਛ ਏਦਾਂ ਦਾ ਹੈਗਾ, ਫਾਈਨੈਂਸ਼ੀਅਲੀ ਵੀ ਪਰੇਸ਼ਾਨ ਨੇ, ਕੰਮ ਵੀ ਨਹੀਂ ਹੋ ਰਿਹਾ। ਉੱਥੇ ਦੇ ਕਲਾਕਾਰ ਦੀ ਕੀ ਮਤਲਬ ਸਿਚੁਏਸ਼ਨ ਹੈ, ਗਵਰਨਮੈਂਟ ਉਹਨਾਂ ਲਈ ਕੀ ਕਰ ਰਹੀ ਹੈ, ਜਾਂ ਜਿਹੜੇ ਪ੍ਰਾਈਵੇਟ ਗਰੁੱਪਸ ਨੇ ਉਹ ਕੀ ਕਰ ਰਹੇ ਨੇ? ਮੇਰਾ ਤੁਸੀਂ ਮਤਲਬ ਸਮਝ ਗਏ ਨਾ ਕਿ ਉਹਨਾਂ ਨੂੰ ਜਿਹੜਾ ਰੋਟੀ ਦੀ ਜਿਹੜੀ ਜਿਵੇਂ ਸਾਨੂੰ ਚਿੰਤਾ ਰੋਟੀ ਦੀ ਹੈ ਇਸ ਟਾਈਮ, ਤੇ ਉਹ ਉਹਨਾਂ ਦੇ ਸੋਰਸਿਸ ਕੀ ਨੇ, ਉਹ ਗਵਰਨਮੈਂਟਸ ਕੀ ਕਰ ਰਹੀਆਂ ਨੇ? ਸਭ ਤੋਂ ਵੱਡੀ ਗੱਲ ਗੋਲਡੀ, ਜਿਹੜੇ ਇੱਥੇ ਮੇਰੇ ਆਪਣੇ ਸ਼ਹਿਰ ਦੇ ਵਿੱਚ ਤਕਰੀਬਨ 13 ਥੀਏਟਰ ਨੇ, 13 ਥੀਏਟਰ ਗਰੁੱਪਸ ਨੇ। ਉਹਨਾਂ ਦੇ ਵਿੱਚੋਂ 4 ਜਿਹੜੇ ਉਹ ਮੇਜਰ ਡਾਊਨਟਾਊਨ ਕੋਲੰਬੀਆ ਦੇ ਵਿੱਚ ਨੇ।
ਉਹ 4 ਮੇਜਰ ਥੀਏਟਰ ਦੇ ਵਿੱਚੋਂ ਇੱਕ ਥੀਏਟਰ ਜਿਹੜਾ ਉਹ ਡਾਈਨਿੰਗ ਐਂਡ ਰੰਗਮੰਚ ਦੋਨੇ ਸਰਵ ਕਰਦਾ ਕਿ ਤੁਸੀਂ ਆ ਕੇ ਆਪਣਾ ਫੂਡ ਵੀ ਉੱਥੇ ਬੈਠ ਕੇ ਖਾ ਸਕਦੇ ਹੋ 100-150 ਬੰਦਾ ਐਟ ਏ ਟਾਈਮ, ਠੀਕ ਹੈ। ਉਹ ਬੰਦ ਪਿਆ ਪਿਛਲੇ 1.5-2 ਮਹੀਨਿਆਂ ਤੋਂ। ਨਾਓ ਜਿਹੜੀ ਸਟੇਟ ਗਵਰਨਮੈਂਟ ਆ ਉਹਦੇ ਕੋਲ ਇੱਕ ਕਮਿਸ਼ਨ ਆ, ਉਹਨੂੰ ਕਹਿੰਦਾ ਸਾਊਥ ਕੈਰੋਲੀਨਾ ਆਰਟਸ ਕਮਿਸ਼ਨ। ਉਹ ਆਰਟਸ ਕਮਿਸ਼ਨ ਹਰ ਇੱਕ ਰਿਸੋਰਸ ਜੋ ਉਹਨਾਂ ਨੂੰ ਆਨਲਾਈਨ ਸੋਰਸਸ ਦੇ ਰਾਹੀਂ ਆਪਣੀ ਕਲਾ, ਆਪਣੀ ਐਕਟਿੰਗ, ਆਪਣੇ ਮੰਚ ਪ੍ਰੋਵਾਈਡ ਕਰਨ ਦੇ ਜਿੰਨੇ ਵੀ ਰਿਸੋਰਸ ਨੇ ਉਹ ਆਰਟਸ ਕਮਿਸ਼ਨ ਉਹਨਾਂ ਦੀ ਫਾਈਨੈਂਸ਼ੀਅਲ ਏਡ ਕਰਦਾ। ਸੈਕੰਡ ਥਿੰਗ, ਫੈਡਰਲ ਗਵਰਨਮੈਂਟ ਵੱਲੋਂ ਪਰ ਮੰਥ ਇਫ ਯੂ ਆਰ ਰਜਿਸਟਰਡ ਆਰਟਿਸਟ, ਇੱਥੇ ਹਰ ਸਟੇਟ ਦੇ ਵਿੱਚ ਉਹਨਾਂ ਦੀ ਬਾਡੀਜ਼ ਆ, ਤੁਸੀਂ ਰਜਿਸਟਰਡ ਐਕਟਰ ਹੋ, ਤੁਸੀਂ ਰਜਿਸਟਰਡ ਐਮਏ ਦੇ, ਉਹਨਾਂ ਕੋਲ ਸਾਰਾ ਡਾਟਾ ਵਾ ਤੁਸੀਂ ਕੀ ਕਿਸ ਕਾਬਲ ਹੋ। ਸੋ ਉਸ ਕਾਬਲੀਅਤ ਦੇ ਹਿਸਾਬ ਦੇ ਨਾਲ ਦ ਫੈਡਰਲ ਗਵਰਨਮੈਂਟ ਏਡ ਯੂ ਫॉर ਫੈਡਰਲ ਗਵਰਨਮੈਂਟ ਤੁਹਾਨੂੰ ਜਿਹੜੀ ਮਦਦ ਕਰਦੀ ਆ ਕਿ ਤੁਸੀਂ ਜਿਵੇਂ 1930 ਦੇ ਵਿੱਚ ਰਿਸੈਸ਼ਨ ਆਇਆ ਸੀਗਾ ਤਾਂ ਫੈਡਰਲ ਗਵਰਨਮੈਂਟ ਨੇ ਬਕਾਇਦਾ ਪੂਰੇ ਅਮਰੀਕਾ ਦੇ ਵਿੱਚ ਬ੍ਰੌਡਵੇ ਨੂੰ ਉੱਪਰ ਚੱਕਣ ਲਈ ਅਲੱਗ-ਅਲੱਗ ਗਰੁੱਪ ਬਣਾਏ, ਉਹਨਾਂ ਦੀ ਹੈਲਪ ਕੀਤੀ। ਦ ਸੇਮ ਵੇ ਫੈਡਰਲ ਗਵਰਨਮੈਂਟ ਆਲਸੋ ਹੈਲਪ ਬ੍ਰੌਡਵੇ ਤੇ ਜਿੰਨੇ ਸ਼ੋਅ ਨੇ ਸਾਰੇ ਬੰਦ ਪਏ ਨੇ, ਸੋ ਦੇ ਆਰ ਹੈਲਪਿੰਗ ਦੈਮ। ਜਿਹੜੇ ਲੋਕਲ ਆਰਟਿਸਟ ਨੇ ਉਹ ਆਪਣੇ ਵਾਲਾ ਮੰਚ ਹੀ ਅਪਣਾ ਰਹੇ ਨੇ। ਦੇ ਇਹੀ ਸਵਾਲ ਹਾਂਜੀ do small productions and then they share it on their platforms। ਉਹਨਾਂ ਦੀਆਂ ਵੈਬਸਾਈਟਸ ਨੇ ਸਾਰੇ, ਟਰਸਟਸ ਥੀਏਟਰ ਆ, ਵਰਕਸ਼ਾਪ ਥੀਏਟਰ ਆ, ਸ਼ੇਕਸਪੀਅਰ ਥੀਏਟਰ ਕੰਪਨੀ ਜਿਹੜੇ ਮੈਂ ਵੀ ਮੈਂਬਰ ਹਾਂ। ਸੋ what we do, we share our experiences ਕਿ ਅਸੀਂ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ। ਬਾਕੀ ਜਿੰਨੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਇੱਥੇ ਉਹ ਸਾਰੀਆਂ ਐਕਟਿਵ ਨੇ, ਹਰ ਇੱਕ ਫੀਲਡ ਨਾਲ ਰਿਲੇਟਡ ਨੇ ਕਿ ਤੁਸੀਂ ਕਿੱਦਾਂ ਇਸ ਮਾਹੌਲ ਨੂੰ ਟੈਕਲ ਕਰਨਾ, ਬੱਚਿਆਂ ਦੀ ਸਟੋਰੀ ਤੋਂ ਲੈ ਕੇ, ਬੱਚਿਆਂ ਦੀ ਸਟੋਰੀ ਟੈਲਿੰਗ ਤੋਂ ਲੈ ਕੇ। ਸੋ ਦੇ ਆਰ ਆਲ ਦੋਸ, ਮਤਲਬ ਉਹ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ। ਭਾਜੀ ਇੱਥੇ ਇੱਕ ਮੇਰੇ ਮਨ 'ਚ ਹੋਰ ਖਿਆਲ ਆ ਰਿਹਾ ਸੀਗਾ ਵੀ ਜਿੱਦਾਂ ਤੁਸੀਂ ਤਾਂ ਬਹੁਤ ਵੱਡੇ ਕੰਟਰੀ 'ਚ ਬੈਠੇ ਹੋ ਇੰਡੀਆ ਦੇ ਕੰਪੈਰੀਟਿਵਲੀ, ਚਲੋ ਖੈਰ ਇੰਡੀਆ ਵੀ ਮਾੜਾ ਨਹੀਂ, ਅਸੀਂ ਬਹੁਤ ਅੱਛੇ ਕੰਟਰੀ 'ਚ ਆ। ਬਿਲਕੁਲ ਬਿਲਕੁਲ। ਤੁਸੀਂ ਟੈਕਨੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਵੀ ਮੰਚ ਨੂੰ ਜਾਂ ਸਾਡੇ ਦਰਸ਼ਕਾਂ ਨੂੰ ਜਿਹੜੇ ਮਤਲਬ ਵੈਬੀਨਾਰ ਕਰ ਰਹੇ ਨੇ ਜਾਂ ਜ਼ੂਮ ਤੇ ਮੀਟਿੰਗਸ ਕਰ ਰਹੇ ਨੇ, ਥੀਏਟਰ ਕਰ ਰਹੇ ਨੇ, ਉਹਨਾਂ ਲਈ ਕੋਈ ਏਦਾਂ ਦੀ ਟੈਕਨੋਲੋਜੀ ਸਾਨੂੰ ਦੱਸ ਸਕਦੇ ਹੋ ਕਿ ਜਿਹਦੇ ਨਾਲ ਸਾਨੂੰ ਵੀ ਮਤਲਬ ਆਰਟਿਸਟਾਂ ਨੂੰ ਵੀ ਹੋਵੇ, ਵੀ ਮੰਚ ਨੂੰ ਵੀ ਉਸ ਚੀਜ਼ ਦਾ ਫਾਇਦਾ ਹੋਵੇ, ਸਾਰਿਆਂ ਨੂੰ ਦੇਖਣ ਨਾਲ ਕਿੱਦਾਂ ਅਸੀਂ ਇੰਪਰੂਵ ਕਰ ਸਕੀਏ ਆਪਣੀ ਕੁਆਲਿਟੀ ਜਾਂ ਆਪਣੀ ਟੈਕਨੈਲਿਟੀਜ਼ ਦੇ ਵਿੱਚ ਕੁਛ ਏਦਾਂ ਦਾ। ਤੁਸੀਂ ਉਧਰ ਕਿੱਦਾਂ ਦਾ ਮਤਲਬ ਕਰ ਰਹੇ ਨੇ, ਉਧਰ ਦੇ ਆਰਟਿਸਟ ਕਿਵੇਂ ਕਰ ਰਹੇ ਨੇ ਕੰਮ? ਹਾਂਜੀ ਬਿਲਕੁਲ। ਉਹ ਦੇਖੋ ਸਭ ਤੋਂ ਵੱਡਾ ਜਿਹੜਾ ਮੋਟਿਵ ਆ ਸਾਡਾ ਕਿ ਅਸੀਂ ਇਸ ਦੌਰ ਦੇ ਵਿੱਚ, ਇਸ ਦੁਖੀ ਦੌਰ ਦੇ ਵਿੱਚ ਆਪਣੇ ਆਪ ਨੂੰ ਕਨੈਕਟ ਕਿੱਦਾਂ ਕਰਨਾ, ਦੈਟਸ ਦਾ ਮੋਸਟ ਇੰਪੋਰਟੈਂਟ। ਇੱਕ ਆਰਟਿਸਟ ਦੀ ਖਾਤਰ, ਕਿਉਂਕਿ ਉਹ ਜਦੋਂ ਘਰੇ ਬੈਠਾ ਉਹਦੀ ਮਾਨਸਿਕ ਦਸ਼ਾ, ਮੈਨੂੰ ਪਤਾ ਕਿ ਮੈਂ ਉਹ 12 ਸਾਲ ਕਿੱਦਾਂ ਵੱਖ-ਵੱਖ ਜੌਬਸ ਕਰਕੇ ਆਪਣੇ ਆਪ ਨੂੰ ਸਰਵਾਈਵ ਕੀਤਾ। ਮੇਰੇ ਅੰਦਰ ਇੱਕ ਜਿਹੜੀ ਸੀਗੀ ਅਰਜ ਜਿਹੜੀ ਸੀਗੀ ਉਹ ਮੈਨੂੰ ਤੰਗ ਕਰਦੀ ਸੀਗੀ ਕਿ ਯਾਰ ਨਹੀਂ ਇਹ ਕੰਮ ਮੇਰਾ ਨਹੀਂ ਹੈਗਾ। ਸੋ ਜਿਹੜੇ ਅਸੀਂ ਆਰਟਿਸਟ ਹਾਂ, ਜਿਵੇਂ ਹੁਣ ਤੁਸੀਂ ਲੱਗੇ ਹੋਏ, ਦਿਸ ਇਜ਼ ਅ ਵੰਡਰਫੁਲ ਓਪਰਚੁਨਿਟੀ ਟੂ ਕਨੈਕਟ ਈਚ ਅਦਰ। ਚਾਹੇ ਤੁਸੀਂ ਥੀਏਟਰ ਨਾਲ ਜੁੜੇ ਹੋਏ ਹੋ ਚਾਹੇ ਨਹੀਂ ਜੁੜੇ ਹੋਏ ਹੋ, ਪਰ ਇਸ ਦੌਰ ਦੇ ਵਿੱਚ ਇਹ ਜਿਹੜੀ ਟੈਕਨੋਲੋਜੀ ਅਸੀਂ ਬ੍ਰਿੰਗਿੰਗ ਪੀਪਲ ਟੂਗੈਦਰ, ਬ੍ਰਿੰਗਿੰਗ ਕਮਿਊਨਿਟੀ ਟੂਗੈਦਰ, ਮੇਰਾ ਖਿਆਲ ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਉਸ ਆਰਟਿਸਟ ਦੀ ਖਾਤਰ ਐਜ਼ ਵੈਲ ਐਜ਼ ਦਾ ਪੀਪਲ ਹੂ ਆਰ ਵਾਚਿੰਗ ਦੈਮ। ਨਹੀਂ ਭਾਜੀ, ਜਿਹੜਾ ਪੀਰੀਅਡ ਹੈ ਬਹੁਤ ਮਤਲਬ ਸਾਰਿਆਂ ਲਈ ਉਹ ਮਾੜਾ ਹੈ, ਈਵਨ ਮਜ਼ਦੂਰ ਤੋਂ ਲੈ ਕੇ ਸਾਰਿਆਂ ਲਈ, ਮਤਲਬ ਰੰਗਕਰਮੀਆਂ ਲਈ ਥੋੜਾ ਜਿਹਾ ਜ਼ਿਆਦਾ ਡਿਸਟਰਬਿੰਗ ਹੈ ਕਿਉਂਕਿ ਜਿਹੜੇ ਬਿਲਕੁਲ ਹੀ ਥੀਏਟਰ ਤੇ ਡਿਪੈਂਡ, ਜਿਵੇਂ ਅੱਜ ਆਪਣੇ ਡਾਕਟਰ ਜਗਦੀਸ਼ ਗਰਗ ਹੋਰਾਂ ਨੇ ਗੱਲ ਕੀਤੀ ਸੀ, ਜਿਹੜੇ ਕੁੱਲ ਵਕਤੀ ਥੀਏਟਰ ਆਰਟਿਸਟ ਨੇ ਉਹਨਾਂ ਲਈ ਇਹ ਪ੍ਰੀਖਿਆ ਵੀ ਖੜੀ ਹੈ। ਵਧੀਆ ਲੱਗਦਾ ਕਿ ਸਾਨੂੰ ਤੁਹਾਡੇ ਵਰਗੇ ਰੰਗਕਰਮੀ ਮੋਟੀਵੇਸ਼ਨਲ ਗੱਲਾਂ ਦੱਸਦੇ ਨੇ, ਆਪਣਾ ਐਕਸਪੀਰੀਅੰਸ ਦੱਸਦੇ ਨੇ, ਚੰਗਾ ਲੱਗਦਾ। ਭਾਜੀ ਮੈਂ ਇੱਕ ਫਿਰ ਮੇਰਾ ਉਹੀ ਸਵਾਲ ਆ, ਮੈਂ ਹਰ ਇੱਕ ਮੇਲ ਪਰਸਨ ਫੀਮੇਲ ਤੋਂ ਪੁੱਛਦਾ ਕਿ ਤੁਹਾਡੀ ਜੇ ਮੇਲ ਹੈ ਤਾਂ ਉਹਦੀ ਵਾਈਫ, ਜੇ ਫੀਮੇਲ ਹੈ ਤਾਂ ਉਹਦਾ ਹਸਬੈਂਡ। ਮੈਨੂੰ ਪਤਾ ਹੈ ਭਾਬੀ ਜੀ ਦਾ ਥੀਏਟਰ ਦਾ ਕੋਈ ਨਹੀਂ ਹੈ ਲੈਣਾ ਦੇਣਾ, ਪਰ ਤੁਸੀਂ ਮਤਲਬ ਕਿੱਦਾਂ ਸਰਵਾਈਵ ਕਰਦੇ? ਉਹਨਾਂ ਨੂੰ ਚੰਗਾ ਲੱਗਦਾ ਕਿ ਤੁਸੀਂ ਥੀਏਟਰ ਦੇ ਵਿੱਚ ਮਤਲਬ ਕੰਮ ਕਰ ਰਹੇ ਹੋ ਜਾਂ ਇਸ ਲਾਈਨ ਨੂੰ? ਮੇਰੀ ਛੋਟੀ ਬੇਟੀ 10ਵੀਂ ਕਲਾਸ ਦੇ ਵਿੱਚ ਆ, ਉਹਨੇ ਆਲਰੇਡੀ ਥੀਏਟਰ ਜੁਆਇਨ ਕਰ ਲਿਆ ਸਕੂਲ ਦੇ ਵਿੱਚ। ਥੀਏਟਰ ਕਲੱਬ ਆ ਉੱਥੇ। ਤੇ ਮੇਰੀ ਜਿਹੜੀ ਵੱਡੀ ਬੇਟੀ ਆ ਉਹ ਜਦੋਂ ਤੋਂ 7 ਸਾਲ ਦੀ ਆ, ਸ਼ੀ ਇਜ਼ ਇਨ ਬੈਲੇ ਡਾਂਸਿੰਗ। ਸੋ the whole family is with me, support me, and ਮੈਂ ਪੜ੍ਹਾਈ ਕਰਨ ਦੇ, ਐਮਏ ਕਰਨ ਦੇ ਕਾਬਲ ਆਪਣੀ ਵਾਈਫ ਦੀ ਵਜ੍ਹਾ ਕਰਕੇ ਹਾਂ, because she was PhD before me। ਸੋ ਪਹਿਲਾਂ ਉਹਨੂੰ ਜੌਬ ਮਿਲੀ ਔਰ ਮੈਂ ਉਹਨੂੰ ਸਪੋਰਟ ਕੀਤਾ 4-5 ਸਾਲ ਕਿ ਤੂੰ ਆਪਣੀ ਕੰਪਲੀਟ ਕਰ। she got the job। ਓਕੇ ਹਾਂ, ਮੇਰੇ ਖਿਆਲ ਇੰਟਰਨੈਟ ਦੀ ਫਿਰ ਉਹੀ ਪ੍ਰੋਬਲਮ ਆ ਰਹੀ, ਕੋਈ ਗੱਲ ਨਹੀਂ। ਅਸੀਂ ਭਾਜੀ ਤੋਂ ਬਹੁਤ ਸੋਹਣੀਆਂ ਗੱਲਾਂ ਸੁਣ ਰਹੇ ਹਾਂ, ਉਹਨਾਂ ਦੇ ਐਕਸਪੀਰੀਅੰਸਿਸ ਸੁਣ ਰਹੇ ਹਾਂ। ਮੈਨੂੰ ਤੁਹਾਡੇ ਮੈਸੇਜ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਵੀ ਸਾਰੇ ਇਸ ਚੀਜ਼ ਨੂੰ
ਇੰਜੋਏ ਕਰ ਰਹੇ ਹੋ, ਬਹੁਤ ਕੁਝ ਸਿੱਖ ਰਹੇ ਹੋ। ਪਰਮਿੰਦਰਪਾਲ ਜੀ ਜੁੜੇ ਹੋਏ ਨੇ, ਨੀਤੂ ਸ਼ਰਮਾ ਜੁੜੇ ਹੋਏ ਨੇ, ਮਨਜੀਤ ਸਿੰਘ, ਪਰਮਜੀਤ ਪਾਸੀ, ਆਸ਼ਾ ਜੀ, ਐਸਪੀ ਅਰੋੜਾ ਜੀ, ਦਵਿੰਦਰ ਮੁਲਤਾਨੀ, ਨੀਤੂ ਸ਼ਰਮਾ, ਬਹੁਤ ਸਾਰੇ ਦਰਸ਼ਕ ਸਾਡੇ ਨਾਲ ਇਦਾਂ ਦੇ ਜੁੜੇ ਆ ਜਿਹੜੇ ਪਹਿਲਾਂ ਨਹੀਂ ਸੀ ਜੁੜੇ। ਚੰਗਾ ਲੱਗ ਰਿਹਾ ਕਿ ਇੰਨੇ ਦਰਸ਼ਕ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ। ਇਹ ਵੀ ਮੰਚ ਦੀ ਉਪਲਬਧੀ ਹੈ। ਮੈਨੂੰ ਲੱਗਦਾ ਹੁੰਦਾ ਕਿ ਜੇ ਵੀ ਮੰਚ ਵਾਂਗ ਹੋਰ ਸਾਰੇ ਕਰ ਹੀ ਰਹੇ ਨੇ, ਕੰਮ ਕਰਦੇ ਰਹੀਏ, ਤੇ ਆਰਟਿਸਟਾਂ ਨੂੰ ਕੋਈ ਡਿਪਰੈਸ਼ਨ ਨਹੀਂ ਹੋ ਸਕਦਾ, ਕਿਉਂਕਿ ਆਰਟਿਸਟਾਂ ਨੂੰ ਡਿਪਰੈਸ਼ਨ ਤਦ ਹੀ ਹੁੰਦਾ ਜਦੋਂ ਉਹਨਾਂ ਨੂੰ ਕੁਝ ਉਹਨਾਂ ਦੀ ਰੂਹ ਦੀ ਖੁਰਾਕ ਨਹੀਂ ਮਿਲਦੀ। ਅਸੀਂ ਤਾਂ 8 ਵਜੇ ਹੀ ਮਤਲਬ ਬੈਠ ਜਾਂਦੇ, ਪੌਣੇ 8 ਹੀ ਆਪਣੇ ਟਿਊਨ ਅਪ ਕਰ ਲੈਂਦੇ ਆ। ਹੈਲੋ, ਹਾਂਜੀ ਭਾਜੀ। ਹਾਂਜੀ, ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਨਾਲ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਨੇ। ਬਹੁਤ ਵਧੀਆ ਲੱਗਦਾ ਕਿ ਜਦੋਂ ਤੁਸੀਂ ਕੋਈ ਐਫਰਟ ਕਰ ਰਹੇ ਹੋ, ਤਾਂ ਫਿਰ ਮੈਨੂੰ ਲੱਗਦਾ ਇਦਾਂ ਦੇ ਜਦੋਂ ਸਾਨੂੰ ਮੰਚ ਮਿਲਦੇ ਨੇ, ਇਦਾਂ ਦੀਆਂ ਸਾਡੇ ਵੈਬੀਨਾਰ, ਜ਼ੂਮ ਮੀਟਿੰਗਸ ਹੁੰਦੀਆਂ ਨੇ, ਤੇ ਅਸੀਂ ਡਿਪਰੈਸ਼ਨ 'ਚ ਨਹੀਂ ਆ ਸਕਦੇ। ਰੰਗ ਅਕਾਦਮੀ ਵੈਸੇ ਵੀ ਨਹੀਂ ਆ ਸਕਦੇ, ਮੇਰੇ ਖਿਆਲ ਆਉਣਾ ਵੀ ਨਹੀਂ ਚਾਹੀਦਾ, ਕਿਸੇ ਨਾ ਕਿਸੇ ਕ੍ਰੀਏਟਿਵ ਕੰਮ ਦੇ ਵਿੱਚ ਹੋ ਜਾਣਾ। ਤੇ ਭਾਜੀ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਫਿਊਚਰ ਪਲੈਨਿੰਗਸ ਕੀ ਨੇ, ਤੇ ਤੁਸੀਂ ਇੰਡੀਆ ਦੇ ਜਿਹੜੇ ਉਹ ਯੰਗ ਆਰਟਿਸਟ ਰੰਗਕਰਮੀ ਜਿਹੜੇ ਥੀਏਟਰ ਕਰ ਰਹੇ ਨੇ, ਜਿਹੜੇ ਥੋੜੇ ਜਿਹੇ ਨਿਰਾਸ਼ ਹੋਣ ਦੇ ਮਤਲਬ ਵੱਲ ਜਾ ਰਹੇ ਨੇ, ਉਸ ਲਾਈਨ ਤੇ ਨੇ, ਉਹਨਾਂ ਲਈ ਕੀ ਤੁਹਾਡੇ ਮਤਲਬ ਸੁਨੇਹਾ ਕੀ ਹੈ, ਤੁਹਾਡਾ ਸੁਜੈਸ਼ਨਸ ਕੀ ਨੇ? ਮੇਰਾ ਅਗਲਾ ਜਿਹੜਾ ਫਿਊਚਰ ਪਲਾਨ ਆ ਗੋਲਡੀ, ਕਿ ਜਿਹੜੀ ਐਮਏ ਥੀਏਟਰ ਪੰਜਾਬੀ ਯੂਨੀਵਰਸਿਟੀ ਹੋ ਰਹੀ ਆ, ਹਾਂਜੀ, ਉਹਦਾ ਮੈਂ ਸਿਲੇਬਸ ਮੰਗਵਾ ਕੇ ਔਰ ਉਹਦੇ ਸਬਜੈਕਟ ਦੇ ਬੇਸ ਦੇ ਉੱਤੇ ਇੱਕ ਕਿਤਾਬ ਲਿਖਣ ਦਾ ਮੇਰਾ ਮੰਤਵ ਹੈ, ਜਿਹਦਾ ਨਾਮ ਹੋਊਗਾ ਰੰਗਮੰਚ ਕਲਾ ਤੇ ਸ਼ਿਲਪ ਕਲਾ। ਉਹਦੇ ਸਿਲੇਬਸ ਤੇ ਬੇਸ ਤੇ ਸਾਰਾ ਕੁਝ, ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਕੁਝ ਉਪਲਬਧ ਨਹੀਂ ਸਾਡੇ ਉੱਥੇ, ਤੇ ਸਾਡੀ ਵੀ ਇਹ ਮਜਬੂਰੀ ਸੀ ਕਿ ਪਰ ਸਾਡੀ ਖੁਸ਼ਕਿਸਮਤੀ ਸੀ ਕਿ 2-3 ਸਟੂਡੈਂਟਸ ਇੰਗਲਿਸ਼ ਦੇ ਵਿੱਚ ਬਹੁਤ ਅੱਛੇ ਸੀਗੇ। ਸੋ ਵੀ ਯੂਜ਼ਡ ਟੂ ਬ੍ਰਿੰਗ ਆਲ ਦਾ ਬੁੱਕਸ ਫਰਮ ਲਾਇਬ੍ਰੇਰੀ ਆਪਣੀ ਯੂਨੀਵਰਸਿਟੀ ਦੀ, ਤੇ ਰਾਤ ਨੂੰ ਹੋਸਟਲ ਦੇ ਵਿੱਚ ਲਾਈਨ ਬਣਾ ਕੇ ਆਪਣਾ ਸਰਕਲ ਬਣਾ ਕੇ ਬੈਠ ਜਾਣਾ ਤੇ ਉਹ ਬੁੱਕਸ ਨੂੰ ਪੜ੍ਹਨਾ, ਸਮਝਣਾ। ਦੈਟਸ ਹਾਊ ਵੀ ਗੋਨ ਥਰੂ ਦ ਸਟੱਡੀ, ਐਕੈਡੈਮਿਕ ਜਿਹੜੀ ਸਟੱਡੀ ਹੈ। ਤੇ ਰੰਗਮੰਚ ਜਿਹੜਾ ਉਹ ਇਹ ਨਹੀਂ ਸਿਖਾਉਂਦਾ ਕਿ ਮੈਂ ਨੇਮ ਜਾਂ ਫੇਮ ਦੀ ਖਾਤਰ ਕੰਮ ਕਰਾਂ। ਰੰਗਮੰਚ ਠੀਕ ਆ, ਸਾਡੀ ਜ਼ਰੂਰਤ ਆ, ਅਸੀਂ ਜ਼ਿੰਦਗੀ ਨੂੰ ਪੂਰਾ ਕਰਨਾ, ਪਰ ਜਿਹੜੀ ਇੰਡੀਅਨ ਸਾਈਕੋਲੋਜੀ ਆ ਕਿ ਯਾਰ ਮੈਂ ਇਸ ਫੀਲਡ ਦੇ ਵਿੱਚ ਆਈ ਹੈਵ ਟੂ ਬੀ ਸੁਪਰਸਟਾਰ। ਸੋ ਉਹ ਜਿਹੜੀ ਖੁਸ਼ੀ ਦੀ, ਉਹ ਜਿਹੜੀ ਉਪਲਬਧੀ ਦਾ ਜਿਹੜਾ ਦੌਰ ਆ ਤੁਸੀਂ ਆਪਣੇ ਅੰਦਰ ਰੱਖਦੇ ਹੋ, ਉਹ ਖੁਸ਼ੀ ਜਿਹੜੀ ਤੁਹਾਨੂੰ ਉਸ ਮੰਚ ਨਾਲ ਜੁੜ ਕੇ ਉਸ ਕੰਮ ਕਰਨ ਤੋਂ ਮਿਲਣੀ ਚਾਹੀਦੀ ਹੈ, ਨਾ ਕਿ ਤੁਸੀਂ ਇਹ ਸੋਚੋ ਕਿ ਮੈਂ ਸੁਪਰਸਟਾਰ ਬਣ ਕੇ ਉੱਥੋਂ ਖੁਸ਼ੀ। ਸੋ ਖੁਸ਼ੀ ਜਿਹੜੀ ਆਪਣੇ ਅੰਦਰੋਂ, ਮਨ ਦੀ ਤੁਹਾਡੀ ਖੁਰਾਕ। ਯੈਸ, ਹਾਂਜੀ ਬਿਲਕੁਲ। ਤੁਸੀਂ ਆਪਣੇ ਅੰਦਰ ਉਹ ਚਾਹਨ ਅਮੀਰ ਬਣਨ ਦੀ ਜਾਂ ਨੇਮ ਦੀ ਜਾਂ ਫੇਮ ਦੀ ਰੱਖਦੀ ਬਜਾਏ, ਅਗਰ ਤੁਸੀਂ ਓਨੈਸਟਲੀ ਉਸ ਫੀਲਡ ਨਾਲ ਜੁੜ ਕੇ ਅੱਗੇ ਤੁਰੋਗੇ ਤਾਂ ਡੈਫੀਨੇਟਲੀ ਨੇਮ ਵੀ ਆਪਣੇ ਆਪ ਆਏਗਾ ਔਰ ਫੇਮ ਵੀ ਆਪਣੇ ਆਪ ਆਏਗਾ। ਕਿ ਓਨੈਸਟੀ ਉਸ ਫੀਲਡ ਦੇ ਪ੍ਰਤੀ, ਆਪਣਾ ਜਿਹੜਾ ਪੈਸ਼ਨ ਆ ਉਸ ਫੀਲਡ ਦੇ ਪ੍ਰਤੀ, ਉਹ ਟਰੂ ਹੋਣਾ ਚਾਹੀਦਾ। ਸਮਾਂ ਜ਼ਰੂਰ ਲੱਗਦਾ। It took for me to be a professor 12-13 years. So now you can imagine the whole life is there. The munch is there, the stage is there, my students are there. Each semester I deal with almost 29 countries students. 29 ਦੇਸ਼ਾਂ ਦੇ ਵਿਦਿਆਰਥੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ। ਆਪ ਹੀ ਸੋਚ ਕਿੰਨਾ ਕੁਝ ਸਿੱਖਣ ਦਾ ਮੌਕਾ ਮਿਲਦਾ ਔਰ ਕਿੰਨਾ ਕੁਝ ਸਿਖਾਉਣ ਦਾ ਮੌਕਾ ਮਿਲਦਾ। ਭਾਜੀ ਬਹੁਤ ਵਧੀਆ ਲੱਗਿਆ, ਸਾਰਿਆਂ ਨੂੰ ਵਧੀਆ ਲੱਗਿਆ, ਔਰ ਪਿਛਲੇ 31 ਦਿਨ ਤੋਂ ਅਸੀਂ ਇਸ ਚੀਜ਼ ਨੂੰ ਇੰਜੋਏ ਕਰਦੇ ਆ ਰਹੇ ਹਾਂ। ਤੁਸੀਂ ਮਤਲਬ ਇੰਨੇ, ਜਿਵੇਂ ਤੁਸੀਂ ਆਪਣਾ ਸਕੇਜੂਲ ਦੱਸਿਆ ਕਿ ਕਿੰਨੇ ਬਿਜ਼ੀ ਹੋ, ਉਹਦੇ 'ਚ ਵੀ ਤੁਸੀਂ ਸਾਨੂੰ ਤਾਂ ਨਹੀਂ, ਤੁਸੀਂ ਆਪਣੇ ਆਪ 'ਚ ਆਏ ਹੋ। ਮੈਂ ਸਾਨੂੰ ਨਹੀਂ ਕਹੂੰਗੀ, ਤੁਹਾਡਾ ਆਪਣਾ ਘਰ ਹੈ ਪੰਜਾਬ, ਤੁਹਾਡਾ ਆਪਣਾ ਵੀ ਮੰਚ ਹੈ, ਤੁਹਾਡੇ ਅਸੀਂ ਆਪਣੇ ਆ, ਸਾਰੇ ਆਪਾਂ ਇਕੱਠੇ ਹੀ ਆ। ਤੁਸੀਂ ਆਪਣਾ ਟਾਈਮ ਦਿੱਤਾ, ਬਹੁਤ ਬਹੁਤ ਸ਼ੁਕਰੀਆ ਭਾਜੀ। ਏਦਾਂ ਹੀ ਆਪਾਂ ਮਿਲਦੇ ਰਵਾਂਗੇ ਤੇ ਪ੍ਰਮਾਤਮਾ ਕਰੇ ਤੁਸੀਂ ਹੋਰ ਬੁਲੰਦੀਆਂ ਤੇ ਪਹੁੰਚੋ ਤੇ ਸਾਡੇ ਰੰਗਕਰਮੀਆਂ ਲਈ ਇੱਕ ਮਾਈਲਸਟੋਨ ਹੋਵੇ, ਅਸੀਂ ਵੀ ਕਹਿ ਸਕੀਏ ਕਿ ਜਿੱਦਾਂ ਅਵਤਾਰ ਭਾਜੀ ਉੱਥੇ ਅਸਿਸਟੈਂਟ ਪ੍ਰੋਫੈਸਰ ਲੱਗ ਸਕਦੇ ਤੇ ਅਸੀਂ ਕਿਉਂ ਨਹੀਂ ਲੱਗ ਸਕਦੇ। ਇਸ ਮਤਲਬ ਉਹਦੇ ਨਾਲ, ਡਿਟਰਮੀਨੇਸ਼ਨ ਨਾਲ, ਇਸ ਟੀਚੇ ਨਾਲ ਸਾਡੇ ਰੰਗਕਰਮੀ ਅੱਗੇ ਵੱਧਦੇ ਜਾਣਗੇ। ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ। ਤਾਂ ਜੀ ਬਹੁਤ ਬਹੁਤ ਥੈਂਕ ਯੂ ਸੋ ਮਚ। Thank you so much for giving me a chance, give me an opportunity to be with you.
Thank you so much also. Gurvinder and team, the entire team, congratulations. ਥੈਂਕ ਯੂ। ਦੋਸਤੋ, ਅੱਜ ਅਸੀਂ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਡਾਕਟਰ ਜਗਦੀਸ਼ ਗਰਗ ਹੋਰਾਂ ਨੂੰ ਸੁਣਿਆ, ਬਹੁਤ ਸੋਹਣੇ ਉਹਨਾਂ ਦੇ ਬੋਲ ਸੁਣੇ। ਤੇ ਕੱਲ ਸਾਡਾ 32ਵਾਂ ਸ਼ੋਅ ਹੋਏਗਾ, ਮੈਂ ਤਾਂ ਸ਼ੋਅ ਹੀ ਕਹੂੰਗੀ ਕਿਉਂਕਿ ਅਸੀਂ ਉਦਾਂ ਹੀ ਇਹਨੂੰ ਇਸ ਚੀਜ਼ ਨੂੰ ਜੀ ਰਹੇ ਹਾਂ। ਤੇ ਅੱਜ ਅਸੀਂ ਅਮਰੀਕਾ ਬੈਠੇ ਅਵਤਾਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ, ਬੜੀ ਫਰੂਟਫੁਲ ਗੱਲਬਾਤ ਰਹੀ ਸਾਡੀ। ਤੇ ਸਾਡੇ ਨਾਲ ਜੁੜੇ ਹੋਏ ਨੇ ਲੱਖਾ ਲਹਿਰੀ ਜੀ, ਜੀਵੇ ਰੰਗਮੰਚ, ਰਮਨ ਢਿੱਲੋਂ ਜੀ, ਸਾਰੇ ਜਿਨ੍ਹਾਂ ਵੀ ਦੋਸਤਾਂ ਮਿੱਤਰਾਂ ਦਾ ਨਾਂ ਰਹਿ ਗਿਆ ਮੈਂ ਉਹਨਾਂ ਲਿਖੀ ਮਾਂ ਦੀ ਜਾਚਕ ਹਾਂ, ਕਿਉਂਕਿ ਇਹ ਵੀ ਟੈਕਨੋਲੋਜੀ ਹੈ, ਮੇਰਾ ਫੋਨ ਵੀ ਕਈ ਵਾਰ ਹੈਂਗ ਹੋ ਜਾਂਦਾ। ਸੋ ਦੋਸਤੋ, ਗੱਲ ਇਹ ਹੈ ਵੀ ਬਹੁਤ ਦਿਲ ਕਰਦਾ ਹੈ ਕਿ ਦੁਬਾਰਾ ਉੱਦਾਂ ਕਲਾ ਭਵਨ ਦੇ ਹਾਲ ਭਰੇ ਰਹਿਣ, ਟੈਗੋਰ ਦੇ ਹਾਲ ਭਰੇ ਰਹਿਣ। ਪਰਮਾਤਮਾ ਭਰੂਗਾ, ਬਹੁਤ ਭਰੂਗਾ। ਉਹ ਦਿਨ ਦੂਰ ਨਹੀਂ ਕਿ ਜਦੋਂ ਅਸੀਂ ਪਿੱਛੇ ਜੇ ਮੇਰੇ ਕੋਲ ਅਨੀਤਾ ਸਦੀਸ਼ਵਰੀ ਆਏ ਹੋਏ ਸੀ, ਅਸੀਂ ਇਸੇ ਚਿੰਤਾ 'ਚ 2 ਰਾਤਾਂ ਲੰਘਾਤੀਆਂ ਕਿ ਅਸੀਂ ਥੀਏਟਰ ਕਦੋਂ ਕਰਾਂਗੇ, ਕਦੋਂ ਅਸੀਂ ਆਪਣੇ ਫਾਈਨਲ ਫੈਸਟੀਵਲ ਕਰਨੇ ਨੇ ਸਾਲਾਨਾ ਜਿਹੜੇ ਅਸੀਂ ਕਰਦੇ ਹਾਂ। ਅਸੀਂ ਇਕੱਲੇ ਨਹੀਂ, ਸਾਡੇ ਸਾਰੇ ਰੰਗ ਕਰਨਗੇ, ਕੇਵਲ ਭਾਜੀ, ਡਾਕਟਰ ਸਾਹਿਬ ਸਿੰਘ, ਕੀਰਤੀ, ਪੰਜਾਬ ਦੇ ਜਿੰਨੇ ਵੀ ਨਾਟਕ ਗਰੁੱਪਸ ਨੇ ਸਾਰੇ ਥੀਏਟਰ ਕਰਦੇ ਨੇ। ਉਹ ਠੀਕ ਹੈ ਵੀ ਸਾਨੂੰ ਥੋੜਾ ਜਿਹਾ ਦੁੱਖ ਲੱਗਦਾ, ਥੋੜਾ ਜਿਹਾ ਔਖਾ ਲੱਗਦਾ ਜਦੋਂ ਵੀ ਗੱਲ ਕਰਦੇ ਵੀ ਹਾਏ ਹੁਣ ਕਦੋਂ ਹੋਊਗਾ। ਪਰ ਫਿਰ ਉਹੀ ਮੈਂ ਤੁਹਾਨੂੰ ਜਿਹੜੀ ਪਹਿਲਾਂ ਗੱਲ ਕਰਦੀ ਸੀ, ਜਦੋਂ ਹੀ 7:45 ਹੁੰਦੇ ਨੇ ਤੇ ਅਸੀਂ ਵੀ ਮੰਚ ਨਾਲ ਆਪਣੀ ਟਿਊਨਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ। ਤੇ ਇਹ ਵੀ ਮੈਨੂੰ ਲੱਗਦਾ ਸਾਡਾ ਇੱਕ ਇਸ ਸਮੇਂ ਦੀ ਇੱਕ ਖੁਰਾਕ ਹੈ। ਕਹਿੰਦੇ ਆ ਨਾ, ਜਦੋਂ ਬੰਦੇ ਨੂੰ ਟਾਈਫਾਈਡ ਹੋਵੇ, ਥੋੜੀ ਥੋੜੀ ਬੁਰਕੀ ਡਾਈਜੈਸਟ ਕਰਨ ਲੱਗ ਜਾਏ, ਇਟ ਮੀਨਸ ਪੇਸ਼ੈਂਟ ਠੀਕ ਹੋ ਰਿਹਾ। ਇਹ ਗੁਰਵਿੰਦਰ ਹੋਰਾਂ ਨੇ ਬੜਾ ਵਧੀਆ ਕੀਤਾ। ਮੈਨੂੰ ਲੱਗਦਾ ਦਰਸ਼ਕਾਂ ਨੂੰ ਕਈ ਵਾਰ ਇਹ ਵੀ ਲੱਗੇਗਾ ਕਿ ਸ਼ਾਇਦ ਗੁਰਵਿੰਦਰ ਸਿੰਘ ਹੋਰਾਂ ਦੀ ਜ਼ਿਆਦਾ ਹੀ ਉਹ ਕਰ ਰਹੇ ਨੇ, ਜ਼ਿਆਦਾ ਮਤਲਬ ਉਹ ਕਰ ਰਹੇ ਨੇ, ਪਰ ਨਹੀਂ, ਉਹ ਨਹੀਂ ਹੈ। ਮਤਲਬ ਮੈਂ ਬਹੁਤ ਜਿਹੜੇ ਲੋਕ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਕਿ ਮੈਂ ਬਹੁਤਾ ਏਦਾਂ ਨਹੀਂ ਕਰਦੀ। ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਮੈਂ ਕਹਿ ਦਿੰਦੀ ਹਾਂ, ਜਿਹੜੀ ਮਾੜੀ ਲੱਗਦੀ ਮੈਂ ਉਹ ਵੀ ਕਹਿ ਦਿੰਦੀ ਹਾਂ। ਚੰਗਾ ਲੱਗਦਾ ਵੀ ਜਦੋਂ ਜਿੱਦਾਂ ਹੁੰਦਾ ਨਾ 6 ਵਜੇ ਸ਼ੋਅ ਹੁੰਦਾ ਤਾਂ 4:45 5:30 ਆਡੀਅנס ਆਉਣੀ ਸ਼ੁਰੂ ਹੋ ਜਾਂਦੇ। ਉਸੇ ਤਰ੍ਹਾਂ ਅਸੀਂ ਵੀ 7:30 ਵਜੇ ਆਪਣੀ ਟਿਊਨਿੰਗ ਕਰਨੀ ਸ਼ੁਰੂ ਕਰ ਦਿੰਦੇ ਹਾਂ ਫੋਨਾਂ ਦੀ, ਫੇਸਬੁੱਕ ਦੇ ਨਾਲ। ਬਹੁਤ ਵਧੀਆ ਉਪਰਾਲਾ ਹੈ। ਠੀਕ ਹੈ, ਮੈਂ ਬਾਰ-ਬਾਰ ਗੱਲ ਕਰਦੀ ਹਾਂ ਕਿ ਸਾਡੇ ਕੋਲ ਫਾਈਨਾਂਸਲੀ ਉੱਦਾਂ ਦੇ ਵਸੀਲੇ ਨਹੀਂ ਹੈਗੇ ਜਿੱਦਾਂ ਸਾਡੇ ਕੋਲ ਹੋਣੇ ਚਾਹੀਦੇ ਨੇ। ਜਿੱਦਾਂ ਅਵਤਾਰ ਭਾਜੀ ਵੀ ਗੱਲ ਕਰ ਰਹੇ ਨੇ ਵੀ ਅਮਰੀਕਾ ਦੀ ਗਵਰਨਮੈਂਟ ਹੈ, ਫੰਡਿੰਗ ਕਰਦੀ ਹੈ, ਸਾਰਾ ਕੁਛ ਹੈ, ਠੀਕ ਹੈ, ਅਸੀਂ ਉਹਨਾਂ ਨਾਲ ਰਲ ਤਾਂ ਨਹੀਂ ਸਕਦੇ, ਪਰ ਜੋ ਵੀ ਸਾਡੇ ਕੋਲ ਤਿਲਫੁਲ ਹੈ, ਜੋ ਵੀ ਸਾਨੂੰ ਲੱਗਦਾ, ਜਿਵੇਂ ਦਸਵਾਂ ਦਸੌਂਦ ਕਹਿੰਦੇ ਨੇ ਕੱਢੀ ਦਾ, ਇਸੇ ਤਰ੍ਹਾਂ ਅਸੀਂ ਵੀ ਇਹਨਾਂ ਮੰਚਾਂ ਦੀ ਹੈਲਪ ਕਰਦੇ ਰਹੀਏ। ਚਾਹੇ ਕੋਈ ਵੀ ਬੰਦਾ ਕੰਮ ਕਰ ਰਿਹਾ, ਕਰਨੀ ਚਾਹੀਦੀ ਹੈ। ਮਤਲਬ ਮੇਰਾ ਪਰਸਨਲ ਓਪੀਨੀਅਨ ਹੈ, ਕਿਉਂਕਿ ਜਦੋਂ ਅਸੀਂ ਵੀ ਫੈਸਟੀਵਲ ਕਰਦੇ ਹਾਂ ਅਸੀਂ ਵੀ ਮੰਗਦੇ ਹਾਂ, ਸਾਰੇ ਹੀ ਮੰਗਦੇ ਨੇ। ਤੇ ਮੈਨੂੰ ਲੱਗਦਾ ਵੀ ਮੰਚ ਨੂੰ ਵੀ ਥੋੜੀ ਜਿਹੀ ਲੋੜ ਹੈ। ਤੇ ਇਸ ਵੱਲ ਵੀ ਥੋੜੀ ਜਿਹੀ ਨਿਗਾਹ ਆਪਣੀ ਰੱਖਿਓ ਸਵੱਲੀ, ਕਿ ਅਸੀਂ ਏਦਾਂ ਦੇ ਕੰਮ ਕਰਦੇ ਰਹੀਏ ਤੇ ਸਾਡਾ ਅੱਗੇ ਤੋਂ ਅੱਗੇ। ਮੈਂ ਨਾ ਇੱਕ ਛੋਟੀ ਜਿਹੀ ਗੱਲ ਹੋਰ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ। ਜਦੋਂ ਨਾ 7:45 ਦਾ ਟਾਈਮ ਹੁੰਦਾ, 7:30 ਦਾ ਟਾਈਮ ਹੁੰਦਾ, 4 ਵੱਜਦੇ ਨੇ, 4 ਵਜੇ ਅਸੀਂ ਉਹਨਾਂ ਦਾ ਕੇਵਲ ਭਾਜੀ ਦਾ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਕੋਕੋਨਟ ਥੀਏਟਰ ਵਾਲਾ ਦੇਖਣਾ। ਮਤਲਬ ਜਿਹੜਾ ਆਫਟਰ ਲੰਚ ਵਾਲਾ ਟਾਈਮ ਹੈ ਨਾ, ਉਹ ਸਾਰੇ ਕਲਾਕਾਰਾਂ ਦਾ, ਸਾਰੇ ਦਰਸ਼ਕਾਂ ਦਾ, ਰੰਗ ਕਰਮੀਆਂ ਦਾ ਉਹ ਉਦਾਂ ਹੀ ਹੋ ਜਾਂਦਾ ਹੈ। ਉਹ ਮਤਲਬ ਪਲੇ ਦਾ ਹੀ, ਜਿਵੇਂ ਆਪਾਂ ਕਹਿੰਦੇ ਨਾ ਸ਼ੋਅ ਦੇਖਣ ਜਾਣਾ ਅੱਜ, ਉਦਾਂ ਦਾ ਹੀ ਜਿਹੜਾ ਮਾਹੌਲ ਸਿਰਜਿਆ ਜਾਂਦਾ। ਬੜਾ ਵਧੀਆ ਲੱਗਦਾ, ਚੰਗਾ ਲੱਗਦਾ ਕਿ ਸਾਡੇ ਜਿਨ੍ਹਾਂ ਨੂੰ ਟੈਕਨੋਲੋਜੀ ਦੀ ਨੌਲੇਜ ਹੈ ਤੇ ਜਿਹੜੇ ਇਹ ਇਨੀਸ਼ੀਏਟਿਵ ਲੈ ਰਹੇ ਨੇ ਇਸ ਕੰਮ ਨੂੰ, ਕੇਵਲ ਭਾਜੀ ਬਹੁਤ ਸੋਹਣਾ ਕੰਮ ਕਰ ਰਹੇ ਨੇ, ਸੋਹਣਾ ਵੀ ਤਨੇਜਾ ਜੀ ਕਰ ਰਹੇ ਨੇ, ਕਾਫੀ ਗਰੁੱਪਸ ਕਰ ਰਹੇ ਨੇ ਜਿਨ੍ਹਾਂ ਬਾਰੇ ਹਜੇ ਮੈਨੂੰ ਨਹੀਂ ਵੀ ਪਤਾ, ਮੈਂ ਉਹਨਾਂ ਤੋਂ ਵੀ ਮਾਫੀ ਚਾਹੁੰਦੀ ਹਾਂ। ਤੇ ਸਾਨੂੰ ਜੁੜਨਾ ਚਾਹੀਦਾ। ਮੈਨੂੰ ਲੱਗਦਾ ਕਿ ਅਸੀਂ ਵੱਧ ਤੋਂ ਵੱਧ ਦਰਸ਼ਕ, ਆਰਟਿਸਟ, ਅਸੀਂ ਇਹਨਾਂ ਕਲਾਕਾਰਾਂ ਨੂੰ ਸੁਣੀਏ। ਕਿੱਥੇ ਅਵਤਾਰ ਭਾਜੀ ਨੂੰ ਮਿਲਦੇ ਸੀ, ਇੱਦਾਂ ਦੀਆਂ ਗੱਲਾਂ ਕਰਦੇ ਸੀ, ਕਿੱਥੇ ਅਸੀਂ ਆਸਟ੍ਰੇਲੀਆ ਵਾਲੇ ਨਾਲ ਗੱਲਾਂ ਕਰਦੇ ਸੀ, ਕਿੱਥੇ ਅਸੀਂ ਮਤਲਬ ਉਹਨਾਂ ਟਾਈਮ ਸਾਡੇ ਕਿਸੇ ਕੋਲ ਵੀ ਨਹੀਂ। ਇਹ ਤਾਂ ਮੈਂ ਕਹਿੰਦੀ ਹਾਂ, ਕਰੋਨਾ ਕਈ ਵਾਰ ਤਾਂ ਚੰਗਾ ਹੀ ਹੋਇਆ ਕਿ ਅਸੀਂ ਘਰਾਂ 'ਚ ਬਹਿ ਕੇ ਘੱਟੋ ਘੱਟ ਆਪਣੇ ਅਲਫਾਜ਼, ਆਪਣੇ ਮਨ ਦੀਆਂ ਗੱਲਾਂ, ਆਪਣੇ ਮਨ ਦੇ ਗੁੱਝੇ ਭੇਦ ਅਸੀਂ ਫੋਨਾਂ ਰਾਹੀਂ, ਫੇਸਬੁੱਕ ਰਾਹੀਂ, ਵੀ ਮੰਚ ਰਾਹੀਂ, ਕੋਕੋਨਟ ਥੀਏਟਰ ਰਾਹੀਂ ਜਾਂ ਜੋ ਵੀ ਸਾਡੇ ਕੋਲ ਇਸ ਟਾਈਮ ਅਵੇਲਿਟੀ ਅਸੀਂ ਕਰਦੇ ਹਾਂ। ਪਰਮਾਤਮਾ ਕਰੇ ਜਿਹੜਾ ਕਹਿਰ ਹੈ ਛੇਤੀ ਸਾਡੇ ਤੋਂ ਵਿਦਾ ਲਵੇ ਤੇ ਅਸੀਂ ਫੇਰ ਉਹੀ ਦਸੰਬਰ ਤੋਂ ਪਹਿਲਾਂ ਥੀਏਟਰ ਦੇ ਵਿੱਚ ਜਾ ਕੇ ਏਦਾਂ ਹੀ ਸ਼ੁਰੂ ਕਰ ਦਈਏ। ਪਰ ਗੁਰਵਿੰਦਰ ਜੀ ਨੇ ਗੱਲ ਕਹੂੰਗੀ ਕਿ ਜੇ ਥੀਏਟਰ ਸ਼ੁਰੂ ਵੀ ਹੋਵੇ ਤਾਂ ਆਪਣੇ ਇਸ 20 ਮੰਚ ਨੂੰ ਇੱਕ ਅਲੱਗ ਸਟਾਈਲ ਨਾਲ ਸ਼ੁਰੂ ਕਰ ਦਿਓ। ਪਰ ਇਹ ਕੰਟੀਨਿਊਟੀ ਟੁੱਟਣੀ ਨਹੀਂ ਚਾਹੀਦੀ, ਜਿੱਥੇ ਤੱਕ ਮੇਰਾ ਪਰਸਨਲ ਓਪੀਨੀਅਨ ਹੈ। ਇਹਨੂੰ ਹੋਰ ਵਿਧਾਵਾਂ 'ਚ ਲੈ ਜਾਓ। ਤੁਸੀਂ ਤਾਂ ਬਹੁਤ ਮਤਲਬ ਟੈਕਨੋਲੋਜੀ ਨੂੰ ਜਾਣਦੇ ਹੋ, ਇੰਜੀਨੀਅਰ ਹੋ ਤੁਸੀਂ, ਉਸ ਚੀਜ਼ ਨੂੰ ਵਧੀਆ ਲੱਗਦਾ। ਬਾਰ-ਬਾਰ ਕਹਿ ਰਹੀ ਹਾਂ, ਵਧੀਆ ਲੱਗਦਾ ਕਿਉਂਕਿ ਉਹ ਰੂਹ ਦੀ ਖੁਰਾਕ ਹੈ। ਨਹੀਂ ਟੁੱਟ ਗਏ ਸੀ 1 ਮਹੀਨਾ ਪਹਿਲਾਂ। ਕੱਲ ਸਾਡਾ 32ਵਾਂ ਦਿਨ ਹੈ, ਨਵੇਂ ਕਲਾਕਾਰਾਂ ਨਾਲ, ਨਵੇਂ ਐਂਕਰ ਨਾਲ ਤੇ ਨਵੇਂ ਸੁਨਹਿਰੀ ਬੋਲਾਂ ਨਾਲ ਫਿਰ ਅਸੀਂ ਮਿਲਾਂਗੇ ਸਾਰਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ। ਮੇਰੀ ਬਾਰ-ਬਾਰ ਬੇਨਤੀ ਹੈ ਕਿ ਵੱਧ ਤੋਂ ਵੱਧ ਜੁੜੋ, ਵੱਧ ਤੋਂ ਵੱਧ ਜੁੜੋ ਤੇ ਪ੍ਰਮਾਤਮਾ ਕਰੇ ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ। ਅੱਜ ਦੇ ਟਾਈਮ ਤੰਦਰੁਸਤ ਰਹਿਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਆਪਣਾ ਖਿਆਲ ਰੱਖੋ ਦੋਸਤੋ। ਮਿਲਦੇ ਆ ਕੱਲ ਇਸੇ ਟਾਈਮ 8 ਵਜੇ ਨਵੇਂ ਸੈਗਮੈਂਟ। ਜੈ ਰੰਗਮੰਚ, ਜੀਵੇ ਰੰਗਮੰਚ, ਰੰਗਮੰਚ ਜ਼ਿੰਦਾਬਾਦ। ਸਤਿ ਸ਼੍ਰੀ ਅਕਾਲ। तेरे वगदे सड़क सरां
तेरे वगदे सड़क सरां असीं बस